ਚੱਲੀ ਦੇਸ ਜਿੱਥੇ ਜੰਮੇ ਸੀ ਕਦੇ ਵੇਦ, ਜਿੱਥੋਂ ਕੱਢਿਆ ਸੀ ਅੰਗਰੇਜ਼। ਕੀ ਬਣਿਆ ਉਸਦਾ, ਕੀ ਬਣਿਆ ਉਸਦਾ ਹਾਲ, ਕਿਹੜੇ ਕੀਤੇ ਉਸ ਕਮਾਲ। ਵੀਰ ਮੇਰੇ ਆਵੇ ਜੁਗਨੀ, ਵੀਰ ਮੇਰੇ ਆਵੇ ਜੁਗਨੀ ਕਹਿੰਦੀ ਆ, ਇੱਕ ਰਾਹ ਨਵੇਂ ਅੱਜ ਪੈਂਦੀ ਆ। ਜੁਗਨੀ ਜਾਵੜੀ ਪੰਜਾਬ, ਜਿੱਥੇ ਪੜ੍ਹੇ ਲਿਖੇ ਬੇਕਾਰ, ਵਿੱਚ ਜ਼ਮੀਨਾਂ ਜਾਵਣ ਬਾਹਰ, ਉੱਥੇ ਮਾਰਨ ਝਾੜੂ, ਉੱਥੇ ਗੋਰੀ ਲੈਣ ਵਿਆਹ, ਪਿੱਛੇ ਟੱਬਰ ਤੱਕੇ ਰਾਹ। ਵੀਰ ਮੇਰੇ ਆਵੇ ਜੁਗਨੀ, ਵੀਰ ਮੇਰੇ ਆਵੇ ਜੁਗਨੀ ਕਹਿੰਦੀ ਆ, ਇੱਕ ਨਵੀਂ ਉਡਾਰੀ ਲੈਂਦੀ ਆ। ਪੰਜਾਬ ਦਰਸ਼ਨ ਦੇ ਦਰਸ਼ਨੀ ਸਰੋਤਿਆਂ ਦਾ ਸਵਾਗਤ ਹੈ। ਆਪਣੇ ਸਰਪ੍ਰਸਤ ਪ੍ਰੋਫੈਸਰ ਹਰਪਾਲ ਸਿੰਘ ਚੰਡੀਗੜ੍ਹ ਅਤੇ ਪ੍ਰੋਫੈਸਰ ID ਗੌੜ ਜੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਾਲਿਆਂ ਤੋਂ ਆਸ਼ੀਰਵਾਦ ਲੈਂਦੇ ਹੋਏ ਅੱਜ ਦਾ ਇਹ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਕਿਸੇ ਚਿੱਤਰਕਾਰ ਦੀ ਬਣਾਈ ਤਸਵੀਰ ਦੇਖ ਕੇ ਅਸੀਂ ਸੁਤੇ ਸਿੱਧ ਉਹਦੇ ਦਿਲੋਂ ਦਿਮਾਗ ਵਿੱਚ ਉਕਰੇ ਉਸ ਤਸੱਵਰ ਵਿੱਚ ਉਤਰ ਜਾਂਦੇ ਹਾਂ, ਜਿੱਥੋਂ ਸਾਨੂੰ ਉਹਦੇ ਗਿਆਨ ਅਤੇ ਕਲਪਨਾ ਦੀ ਉਡਾਰੀ ਦਾ ਪਤਾ ਲੱਗਦਾ। ਪੰਜਾਬ ਦੀ ਜੋ ਕਿ ਤਸਵੀਰ ਸਾਡੇ ਸਾਹਮਣੇ ਹੈ, ਜਿਹਦੇ ਬਾਬਤ ਸਾਡੇ ਅਜ਼ੀਮ ਸ਼ਾਇਰ ਸੁਰਜੀਤ ਪਾਤਰ ਜੀ ਨੇ ਲਿਖਿਆ, ਮਾਤਮ, ਹਿੰਸਾ, ਖੌਫ, ਬੇਵਸੀ ਅਤੇ ਅਨਿਆਂ, ਇਹ ਨੇ ਅੱਜ ਕੱਲ੍ਹ ਮੇਰੇ 5 ਦਰਿਆਵਾਂ ਦੇ ਨਾਂ। ਇਸ ਤਸਵੀਰ ਦਾ ਅਗਰ ਖੁਰਾ ਲੱਭਣਾ ਹੋਵੇ, ਖੋਜ ਕਰਨੀ ਹੋਵੇ, ਤਾਂ ਪੰਜਾਬੀ ਸਮਾਜ ਦੇ ਦਿਲੋਂ ਦਿਮਾਗ ਵਿੱਚ ਵਸੇ ਪੰਜਾਬ ਦੇ ਤਸੱਵਰ ਨੂੰ ਵਾਚਿਆ ਜਾ ਸਕਦਾ ਹੈ। ਸਾਡੀ ਸਮਾਜਿਕਤਾ, ਸੱਭਿਆਚਾਰਕਤਾ, ਕਾਵਿਕਤਾ ਅਤੇ ਆਰਥਿਕਤਾ ਸਾਡੇ ਆਪਣੇ ਨਾਲੋਂ ਬਹੁਤ ਹਲਕੀ ਪੈਂਦੀ ਜਾ ਰਹੀ ਹੈ, ਛੋਟੀ ਹੁੰਦੀ ਜਾ ਰਹੀ ਹੈ। ਹੁਣ ਪੰਜਾਬੀ ਹੋਣਾ ਮਾਣ ਵਾਲੀ ਗੱਲ ਨਹੀਂ ਰਹੀ, ਫਖਰ ਵਾਲੀ ਗੱਲ ਨਹੀਂ ਰਹੀ, ਅਤੇ ਪੰਜਾਬ ਰਹਿਣ ਯੋਗ ਥਾਂ ਨਹੀਂ ਰਹੀ। ਹੁਣ ਸਾਡਾ ਕੋਈ ਵੀ ਬੱਚਾ ਪੰਜਾਬ ਵਿੱਚ ਰਹਿਣ ਲਈ ਤਿਆਰ ਨਹੀਂ, ਅਤੇ ਜਿਹੜੇ ਸਾਡੇ ਲੋਕ, ਸਾਡੇ ਭੈਣ ਭਰਾ ਪੰਜਾਬ ਤੋਂ ਗਏ ਹੋਏ ਆ, ਉਹ ਵਾਪਸ ਆਉਣ ਲਈ ਤਿਆਰ ਨਹੀਂ। ਪੰਜਾਬ ਦੀਆਂ ਨਾਂਹ ਬਾਚੀ ਗੱਲਾਂ ਦੀ ਲੜੀ ਮੁੱਕਣ ਵਾਲੀ ਨਹੀਂ ਹੈ। ਪੰਜਾਬ ਦਰਸ਼ਨ ਦੀ ਸਿਰਜਕ ਟੀਮ ਨੇ ਹੌਸਲਾ ਕੀਤਾ ਕਿ ਪੰਜਾਬ ਦੀ ਤਸਵੀਰ ਠੀਕ ਕਰਨ ਤੋਂ ਪਹਿਲਾਂ ਇਹਦੇ ਤਸੱਵਰ ਦੀ ਸਿਰਜਣਾ ਕੀਤੀ ਜਾਵੇ ਅਤੇ ਉਹਨੂੰ ਸਮਝਿਆ ਜਾਵੇ। ਪੰਜਾਬ ਦੇ ਉਸ ਅਸਲ ਤਸੱਵਰ ਦੀ ਸ਼ਨਾਖਤ ਕਰਨਾ ਅਤੇ ਦੱਸਣਾ ਬੜਾ ਮੁਸ਼ਕਿਲ ਹੋ ਗਿਆ ਹੈ। ਸਾਡੇ ਵਿੱਚ ਉਹ ਹਲੀਮੀ, ਉਹ ਸੁਹਿਰਦਤਾ ਅਤੇ ਸਹਿਣਸ਼ੀਲਤਾ ਨਹੀਂ ਰਹੀ ਕਿ ਅਸੀਂ ਹੁਣ ਸੱਚ ਦੀ ਗੱਲ ਕਰ ਸਕੀਏ। ਜਿਵੇਂ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਸੀ, ਮੈਣ ਕੇ ਦੰਤ ਕਿਉਂ ਖਾਈਏ ਸਾਰ। ਪੱਥਰ ਦੇ ਦੰਦਾਂ ਨਾਲ ਲੋਹਾ ਚੱਬਣਾ ਤਾਂ ਸਮਝ ਆਉਂਦਾ, ਪਰ ਮੋਮ ਦੇ ਦੰਦਾਂ ਨਾਲ ਲੋਹਾ ਚੱਬਣ ਦੀ ਗੱਲ ਸਮਝ ਤੋਂ ਬਾਹਰ ਹੈ। ਪਰ ਗੁਰੂ ਨਾਨਕ ਦਾ ਰਾਹ ਸਾਨੂੰ ਇਹੀ ਦੱਸਦਾ ਕਿ ਮੋਮ ਦੇ ਦੰਦਾਂ ਨਾਲ ਲੋਹਾ ਕਿਵੇਂ ਚੱਬਣਾ। ਇਸ ਸਿਲਸਿਲੇ ਵਿੱਚ ਅਸੀਂ ਗਿਆਨਵਾਨ ਅਤੇ ਸੰਵੇਦਨਸ਼ੀਲ ਹਸਤੀਆਂ ਨੂੰ ਤਕਲੀਫ ਦਿੰਦੇ ਹਾਂ ਸਮੇਂ ਸਮੇਂ 'ਤੇ ਕਿ ਉਹ ਸਾਨੂੰ ਪੰਜਾਬ ਦੇ ਉਸ ਤਸੱਵਰ ਦੀ ਦੱਸ ਪਾਉਣ। ਅਸੀਂ ਪੰਜਾਬ ਦੇ ਸਾਰੇ ਲੋਕ ਮਹਿਸੂਸ ਕਰਦੇ ਹਾਂ ਜਿਵੇਂ ਸਾਡਾ ਕੁਝ ਗੁਆਚ ਗਿਆ ਹੋਵੇ, ਜਾਂ ਆਪਣਾ ਕੁਝ ਅਸੀਂ ਪਿੱਛੇ ਛੱਡ ਆਏ ਹੋਈਏ। ਕਦੇ ਕਦੇ ਅਸੀਂ ਕਹਿੰਦੇ ਹਾਂ ਅਸੀਂ ਉਹ ਨਹੀਂ, ਅਸੀਂ ਇਹ ਹਾਂ, ਅਤੇ ਕਦੇ ਕਹਿੰਦੇ ਹਾਂ ਅਸੀਂ ਇਹ ਨਹੀਂ, ਅਸੀਂ ਉਹ ਹਾਂ। ਅਤੇ ਸਾਡੀ ਹਾਲਤ ਉਹ ਬਣੀ ਹੋਈ ਆ, ਬੁੱਲਾ ਕੀ ਜਾਣਾ ਮੈਂ ਕੌਣ।
ਅੱਜ ਅਸੀਂ ਅਜਿਹੀ ਹਸਤੀ ਨਾਲ ਪੰਜਾਬ ਦਰਸ਼ਨ 'ਤੇ ਰੂਬਰੂ ਹੋਵਾਂਗੇ। ਮੇਰੀ ਮੁਰਾਦ ਗੀਤ ਸੰਗੀਤ ਦੇ ਸੰਵੇਦਨਸ਼ੀਲ ਸ਼ਹਿਨਸ਼ਾਹ ਰੱਬੀ ਸ਼ੇਰਗਿੱਲ ਜੀ ਤੋਂ ਹੈ, ਜਿਨ੍ਹਾਂ ਦਾ ਨਾਂ ਲੈਂਦੇ ਹੀ ਕੰਨਾਂ ਵਿੱਚ ਆਵਾਜ਼ ਗੂੰਜਦੀ ਆ, ਬੁੱਲਾ ਕੀ ਜਾਣਾ ਮੈਂ ਕੌਣ, ਜੁਗਨੀ ਜਾ ਵੜੀ ਪੰਜਾਬ। ਇਹ ਬੋਲ, ਇਹ ਆਵਾਜ਼ਾਂ ਪੰਜਾਬ ਦੇ ਪੁਨਰ ਸਿਰਜਣ ਜਾਂ ਥਾਂ ਸਿਰ ਕਰਨ ਦੀ ਸਮਰੱਥਾ ਰੱਖਦੀਆਂ। ਆਓ ਰੱਬੀ ਸ਼ੇਰਗਿੱਲ ਜੀ ਦੇ ਦਰਸ਼ਨ ਕਰੀਏ ਤੇ ਉਹਨਾਂ ਦਾ ਦਰਸ਼ਨ ਸੁਣੀਏ। ਮੇਰਾ ਖਿਆਲ ਹੈ ਕਿ ਰੱਬੀ ਸ਼ੇਰਗਿੱਲ ਜੀ ਦਾ ਸੰਗੀਤ ਜੇ ਸਾਡੇ ਪੰਜਾਬ ਵਿੱਚ ਘਰ ਘਰ ਵਿੱਚ ਸੁਣਿਆ ਜਾਵੇ ਤੇ ਪੰਜਾਬ ਜ਼ਰੂਰ ਆਪਣਾ ਖਾਬ ਦੇਖ ਸਕਦਾ ਤੇ ਆਪਣਾ ਪੁਨਰ ਸਿਰਜਣ ਕਰ ਸਕਦਾ। ਤੇ ਅੱਜ ਅਸੀਂ ਇਸ ਉਮੀਦ ਨਾਲ ਉਹਨਾਂ ਦੇ ਚਰਨਾਂ ਵਿੱਚ ਬਿਰਾਜਮਾਨ ਹੋਏ ਹਾਂ ਤੇ ਉਹਨਾਂ ਨੂੰ ਉਮੀਦ ਹੈ ਕਿ ਉਹਨਾਂ ਨੂੰ ਬੇਨਤੀ ਹੈ ਕਿ ਉਹ ਅੱਜ ਪੰਜਾਬ ਦਰਸ਼ਨ ਦੇ ਬਹੁਤ ਨਿਮਰ ਸਰੋਤਿਆਂ ਦਰਸ਼ਕਾਂ ਅੱਗੇ ਤੇ ਉਹ ਆਪਣੇ ਉਸ ਪੰਜਾਬ ਦੀ ਉਹ ਤਸਵੀਰ ਦਾ, ਉਹ ਪੰਜਾਬ ਦਾ ਉਹ ਤਸੱਵਰ ਜਿਹੜਾ ਉਹਨਾਂ ਦੇ ਦਿਲੋਂ ਦਿਮਾਗ ਵਿੱਚ ਵੱਸਦਾ, ਉਹ ਸਾਡੇ ਨਾਲ ਸਾਂਝਾ ਕਰਨਗੇ। ਰੱਬੀ ਸ਼ੇਰਗਿੱਲ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਮੈਂ ਇੱਕ ਗੱਲ ਤੁਹਾਨੂੰ ਦੱਸਣੀ ਚਾਹੁੰਦਾ ਕਿ ਅੱਜ ਕੱਲ੍ਹ ਹਰ ਕਿਸੇ ਕੋਲ ਸਮੇਂ ਦੀ ਬਹੁਤ ਘਾਟ ਹੈ, ਲੇਕਿਨ ਪੰਜਾਬ ਦਰਸ਼ਨ ਕੋਲ ਅਤੇ ਪੰਜਾਬ ਦਰਸ਼ਨ ਦੇ ਸਰੋਤਿਆਂ ਕੋਲ ਸਿਰਫ ਸਮੇਂ ਦੀ ਘਾਟ ਹੀ ਨਹੀਂ ਹੈ, ਸਾਡੇ ਕੋਲ ਬਹੁਤ ਸਮਾਂ। ਅਤੇ ਅਸੀਂ ਆਪਣੇ ਜਿਹੜੇ ਮਹਾਨ ਹਸਤੀਆਂ ਕੋਲ ਜਾਂਦੇ ਹਾਂ ਜਾਂ ਜਿਨ੍ਹਾਂ ਦੇ ਅਸੀਂ ਰੂਬਰੂ ਹੁੰਦੇ ਹਾਂ, ਅਸੀਂ ਇਹ ਸਮਝ ਕੇ ਜਾਂਦੇ ਹਾਂ ਕਿ ਅਸੀਂ ਉਹਨਾਂ ਦੀ ਚੌਂਕੀ ਭਰਨੀ ਆ ਅਤੇ ਚੌਂਕੀ ਭਰਨ ਦਾ ਟਾਈਮ ਖੁੱਲ੍ਹਾ ਹੁੰਦਾ ਅਤੇ ਤੁਸੀਂ ਆਪਣੀ ਗੱਲਬਾਤ ਮੁਕੰਮਲ ਕਰਨੀ ਆ। ਘੜੀ ਵੱਲ ਤੁਸੀਂ ਵੀ ਨਹੀਂ ਦੇਖਣਾ ਅਤੇ ਅਸੀਂ ਵੀ ਨਹੀਂ ਦੇਖਣਾ। ਅਤੇ ਇੱਕ ਸਾਡੀ ਰਵਾਇਤ ਹੈ ਕਿ ਅਸੀਂ ਹਰ ਲੈਕਚਰ ਕਿਸੇ ਨਾ ਕਿਸੇ ਮਹਾਨ ਹਸਤੀ ਨੂੰ ਡੈਡੀਕੇਟ ਕਰਦੇ ਹਾਂ। ਤੁਹਾਡੀ ਇਹ ਗੱਲਬਾਤ, ਤੁਹਾਡਾ ਇਹ ਵਿਖਿਆਨ ਅੱਜ ਅਸੀਂ ਪੰਜਾਬੀ ਦੇ ਉਸ ਅਜ਼ੀਮ ਸ਼ਾਇਰ ਬਾਬਾ ਬੁੱਲੇ ਸ਼ਾਹ ਜੀ ਨੂੰ ਅਸੀਂ ਇਹ ਸਮਰਪਣ ਕਰ ਰਹੇ ਹਾਂ, ਤੁਹਾਡਾ ਇਹ ਲੈਕਚਰ। ਅਤੇ ਅੱਜ ਅਸੀਂ ਉਹਨਾਂ ਨੂੰ ਵੀ ਯਾਦ ਕਰ ਰਹੇ ਹਾਂ। ਅਤੇ ਮੈਂ ਤੁਹਾਡੇ ਅਤੇ ਆਪਣੇ ਦਰਸ਼ਕਾਂ ਅਤੇ ਸਰੋਤਿਆਂ ਦਰਮਿਆਨ ਹੋਰ ਸਮਾਂ ਨਹੀਂ ਲੈਣਾ ਚਾਹੁੰਦਾ। ਤੁਸੀਂ ਆਪਣੀ ਜਾਣ ਪਹਿਚਾਣ ਖੁਦ ਆਪ ਹੋ ਅਤੇ ਤੁਹਾਡੀ ਜਾਣ ਪਛਾਣ ਕੋਈ ਕੀ ਕਰ ਸਕਦਾ। ਅਤੇ ਤੁਹਾਨੂੰ ਬੇਨਤੀ ਹੈ ਜੀ, ਖੁੱਲ੍ਹਾ ਟਾਈਮ ਹੈ ਅਤੇ ਤੁਸੀਂ ਸਾਨੂੰ ਇਹ ਦੱਸੋ ਕਿ ਤੁਹਾਡੇ ਦਿਲੋਂ ਦਿਮਾਗ ਵਿੱਚ ਪੰਜਾਬ ਦਾ ਤਸੱਵਰ ਕੀ ਹੈ ਅਤੇ ਤੁਹਾਡੇ ਸਾਹਮਣੇ ਪੰਜਾਬ ਦੀ ਤਸਵੀਰ ਕੀ ਹੈ। ਹਾਂਜੀ, ਸਤਿਕਾਰਯੋਗ ਰੱਬੀ ਸ਼ੇਰਗਿੱਲ ਜੀ। ਪਹਿਲਾਂ ਤਾਂ ਹਜ਼ੂਰ ਬਹੁਤ ਬਹੁਤ ਧੰਨਵਾਦ। ਤੁਸੀਂ ਇੰਨਾ ਸੋਹਣਾ ਤਾਰਫ ਕਰਾਇਆ, ਇੰਨੀ ਸੋਹਣੀ ਤਾਰੀਫ ਕਰਾਈ ਮੇਰੀ। ਮੈਨੂੰ ਲੱਗਦਾ ਨਹੀਂ ਕਿ ਮੈਂ ਇਸ ਦੇ ਲਾਇਕ ਹਾਂ, ਕੋਸ਼ਿਸ਼ ਕਰਾਂਗਾ। ਅਤੇ ਜਿਹੜੀ ਗੱਲ ਤੁਸੀਂ ਕੀਤੀ ਕਿ ਪੰਜਾਬ ਦਾ ਤਸੱਵਰ ਅਤੇ ਪੰਜਾਬ ਦੀ ਤਸਵੀਰ, ਅਤੇ ਮੈਨੂੰ ਲੱਗਦਾ ਕਿ ਅਸੀਂ ਜਿਹੋ ਜਿਹੇ ਮੋੜ 'ਤੇ ਪਹੁੰਚੇ ਹੋਏ ਹਾਂ ਇਸ ਵੇਲੇ, ਉਸ ਦੇ ਵਿੱਚ ਜਿਹੜੀ ਸਾਡੇ ਸਾਹਮਣੇ ਜਿਹੜਾ ਘਟਨਾਕ੍ਰਮ ਵਾਪਰ ਰਿਹਾ, ਇਸ ਤੋਂ ਅੱਗੇ ਨਹੀਂ ਜਾਇਆ ਜਾ ਸਕਦਾ, ਨਾ ਇਸ ਤੋਂ ਪਿੱਛੇ ਜਾਇਆ ਜਾ ਸਕਦਾ। ਗੱਲ ਇੱਥੋਂ ਤੋਰਨੀ ਸਹੀ ਮੈਨੂੰ ਜਾਪਦੀ ਹੈ। ਜੇ ਆਪਾਂ ਪੰਜਾਬੀਅਤ ਨੂੰ ਵੇਖੀਏ, ਪੰਜਾਬ ਦੇ ਤਸੱਵਰ ਨੂੰ ਵੇਖੀਏ, ਤੇ ਮੇਰੇ ਪਿਤਾ ਜੀ ਜਿਹੜੇ ਸੀ ਉਹ ਇੱਕ ਓਰੀਐਂਟਲ ਸਕਾਲਰ ਸਨ। ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਔਰ ਤਮਾਮ ਹਿੰਦੁਸਤਾਨ ਦੇ ਜਿੰਨਾ ਵੀ ਕਲਾਸੀਕਲ ਲਿਟਰੇਚਰ ਹੈ, ਇਹਦੀ ਸਾਰੀ ਦੀ ਸੰਥਿਆ ਭਾਈ ਅਮੀਰ ਸਿੰਘ ਜੀ ਹੋਰਾਂ ਕੋਲੋਂ ਲਈ ਹੋਈ ਸੀ, ਸੱਤੋ ਵਾਲੀ ਗਲੀ ਅੰਮ੍ਰਿਤਸਰ ਕੋਲੋਂ। ਤੇ ਇੱਕ ਲਫ਼ਜ਼ ਉਹ ਵਰਤਿਆ ਕਰਦੇ ਸੀ, ਉਹ ਮੈਨੂੰ ਇੱਥੇ ਥੋੜ੍ਹਾ ਜਿਹਾ ਢੁਕਵਾਂ ਜਾਪਦਾ। ਉਹ ਸੀ ਤੱਤ ਮੀਮਾਂਸਾ। ਸ਼ਾਇਦ ਤੱਤ ਮੀਮਾਂਸਾ ਦਾ ਜਿਹੜਾ ਸਭ ਤੋਂ
ਅੰਗਰੇਜ਼ੀ ਦੇ ਵਿੱਚ ਨੇੜਲਾ ਸ਼ਬਦ ਹੈ ਉਹ ਸ਼ਾਇਦ ਹੈਵੇ ਓਂਟੋਲੋਜੀ। ਸੋ ਮੈਨੂੰ ਇਉਂ ਲੱਗਦਾ ਹੈ ਕਿ ਜਿਹੜਾ ਪੰਜਾਬੀਅਤ ਦੀ ਤੱਤ ਮੀਮਾਂਸਾ ਹੈ, ਜਿਹੜਾ ਪੰਜਾਬੀਅਤ ਦੀ ਓਂਟੋਲੋਜੀ ਹੈ, ਇਸ ਵੇਲੇ ਉਸ ਸਾਰੇ ਦਾ ਇਜ਼ਹਾਰ ਇਸ ਵੱਡੀ ਤਹਿਰੀਕ ਦੇ ਵਿੱਚ ਸਾਡੇ ਸਾਹਮਣੇ ਮੈਨੂੰ ਹੁੰਦਾ ਜਾਪਦਾ ਹੈ। ਮੈਂ ਦਿੱਲੀ ਰਹਿਣਾ, ਔਰ ਮੈਂ ਦਿੱਲੀ ਵਿੱਚ ਵੀ ਮੈਨੂੰ ਇਉਂ ਲੱਗਦਾ ਕਿ ਮੈਂ ਪੰਜਾਬ ਦੀ ਕਿਸੇ ਆਊਟਪੋਸਟ ਤੇ ਰਹਿਣਾ, ਪੰਜਾਬ ਦੇ ਕਿਸੇ ਦੂਰ ਦੁਰਾਡੇ ਕਿਸੇ ਖਿੱਤੇ 'ਚ ਰਹਿਣਾ। ਪੰਜਾਬ ਜਿਹੜਾ ਹੈ, ਇਸ ਨੂੰ ਅਸੀਂ ਨਿਰਾਪੁਰਾ ਭੂਗੋਲ ਨਹੀਂ ਸਮਝ ਸਕਦੇ, ਇਸ ਨੂੰ ਨਿਰਾਪੁਰਾ ਅਸੀਂ ਸੱਭਿਆਚਾਰ ਦੇ ਪੱਖੋਂ ਵੀ ਨਹੀਂ ਸਮਝ ਸਕਦੇ। ਪੰਜਾਬ ਜਿਹੜਾ ਇਸ ਨੂੰ ਅਸੀਂ ਇਨਫੈਕਟ ਜਿਹੜਾ ਪੱਛਮੀ ਤਰੀਕਾ ਹੈ, ਅਸੀਂ ਇਸ ਸਾਰੇ ਦੇ ਨਾਲ ਨਹੀਂ ਸਮਝ ਸਕਦੇ। ਪੰਜਾਬ ਜਿਹੜਾ ਉਹ ਨੇਸ਼ਨ ਸਟੇਟ ਨਹੀਂ ਹੈ, ਹਿੰਦੁਸਤਾਨ ਵੀ ਨੇਸ਼ਨ ਸਟੇਟ ਨਹੀਂ ਹੈ। ਨੇਸ਼ਨ ਸਟੇਟ ਦਾ ਅਸੀਂ ਤਸੱਵਰ 'ਚ ਵੇਖੀਏ ਜਿਹਦੇ ਵਿੱਚ ਸੱਭਿਆਚਾਰਕ ਹੱਦ ਜਿਹੜੀ ਹੈ ਉਹ ਸਿਆਸੀ ਹੱਦ ਬਣ ਜਾਂਦੀ ਹੈ। ਜਿਹੜਾ ਸਾਡਾ ਰਾਜ ਕਰਨ ਦਾ ਪ੍ਰਬੰਧ ਹੈ, ਰਾਜ ਕਰਨ ਦਾ ਤਰੀਕਾ ਹੁਣ ਨਹੀਂ, ਜਿਹੜਾ ਤਵਾਰੀਖੀ ਤਰੀਕਾ, ਮੈਂ ਦਸਮ ਪਾਤਸ਼ਾਹ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਦਾ ਤਸੱਵਰ ਵੇਖਦਾ, ਉਹਨਾਂ ਦੀ ਬਾਣੀ ਦੇ ਵਿੱਚ ਵੇਖਦਾ, ਜ਼ਫਰਨਾਮੇ ਦੇ ਵਿੱਚ ਵੇਖਦਾ, ਤੇ ਮੈਨੂੰ ਇਉਂ ਮਹਿਸੂਸ ਹੁੰਦਾ ਹੈ ਕਿ ਜਿਹੜੀਆਂ ਵੀ ਕੈਟੇਗਰੀਜ਼, ਜਿਹੜੇ ਵੀ ਖਾਂਚੇ ਸਾਡੇ ਉੱਤੇ, ਸਾਡੇ ਅੱਜ ਕੱਲ੍ਹ ਦੀ ਜਿਹੜੀ ਵੈਸਟਰਨ ਕੰਸਟਰਕਟ ਹੈ ਉਹ ਸਾਡੇ ਉੱਤੇ ਪੇਸ਼ ਕਰਦੀ ਹੈ, ਸਾਡੇ ਉੱਤੇ ਲਾਉਂਦੀ ਹੈ, ਉਹ ਸਾਰੇ ਦੇ ਸਾਰੇ ਉਹ ਥੋੜ੍ਹੇ ਜਿਹੇ ਛੋਟੇ ਜਾਪਦੇ ਆ। ਪੰਜਾਬ ਇੱਕ ਨੇਸ਼ਨ ਸਟੇਟ ਨਹੀਂ ਹੈ, ਕਿਉਂਕਿ ਇਹਦੇ ਬੜੀ ਸਾਰੀਆਂ ਨੇਸ਼ਨ ਸਟੇਟਸ ਨੇ। ਇੱਕ ਜੱਟਾਂ ਦੀ ਨੇਸ਼ਨ ਸਟੇਟ ਹੋ ਗਈ, ਇੱਕ ਵਪਾਰੀ ਲਾਣੇ ਦੀ ਨੇਸ਼ਨ ਸਟੇਟ ਹੋ ਗਈ, ਇੱਕ ਜਿਹੜੇ ਇੱਥੋਂ ਦੇ ਮੁੱਢਲੇ ਵਸਨੀਕ ਨੇ, ਜਿਹੜੇ ਇੱਥੋਂ ਦੇ ਆਦਿਵਾਸੀ ਨੇ, ਉਹਨਾਂ ਦੀ ਹੋ ਗਈ। ਸੋ ਮੈਂ ਸਿੰਘੂ ਬਾਰਡਰ ਦੇ ਉੱਤੇ, ਟੀਕਰੀ ਬਾਰਡਰ ਦੇ ਉੱਤੇ ਪੰਜਾਬ ਦੇ ਇਸ ਤਰੇੜਾਂ ਪਈ ਓਂਟੋਲੋਜੀ ਦੇ ਸਾਰੇ ਵੱਖੋ ਵੱਖ ਹਿੱਸਿਆਂ ਨੂੰ ਇੱਕਦਮ ਨਾਨ ਲੀਨੀਅਰ ਸ਼ੇਪ ਦੇ ਵਿੱਚ ਸਾਡੇ ਸਾਹਮਣੇ ਆਏ ਵੇਖਦਾ, ਔਰ ਉਸ ਨੂੰ ਸਮਝਣਾ, ਉਸ ਨੂੰ ਨਿਖੇੜਨਾ ਮੈਨੂੰ ਇਉਂ ਲੱਗਦਾ ਬਹੁਤ ਜ਼ਰੂਰੀ ਹੈ। ਸਿਰਫ ਨਿਰਾਪੁਰਾ ਇਹਨਾਂ ਫਾਰਮੂਲਾਜ਼ ਨੂੰ ਰਿਪੀਲ ਕਰਾਉਣ ਲਈ ਨਹੀਂ, ਇਸ ਜਿਹੜਾ ਖੇਤੀ ਦਾ ਸੰਕਟ ਹੈ ਇਸ ਨੂੰ ਨਿਬੇੜਨ ਵਾਸਤੇ ਨਹੀਂ, ਪਰ ਮੈਨੂੰ ਇਉਂ ਲੱਗਦਾ ਹੈ ਕਿ ਇੱਕ ਸਾਡੇ ਸਾਹਮਣੇ ਇੱਕ ਬਹੁਤ ਵੱਡਾ ਆਲਮੀ ਸੰਕਟ ਆਇਆ ਖੜਾ ਹੈ, ਔਰ ਕਿਸੇ ਤਰ੍ਹਾਂ ਰੱਬ ਨੇ ਪੰਜਾਬ ਨੂੰ ਉਸ ਆਲਮੀ ਸੰਕਟ ਨੂੰ ਨਿਖੇੜਨ ਦਾ ਜ਼ਰੀਆ ਬਣਾਇਆ ਸਾਡੇ ਸਾਰੇ ਸਾਹਮਣੇ। ਮੈਂ ਜਿਹੜਾ ਸੰਕਟ ਹੈ, ਮੈਂ ਸੰਕਟ ਫਾਰਮਿੰਗ ਨਹੀਂ ਕਹਿ ਸਕਦਾ, ਮੈਨੂੰ ਇਉਂ ਲੱਗਦਾ ਕਿ ਇਹ ਕੁਦਰਤੀ ਸੰਕਟ ਹੈ, ਔਰ ਉਹ ਕੁਦਰਤੀ ਸੰਕਟ ਜਿਹੜਾ ਹੈ ਉਸ ਦੇ ਉਹਦਾ ਵੀ ਇੱਕ ਪਿਛੋਕੜ ਹੈ। ਉਹਦਾ ਪਿਛੋਕੜ ਬਗੈਰ ਸਮਝੇ ਅਸੀਂ ਜੇ ਅੱਜ ਇਸ ਰੇੜਕੇ ਦੀ, ਇਸ ਰੱਟੇ ਨੂੰ ਨਿਬੇੜਨ ਦੀ ਗੱਲ ਕਰੀਏ ਤੇ ਮੈਨੂੰ ਲੱਗਦਾ ਨਹੀਂ ਹੋ ਸਕਣਾ। ਅਸਲੀ ਸਵਾਲ ਮੇਰੀ ਜਾਚੇ ਹੈ ਕਿ ਕੁਦਰਤ ਦਾ ਐਸਾ ਘਾਣ ਪੰਜਾਬ ਦੇ ਵਿੱਚ ਕਿਉਂ ਔਰ ਕਿਵੇਂ ਹੋਇਆ, ਕਿਉਂ ਇੱਥੋਂ ਦੇ ਵਾਸੀਆਂ ਨੂੰ ਪਿਛਲੇ 30 ਵਰ੍ਹਿਆਂ ਤੋਂ, 40 ਵਰ੍ਹਿਆਂ ਤੋਂ ਆ ਹੁੰਦਾ ਨਹੀਂ ਦੱਸਿਆ। ਜਿਨ੍ਹਾਂ ਲੋਕਾਂ ਨੇ ਇਸ ਦੀ ਗੱਲ ਕੀਤੀ ਉਹ ਅੱਜ ਇਸ ਦੇ ਵਿਲਨ ਬਣੇ ਪਏ ਹੈ। ਜਿਹੜੇ ਆਪਣਾ ਸਰਕਾਰ ਕਹਿੰਦੀ ਹੈ ਕਿ ਦਰਅਸਲ ਆ ਜਿਹੜਾ ਇੱਕ ਪਾਣੀ ਦਾ ਸੰਕਟ ਹੈ, ਆ ਜਿਹੜਾ ਕੁਦਰਤ ਦਾ ਸੰਕਟ ਹੈ, ਜੇ ਆਪਾਂ ਉਹਨਾਂ ਦੀ ਇਸ ਗੱਲ ਨੂੰ ਅਸੀਂ ਲਾਂਭੇ ਵੀ ਕਰੀਏ, ਪਰ ਅਸੀਂ ਪੂਰੀ ਤਰ੍ਹਾਂ ਲਾਂਭੇ ਵੀ ਨਹੀਂ ਕਰ ਸਕਦੇ। ਇਸ ਦੇ ਵਿੱਚ ਵੀ ਇੱਕ ਤੱਤ ਹੈ ਵੇ ਮੇਰੀ ਜਾਚੇ, ਉਹ ਮੈਨੂੰ ਇਉਂ ਲੱਗਦਾ ਹੈ ਕਿ ਜਿਹੜਾ ਪੰਜਾਬ ਦੇ 109 ਬਲਾਕਾਂ ਦੇ ਵਿੱਚ 82% ਪੰਜਾਬ ਦੇ ਬਲਾਕਾਂ ਦੇ ਵਿੱਚ ਜਿਹੜਾ ਪਾਣੀ ਦੀ ਘਾਟ ਹੋਈ ਹੈ, ਉਹਦੇ ਵਾਸਤੇ ਕਿਸੇ ਨਾ ਕਿਸੇ ਦੀ ਜ਼ਿੰਮੇਵਾਰੀ ਗਰਦਾਨਣੀ ਬਣਦੀ ਹੈ। ਉਸ ਦੀ ਜ਼ਿੰਮੇਵਾਰੀ ਕਿਸੇ ਦੇ ਸਿਰ ਲਾਇਆ, ਕਿਸੇ ਨੂੰ
ਕਿਸੇ ਨੂੰ ਅਕਾਊਂਟੇਬਲ ਬਣਾਏ ਬਗੈਰ ਅਸੀਂ ਅੱਗੇ ਨਹੀਂ ਤੁਰ ਸਕਦੇ। ਪੰਜਾਬ ਦੇ ਵਿੱਚ ਪੰਜਾਬ ਦਾ 90% ਜਿਹੜਾ ਏਰੀਆ ਉਹ ਸ਼ਾਇਦ ਝੋਨਾ ਸਪੋਰਟ ਨਹੀਂ ਕਰ ਸਕਦਾ। ਮੇਰਾ ਏਰੀਆ ਅੰਮ੍ਰਿਤਸਰ, ਗੁਰਦਾਸਪੁਰ, ਸ਼ਾਇਦ ਇਹ ਕੱਲੀਆਂ 2 ਡਿਸਟ੍ਰਿਕਟਸ ਨੇ ਜਿਨ੍ਹਾਂ ਦੇ ਵਿੱਚ ਬਾਸਮਤੀ ਲੱਗ ਸਕਦਾ ਹੈ, ਝੋਨਾ ਲੱਗ ਸਕਦਾ ਹੈ। ਪਰ ਮੈਨੂੰ ਇਉਂ ਲੱਗਦਾ ਹੈ ਕਿ ਸ਼ਾਇਦ ਆਪਣਾ ਮਾਲਵਾ ਜਿਹੜਾ ਬਹੁਤਾ ਰੇਤੀਲਾ ਬਰੇਤਾ ਇਲਾਕਾ, ਇਸ ਦੇ ਵਿੱਚ ਝੋਨਾ ਲਾਉਣਾ ਕੁਦਰਤ ਦੇ ਨਾਲ ਸ਼ਾਇਦ ਕਹਿਰ ਸੀ। ਅਸੀਂ ਇਸ ਦੇ ਵਿੱਚ ਆਪਣੇ ਪ੍ਰਿਵਿਲੇਜ, ਆਪਣੀਆਂ ਪ੍ਰਾਇਓਰਿਟੀਜ਼, ਅਸੀਂ ਇਹਨਾਂ ਨੂੰ ਸਾਹਮਣੇ ਰੱਖਿਆ ਔਰ ਜਿਹੜਾ ਕੁਦਰਤ ਦਾ ਕੋਈ ਬੈਲੈਂਸ ਸੀ ਅਸੀਂ ਉਹਦੇ ਵੱਲ ਖਿਆਲ ਨਹੀਂ ਕੀਤਾ। ਪਰ ਗੱਲ ਕੱਲੀ ਇੰਨੀ ਵੀ ਨਹੀਂ ਹੈ। ਜੇ ਅਸੀਂ ਆਖੀਏ ਕਿ ਕੁਦਰਤ ਦਾ ਘਾਣ ਅਸੀਂ ਕੀਤਾ ਔਰ ਅਸੀਂ ਇਸ ਦੇ ਵਾਸਤੇ ਜ਼ਿੰਮੇਵਾਰ ਹਾਂ, ਪਰ ਮੈਨੂੰ ਲੱਗਦਾ ਗੱਲ ਇੰਨੀ ਸੌਖੀ ਵੀ ਨਹੀਂ। ਇਸ ਆ ਜਿਹੜੀ ਗੁੰਝਲਦਾਰ ਪਹੇਲੀ ਹੈ ਗੋਰਖ ਧੰਦਾ, ਮੈਨੂੰ ਇਉਂ ਲੱਗਦਾ ਹੈ ਕਿ ਜਿਹੜੀ ਕੋਲੋਨਾਈਜ਼ੇਸ਼ਨ ਹੈ, ਕੋਲੋਨਾਈਜ਼ੇਸ਼ਨ ਵਰਗਾ ਜਿਹੜਾ ਵੱਡਾ ਇਵੈਂਟ ਹੈ, ਬਗੈਰ ਇਸ ਨੂੰ ਸਮਝਿਆ ਔਰ ਬਗੈਰ ਉਸ ਨੂੰ ਹਜ਼ਮ ਕੀਤਿਆਂ ਆਪਾਂ ਅੱਗੇ ਨਹੀਂ ਤੁਰ ਸਕਦੇ। ਔਰ ਮੈਨੂੰ ਇਉਂ ਲੱਗਦਾ ਜਿੰਨਾ ਮੈਂ ਲਿਟਰੇਚਰ ਹੁਣ ਨਵਾਂ ਪੜ੍ਹ ਰਿਹਾ ਔਰ ਜਿਸ ਤਰ੍ਹਾਂ ਉਸ ਨੂੰ ਡਾਈਜੈਸਟ ਕਰਨ ਵਾਸਤੇ ਇੱਕ ਮਾਡਰਨ ਸਕਾਲਰਸ਼ਿਪ ਉਹਦੇ ਵੱਲ ਇਸ਼ਾਰਾ ਕਰ ਰਹੀ ਹੈ, ਸੁਝਾਅ ਦੇ ਰਹੀ ਹੈ, ਉਹਨਾਂ ਤੋਂ ਸਾਨੂੰ ਥੋੜ੍ਹੀ ਜਿਹੀ ਸੇਧ ਲੈਣ ਦੀ ਲੋੜ ਹੈ। ਪੰਜਾਬ ਹੁਣ ਆਪਣੇ ਆਪ ਨੂੰ ਕੋਲੋਨਾਈਜ਼ਰ ਦੇ ਦਿੱਤੇ ਚਸ਼ਮਿਆਂ ਰਾਹੀਂ ਹੀ ਵੇਖਦਾ ਹੈ। ਸਾਡੇ ਕੋਲ ਆਪਣੇ ਆਪ ਨੂੰ ਵੇਖਣ ਵਾਲੇ ਚਸ਼ਮੇ ਸ਼ਾਇਦ ਅਸੀਂ ਪਾਸੇ ਕਰਤੇ ਨੇ। ਉਹ ਚਸ਼ਮਾ ਕੀ ਸੀ? ਇਹਨਾਂ ਦਾ ਚਸ਼ਮਾ ਕੀ ਹੈ? ਇਹਨਾਂ ਦਾ ਚਸ਼ਮਾ ਔਰ ਸਾਡੇ ਚਸ਼ਮੇ ਦੇ ਵਿੱਚ ਜਿਹੜਾ ਇੱਕ ਮੈਂ ਸਭ ਤੋਂ ਵੱਡਾ ਇੱਕ ਫਰਕ ਵੇਖਦਾ ਉਹ ਹੈ ਜਿਹੜਾ ਵੈਸਟਰਨ ਤਰੀਕਾ, ਉਹ ਬਹੁਤਾ ਉਹ ਇੰਟੈਲੈਕਟ ਨੂੰ ਸਾਹਮਣੇ ਰੱਖਦਾ। ਉਹ ਇੰਟੈਲੈਕਚੁਅਲ ਡਿਸਕਵਰੀ ਕਰਨਾ ਚਾਹੁੰਦਾ ਹੈ, ਇੰਟੈਲੈਕਚੁਅਲ ਆਬਜ਼ਰਵੇਸ਼ਨ ਕਰਨੀ ਚਾਹੁੰਦਾ। ਔਰ ਜਿਹੜਾ ਸਾਡਾ ਦੇਸੀ ਤਰੀਕਾ, ਜਿਹੜਾ ਸਾਡਾ ਪੰਜਾਬੀ ਤਰੀਕਾ, ਮੈਨੂੰ ਇਉਂ ਲੱਗਦਾ, ਹੋ ਸਕਦਾ ਹੈ ਦੂਸਰੇ ਸੱਜਣ ਇਹਦੇ ਨਾਲ ਇਤਫਾਕ ਨਾ ਰੱਖਣ, ਪਰ ਉਹ ਇੱਕ ਇੰਟੂਏਸ਼ਨ ਦਾ ਰਸਤਾ ਹੈ। ਅਸੀਂ ਇੰਟੂਏਟ ਕਰਦੇ ਹਾਂ ਰਿਐਲਿਟੀ, ਅਸੀਂ ਇੰਟੂਏਟ ਕਰਦੇ ਹਾਂ ਅਸੀਂ ਅੱਗੇ ਕਿੱਥੇ ਜਾਣਾ, ਅਸੀਂ ਇੰਟੂਏਟ ਕਰਦੇ ਹਾਂ ਸਾਡਾ ਪਿਛੋਕੜ ਕੀ ਸੀ। ਮੈਨੂੰ ਮਹਿਸੂਸ ਹੁੰਦਾ ਕਿ ਜਿਹੜਾ ਸੰਕਟ ਅਸੀਂ ਇਸ ਵੇਲੇ ਮਾਡਰਨ ਫਿਜ਼ਿਕਸ ਦੇ ਵਿੱਚ ਦੇਖਦੇ ਹਾਂ, ਜਿਹੜਾ ਕਿ ਕਹਿੰਦਾ ਕਿ ਇਲੈਕਟ੍ਰੋਨ ਜਿਹੜਾ ਹੈ, ਜਦੋਂ ਕੁਆਂਟਮ ਲੈਵਲ ਦੇ ਉੱਤੇ ਤੁਸੀਂ ਇਲੈਕਟ੍ਰੋਨ ਤੱਕ ਪਹੁੰਚ ਜਾਂਦੇ, ਰਿਐਲਿਟੀ ਦਾ ਜਿਹੜਾ ਇਹਨਾਂ ਦਾ ਪ੍ਰਬੰਧ ਹੈ, ਉਸ ਦੇ ਵਿੱਚ ਇਲੈਕਟ੍ਰੋਨ ਜਿਹੜਾ ਉਹ ਇੱਕ ਮੂਲ ਇਕਾਈ ਹੈ ਇਹਨਾਂ ਦੀ ਰਿਐਲਿਟੀ ਦੀ। ਉਹ ਇਲੈਕਟ੍ਰੋਨ ਕਿੱਥੋਂ ਆਉਂਦਾ ਹੈ, ਕਿੱਥੇ ਜਾਂਦਾ ਹੈ, ਇਸ ਦੇ ਬਾਰੇ ਇਹਨਾਂ ਦੀ ਕੋਈ ਰਾਏ ਨਹੀਂ ਬਣ ਰਹੀ। ਉਹ ਜਿਹੜਾ ਇੱਕ ਸਟੈਂਡਰਡ ਆਇਨਸਟਾਈਨੀਅਨ ਮਾਡਲ ਸੀਗਾ, ਉਹ ਇੱਥੇ ਆ ਕੇ ਫੇਲ ਹੋ ਗਿਆ। ਔਰ ਉਸ ਦੇ ਇਸ ਫੇਲੀਅਰ ਦੀ ਅਸੀਂ ਤਸਵੀਰ ਸਾਡੇ ਸਭ ਤੋਂ ਨੇੜੇ ਦੇ ਸਮੁੰਦਰ ਦੇ ਵਿੱਚ ਵੇਖਦੇ ਹਾਂ, ਸਾਡੇ ਸਭ ਤੋਂ ਦੂਰ ਦੇ ਪੁਲਾੜ ਵਿੱਚ ਵੇਖਦੇ ਹਾਂ। ਦੋਵੇਂ ਜਿਹੜੇ ਨੇ ਉਹ ਅਲੂਦੇ ਗਏ ਆ, ਦੋਵੇਂ ਜਿਹੜੇ ਨੇ ਰੂੜੀ ਦੇ ਢੇਰ ਬਣ ਗਏ ਆ। ਜੇ ਆਪਾਂ ਵੈਸਟਰਨ ਮੋਡ ਆਫ ਥਿੰਕਿੰਗ ਦਾ ਸਕਸੈਸ ਜਾਂ ਫੇਲੀਅਰ ਜੱਜ ਕਰਨਾ, ਉਹ ਅਸੀਂ ਅੱਜ ਦੇ ਆਲਮੀ ਸੰਕਟ ਤੋਂ ਵੱਖਰਾ ਕਰਕੇ ਨਹੀਂ ਕਰ ਸਕਦੇ। ਜੇ ਵੈਸਟ ਸਹੀ ਹੈ ਤੇ ਸਾਡੀ ਰਿਐਲਿਟੀ ਚੰਗੀ ਹੋਣੀ ਚਾਹੀਦੀ ਸੀ, ਸਾਡੀ ਕਲਾਈਮੇਟ ਚੇਂਜ ਨਹੀਂ ਸੀ ਹੋਣੀ ਚਾਹੀਦੀ, ਅਸੀਂ ਅਪੋਕਲਿਪਸ ਦੇ, ਅਸੀਂ ਪਰਲੋ ਦੇ ਕਗਾਰ ਤੇ ਨਹੀਂ ਹੋਣੇ ਚਾਹੀਦੇ ਸੀ। ਪਰ ਹੁਣ ਜਦੋਂ ਅਸੀਂ ਪਰਲੋ ਦੇ ਕਗਾਰ ਤੇ ਪਹੁੰਚ ਗਏ ਹਾਂ, ਤੇ ਬਹੁਤ ਜ਼ਰੂਰੀ ਹੈ ਕਿ ਆਪਾਂ ਇਸ ਨੂੰ ਨਵੇਂ ਸਿਰਿਓਂ ਸਮਝੀਏ। ਅਸੀਂ ਇਸ ਨੂੰ we'll have to go back to the beginning, ਔਰ ਅਸੀਂ ਮੁੱਢ ਕਦੀਮ ਤੇ ਹੀ ਸਾਨੂੰ ਜਾਣਾ ਪਏਗਾ। ਸ਼ਾਇਦ ਹੋ ਸਕਦਾ ਪੰਜਾਬ ਨੂੰ ਗੁਰੂਆਂ ਤੋਂ ਹੁੰਦੇ ਹੋਏ, ਰਾਜਾ ਸਲਵਾਨ ਤੋਂ ਹੁੰਦੇ ਹੋਏ, ਬੋਧੀਆਂ ਤੋਂ, ਜੈਨਾਂ ਤੋਂ ਹੁੰਦੇ ਹੋਏ ਮੇਹਰਗੜ੍ਹ ਤੱਕ ਦਾ ਸਫ਼ਰ ਤੈਅ ਕਰਨਾ ਪਵੇ। ਹੋ ਸਕਦਾ ਹੈ ਜਿਹੜੀ ਸਾਡੀ ਕੱਲ ਦੀ ਨੁਹਾਰ ਹੈ ਉਹ ਸਾਡੇ ਪਿਛੋਕੜ ਚ ਪਈ ਹੋਵੇ। ਹੋ ਸਕਦਾ ਹੈ ਮੇਹਰਗੜ੍ਹ ਦੀ ਜਿਹੜੀ ਤਾਂਬੇ ਦੀ ਬਣੀ ਲੰਮੀ ਮੁਟਿਆਰ ਦਾ ਜਿਹੜਾ ਸਕਲਪਚਰ ਹੈ, ਮੂਰਤ ਹੈ, ਸ਼ਾਇਦ ਉਸ ਦੇ ਵਿੱਚੋਂ ਸਾਡੇ ਅੱਗੇ ਵਾਸਤੇ
ਕੋਈ ਤਾਕੀ ਖੁੱਲੇ। ਮੈਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਮੇਹਰਗੜ੍ਹ, ਮੋਹਿੰਜੋਦਾੜੋ, ਹੜੱਪਾ, ਇਹਨਾਂ ਨੂੰ ਸਮਝਣਾ ਆਪਣੇ ਆਪ ਨੂੰ ਸਮਝਣ ਦੇ ਬਰਾਬਰ ਹੈ। ਇਸ ਸੱਭਿਅਤਾ ਦੀ ਜੇ ਆਪਾਂ ਗੱਲ ਕਰੀਏ, ਇਸ ਦੇ ਵਿੱਚ ਬਹੁਤ ਸੋਹਣਾ ਤਰਤੀਬਵਾਰ ਸ਼ਹਿਰ ਹੈ। ਇਸ ਦੇ ਵਿੱਚ ਜਿਹੜੇ ਈਕੋਸਿਸਟਮ ਦੇ ਵਿੱਚ ਉਹ ਰਹਿੰਦਾ ਹੈ, ਉਹ ਬੇਸਡ ਹੈ, ਉਸਦੇ ਔਰ ਉਸਦੇ ਵਿਚਕਾਰ ਹੱਦਾਂ ਬੜੀਆਂ ਛੋਟੀਆਂ ਨੇ, ਟੱਪ ਕੇ ਕੋਈ ਵੀ ਆ ਸਕਦਾ। ਡੰਗਰ ਚਾਰਨ ਵਾਲੇ ਉਹ ਸ਼ਹਿਰ ਦੇ ਵਿੱਚ ਆਉਂਦੇ ਨੇ, ਉਹ ਸ਼ਹਿਰ ਵਾਲਿਆਂ ਨਾਲ ਲੈਣਾ ਦੇਣਾ ਕਰਦੇ ਨੇ, ਉਹ ਚਲੇ ਜਾਂਦੇ ਨੇ। ਉਸ ਸ਼ਹਿਰ ਦੇ ਵਿੱਚ ਕੋਈ ਰਾਜਿਆਂ ਦੇ ਮਹਿਲ ਨਹੀਂ ਹੈਗੇ, ਕੋਈ ਸਲਮਸ ਵੀ ਨਹੀਂ ਹੈਗੇ। ਇਨਫੈਕਟ ਕੋਈ ਬਹੁਤ ਜ਼ਿਆਦਾ ਵਾਧ ਘਾਟ ਵਾਲੇ ਰਹਿਣ ਦੇ ਤੁਹਾਨੂੰ ਕੋਈ ਪੈਲੇਸਿਸ ਵੀ ਨਹੀਂ ਮਿਲਦੇ, ਤੁਹਾਨੂੰ ਕੋਈ ਹਵੇਲੀਆਂ ਵੀ ਇਹੋ ਜਿਹੀਆਂ ਨਹੀਂ ਮਿਲਦੀਆਂ ਜਿਹਦੇ ਵਿੱਚ ਇਹ ਪਤਾ ਲੱਗੇ ਕਿ ਇੱਥੋਂ ਦੇ ਲੋਕਾਂ ਦੇ ਵਿੱਚ ਆਮਦਨੀ ਦੇ ਪੱਖੋਂ ਬਹੁਤ ਫਰਕ ਹੋਵੇਗਾ। ਜਿਹੜੀ ਲਾਰਜਲੀ ਜਿਹੜੀ ਤਸਵੀਰ ਉੱਭਰ ਰਹੀ ਹੈ, ਜਿਹੜੀ ਮਾਡਰਨ ਸਕਾਲਰਸ਼ਿਪ ਉਹਨਾਂ ਨੂੰ ਵੇਖ ਕੇ ਜਿਹੜੇ ਕਿਆਸ ਲਾ ਰਹੀ ਹੈ, ਔਰ ਮੇਰੇ ਖਿਆਲ ਨਾਲ ਕਾਫੀ ਠੋਕ ਵਜਾ ਕੇ ਲਾ ਰਹੀ ਹੈ, ਉਹ ਇਹ ਵੇ ਕਿ ਆ ਇੱਕ ਬਹੁਤ ਆਜ਼ਾਦ ਮਗਜ਼, ਆਜ਼ਾਦ ਤਬੀਅਤ ਸ਼ਹਿਰ ਸਨ। ਇਹਨਾਂ ਨੂੰ ਜਦੋਂ ਤੁਸੀਂ ਕੰਪੇਅਰ ਕਰਦੇ ਹੋ ਇਸ ਵੇਲੇ ਦੇ, ਜਦੋਂ ਤੁਸੀਂ ਮਿਸਰ ਦੀਆਂ ਤਹਿਜ਼ੀਬਾਂ ਵੇਖਦੇ ਹੋ, ਮਿਸਰ ਦੇ ਸ਼ਹਿਰ ਵੇਖਦੇ ਹੋ, ਉਹਨਾਂ ਦੇ ਵਿੱਚ ਤੁਹਾਨੂੰ ਰਾਜੇ ਦਿਸਦੇ ਨੇ, ਉਹਨਾਂ ਤੁਹਾਨੂੰ ਅਮੀਰ ਦਿਸਦੇ ਨੇ, ਗਰੀਬ ਦਿਸਦੇ ਨੇ, ਮੰਗਤੇ ਦਿਸਦੇ ਨੇ, ਔਰ ਤੁਹਾਨੂੰ ਹੋਰ ਸਾਰੀਆਂ ਉਹ ਚੀਜ਼ਾਂ ਦਿਸਦੀਆਂ ਜਿਹੜੀਆਂ ਅੱਜ ਅਸੀਂ ਵੇਖਦੇ ਹਾਂ। ਪਰ ਜਦੋਂ ਤੁਸੀਂ ਨਿਰੇ ਪੰਜਾਬ ਦੇ ਪੁਰਾਣੇ ਸ਼ਹਿਰਾਂ ਵੱਲ, ਪੁਰਾਣੀਆਂ ਥਿਆਂ ਦਾ ਜਦੋਂ ਤੁਸੀਂ ਉਹਨਾਂ ਦਾ ਅਧਿਐਨ ਕਰਦੇ ਜੇ, ਉਸ ਦੇ ਵਿੱਚ ਸਾਨੂੰ ਇੱਕ expectation of decency, expectation of individual freedom ਦਿਸਦੀ ਹੈ। ਉਹ ਜਿਹੜੀ ਕੁੜੀ ਹੈ, ਜਿਸ ਦੀ ਸ਼ਾਇਦ ਤਸਵੀਰ ਤੁਸੀਂ ਵੀ ਦੇਖੀ ਹੋਵੇ, ਤਾਂਬੇ ਦੀ ਬਣੀ ਹੈ, ਮੁਟਿਆਰ ਹੈ, 16-17 ਵਰਿਆਂ ਦੀ ਹੈ ਵੇ, ਔਰ ਤਕਰੀਬਨ ਅਲਫ ਨੰਗੀ ਹੈ, ਔਰ ਉਸਨੇ ਆਮ ਆਪਣੇ ਮਾਹੌਲ ਤੋਂ ਮਿਲਦੀਆਂ ਜੁਲਦੀਆਂ ਚੀਜ਼ਾਂ ਨੂੰ ਉਹਨਾਂ ਦੀ ਗੰਢ ਤੁੱਪ ਕਰਕੇ ਕੋਈ ਮਾਲਾ ਬਣਾ ਰੱਖੀ ਹੈ, ਤੇੜ, ਉਸਨੇ ਛੋਟੀ ਸਕਰਟ ਪਾ ਰੱਖੀ ਹੈ, ਔਰ ਉਸਨੇ ਜਿਹੜਾ ਆਮ ਧਾਤ ਜਿਹੜੀ ਛੇਤੀ ਬਣ ਸਕਦੀ ਹੈ ਉਸਨੇ ਗਹਿਣੇ ਪਾ ਰੱਖੇ। ਸੋ ਕਹਿਣ ਦਾ ਮਤਲਬ ਹੈ, ਜੇ ਉਹ ਕੁੜੀ ਪੰਜਾਬ ਹੈ, ਜੇ ਉਹ ਕੁੜੀ ਨੂੰ ਜੇ ਆਪਾਂ ਪੰਜਾਬ ਦੀ ਇੱਕ ਕੋਈ ਮੂਲ ਇਕਾਈ ਕੁਝ ਦੇਰ ਵਾਸਤੇ ਆਪਾਂ ਤਸੱਵਰ ਕਰੀਏ, ਤੇ ਉਹ ਪੰਜਾਬ ਜਿਹੜਾ ਹੈ ਉਹ ਬੜਾ ਆਜ਼ਾਦ ਮਗਜ਼ ਪੰਜਾਬ ਹੈ। ਉਹ ਪੰਜਾਬ ਧਰਤੀ ਨੂੰ ਪਿਆਰ ਕਰਨ ਵਾਲਾ ਪੰਜਾਬ ਹੈ। ਉਸ ਦੇ ਵਿੱਚ ਔਰ ਧਰਤੀ ਦੇ ਵਿੱਚ ਤਕਰੀਬਨ ਫਰਕ ਨਹੀਂ ਹੈ। ਇਨਫੈਕਟ ਉਹ ਜਿਹੜਾ ਹੈ ਉਹ ਸਾਡੇ ਅਧਿਆਤਮਕ ਦਰਸ਼ਨ ਦੇ ਬਹੁਤ ਕਰੀਬ ਪਹੁੰਚਦਾ, ਜਿਸ ਦੇ ਵਿੱਚ ਅਸੀਂ ਕਹਿੰਦੇ ਤੂੰ ਪੂਰ ਰਹੇ ਹੋ ਸਭ ਸਮਾਨ, ਵੇਦ ਪੁਰਾਣ ਸਭ ਦੇਖੇ ਸੋਏ ਉਹਾਂ ਤੋਂ ਜਾਈਏ ਜੋ ਇਹੋ ਨਾ ਹੋਏ, ਰਾਮਾਨੰਦ ਜੀ ਕਹਿੰਦੇ ਨੇ। ਔਰ ਪੰਜਾਬੀਅਤ ਦੇ ਵਿੱਚ ਅਸੀਂ ਰੱਬ ਨੂੰ ਕਣ ਕਣ ਚ ਵੇਖਣਾ, ਇਹ ਬਾਬਾ ਫਰੀਦ ਵੀ ਕਹਿੰਦੇ ਨੇ, ਗੁਰੂ ਨਾਨਕ ਵੀ ਕਹਿੰਦੇ ਨੇ, ਹਜ਼ਰਤ ਸੁਲਤਾਨ ਬਾਹੂ ਵੀ ਕਹਿੰਦੇ ਨੇ, ਬੁੱਲੇ ਸ਼ਾਹ ਵੀ ਕਹਿੰਦਾ। ਉਹ ਇਸ ਅਧਿਆਤਮਕ ਦਰਸ਼ਨ ਨੂੰ ਪਰਸੋਨੀਫਾਈ ਕਰਦੀ ਹੋਈ ਇਸ ਦਾ ਇੱਕ ਮੁਜੱਸਮਾ ਸਾਨੂੰ ਮੇਹਰਗੜ੍ਹ ਔਰ ਮੋਹਿੰਜੋਦਾੜੋ, ਹੜੱਪਾ ਔਰ ਇਹਨਾਂ ਸਭ ਥਿਆਂ ਦੇ ਵਿੱਚ ਮਿਲ ਰਹੇ ਨੇ, ਅੱਜ ਵੀ ਮਿਲ ਰਹੇ ਨੇ। ਅਸੀਂ ਪੰਜਾਬੀਏ ਮੇਰੇ ਹਿਸਾਬ ਸਿਰ ਇੱਕ ਬਹੁਤ ਕਮਾਲ ਦੇ ਸੂਬੇ ਦੇ ਵਿੱਚ, ਬਹੁਤ ਕਮਾਲ ਦੇ ਭੂਗੋਲ ਨੂੰ ਆਕਿਊਪਾਈ ਕਰਦੇ ਹਾਂ। ਸਾਨੂੰ ਖਾਣਾ ਉਗਾਉਣ ਵਾਸਤੇ ਬਹੁਤ ਜ਼ਿਆਦਾ ਮਿਹਨਤ ਨਹੀਂ ਕਰਨੀ ਪੈਂਦੀ। ਮੇਰੇ ਪਿਤਾ ਜੀ ਕਿਹਾ ਕਰਦੇ ਸੀ ਕਿ ਅਸੀਂ ਤਾਂ ਆਪਣਾ ਪਿਛਲੇ ਸੀਜ਼ਨ ਦੀ ਕਣਕ ਫੜ ਕੇ ਬਸ ਛੱਟਾ ਦਿਆ ਕਰਦੇ ਸੀ ਤੇ ਉਗ ਪੈਂਦਾ ਸੀ। ਕਹਿੰਦਾ ਆ ਤਾਂ ਅਸੀਂ ਰੇਸ ਸਪਰੇ ਵਾਲੀ ਤਾਂ ਕਦੀ ਅਸੀਂ ਸੋਚ ਵੀ ਨਹੀਂ ਸੀ ਸਕਦੇ। ਪੰਜਾਬ ਜ਼ਰਖੇਜ਼ ਇਲਾਕਾ ਹੈ, ਇੱਥੇ ਬਹੁਤ ਮਿਹਨਤ ਮੁਸ਼ੱਕਤ ਕਰਨ ਦੀ ਲੋੜ ਨਹੀਂ ਹੈ। ਪੰਜਾਬ ਖੁੱਲਾ ਇਲਾਕਾ, ਇੱਥੇ ਕੋਈ ਵੀ ਆ ਸਕਦਾ। ਪੰਜਾਬ ਦੋ ਪੁਰਾਣੀਆਂ ਤਹਿਜ਼ੀਬਾਂ ਦੇ ਵਿਚਕਾਰ ਹੈ। ਇੱਕ ਪਾਸੇ ਗੰਗਾ ਪਾਰ ਦੀ ਤਹਿਜ਼ੀਬ ਹੈ, ਦੂਜੇ ਪਾਸੇ ਅਫਗਾਨਿਸਤਾਨ ਪਾਰ ਦੀ ਤਹਿਜ਼ੀਬ ਹੈ, ਈਰਾਨ ਹੈ।
ਜੇ ਆਪਾਂ ਮੋਹਿੰਜੋਦਾੜੋ ਨੂੰ ਸਮਝਣਾ ਚਾਹਾਂਗੇ, ਹੜੱਪਾ ਨੂੰ ਸਮਝਣਾ ਚਾਹਾਂਗੇ, ਤੇ ਸਾਨੂੰ ਈਰਾਨ ਦੀ ਟਪੇ ਟੇਕ ਤਹਿਜ਼ੀਬ ਨੂੰ ਵੀ ਨਾਲ ਸਮਝਣਾ ਪਏਗਾ। ਮੋਹਿੰਜੋਦਾੜੋ ਹੜੱਪਾ ਦੀ ਸਕ੍ਰਿਪਟ ਰਾਈਟ ਟੂ ਲੈਫਟ ਹੈ। ਬੜੀ ਇੱਕ ਕਮਾਲ ਦੀ ਗੱਲ ਹੈ ਜਿਹੜੀ ਕਿ ਅੱਜ ਤੱਕ ਅਸੀਂ ਡਿਸਾਈਫਰ ਨਹੀਂ ਕਰ ਸਕੇ ਹਾਂ। ਤੁਸੀਂ ਦੇਖ ਲਓ ਫਾਰਸੀ ਜਿਹੜੀ ਹੈ ਉਹ ਵੀ ਰਾਈਟ ਟੂ ਲੈਫਟ ਹੈ, ਪਰ ਨਾਲ ਦੇ ਨਾਲ ਸਾਨੂੰ ਇਸ ਦੇ ਵਿੱਚ ਇੱਕ ਯੋਗਿਕ ਪੋਰਸ਼ਨ, ਯੋਗਿਕ ਆਸਨ ਦੇ ਵਿੱਚ ਬੈਠਾ ਰਾਜਾ ਵੀ ਮਿਲਦਾ ਹੈ ਸਾਨੂੰ, ਜਿਹਨੂੰ ਅਸੀਂ ਕਹਿ ਸਕਦੇ ਹਾਂ ਸ਼ਾਇਦ ਪਸ਼ੂਪਤੀਨਾਥ ਹੈ, ਜਾਂ ਇੱਕ ਐਸਾ ਕੋਈ ਪੰਚ ਹੈ ਜਿਹਦੇ ਆਸ-ਪਾਸ ਅਸੀਂ ਜਾਨਵਰ ਵੇਖ ਸਕਦੇ ਹਾਂ, ਕੁਦਰਤ ਵੇਖ ਸਕਦੇ ਹਾਂ, ਔਰ ਉਸ ਨੂੰ ਅਸੀਂ ਇੰਨਾ ਇੰਪੋਰਟੈਂਟ ਜ਼ਰੂਰ ਸਮਝਦੇ ਸੀ ਕਿ ਉਸ ਨੂੰ ਉਸ ਦੀਆਂ ਆਪਾਂ ਸਟੈਂਪਸ ਵੀ ਬਣਾਈਆਂ, ਆਪਾਂ ਉਸ ਦੇ ਹੱਥ ਠੁੱਕੇ, ਮੋਹਰਾਂ ਸਾਰੀਆਂ ਘੜੀਆਂ। ਸੋ ਆ ਦੋ ਤਹਿਜ਼ੀਬਾਂ ਦੇ ਵਿਚਕਾਰ ਇੱਕ ਬੜਾ ਕਮਾਲ ਦਾ ਖਿੱਤਾ ਹੈ ਮੇਰੀ ਜਾਚੇ। ਇਸ ਦੇ ਵਿੱਚ ਸਾਡੀ ਜ਼ਬਾਨ ਦੇ ਵਿੱਚ ਇਹਨਾਂ ਦੋਵਾਂ ਤਹਿਜ਼ੀਬਾਂ ਦਾ ਮੁਜੱਸਮਾ ਦੇਖਣ ਨੂੰ ਮਿਲਦਾ ਹੈ। ਜੇ ਆਪਾਂ ਸੰਸਕ੍ਰਿਤ ਦਾ ਸਭ ਤੋਂ ਪੁਰਾਣਾ ਕੋਈ ਗ੍ਰੰਥ ਜਾਂ ਗ੍ਰਾਮਰ ਦੀ ਗੱਲ ਕਰੀਏ ਤਾਂ ਉਹ ਪਾਣਿਨੀ ਤੋਂ ਬਗੈਰ ਹੋ ਨਹੀਂ ਸਕਦੀ। ਇਨਫੈਕਟ ਪਾਣਿਨੀ ਜਿਹੜਾ ਹੈ ਉਹ ਯੂਰੋਪੀਅਨ ਮਾਡਲ ਲਿੰਗੁਇਸਟਿਕਸ ਨੂੰ ਵੀ ਸਮਝਣ ਦਾ ਸਭ ਤੋਂ ਇੱਕ ਜ਼ਰੂਰੀ ਜ਼ਰੀਆ ਹੈ। ਮਾਡਰਨ ਲਿੰਗੁਇਸਟਿਕਸ ਦੀ ਸ਼ਾਇਦ ਤੇ ਹੋਰ ਸਿਆਣੇ ਵੀ ਬੈਠੇ, ਉਹ ਸ਼ਾਇਦ ਇਹਦੀ ਤਸਦੀਕ ਕਰ ਸਕਣ ਕਿ 19ਵੀਂ ਸਦੀ ਤੋਂ ਪਹਿਲਾਂ ਤਾਂ ਲਿੰਗੁਇਸਟਿਕਸ ਦੀ ਸਟੱਡੀ ਵੀ ਬਹੁਤੀ ਅਸੀਂ ਦੇਖਦੇ ਨਹੀਂ। ਇਨਫੈਕਟ ਜਦੋਂ ਅਸੀਂ ਉਹਨਾਂ ਦੀ ਜਿਹੜੀਆਂ ਮੈਟਾਫਿਜ਼ੀਕਲ ਲੀਪਸ ਨੇ ਉਹ ਵੀ ਹੈਗਲ ਤੋਂ ਸ਼ੁਰੂ ਹੁੰਦੀਆਂ, ਔਰ ਹੈਗਲ ਵੀ ਜਿਹੜਾ ਕਹਿੰਦੇ ਆ ਉਹ ਵੀ ਬਹੁਤ ਜ਼ਿਆਦਾ ਈਸਟ ਇੰਡੀਆ ਕੰਪਨੀ ਨੇ ਜੋ ਪੰਜਾਬ ਤੇ ਕਬਜ਼ਾ ਕੀਤਾ ਜਾਂ ਇੰਡੀਆ ਦੇ ਉੱਤੇ ਉਸਨੇ ਜਦੋਂ ਕਬਜ਼ਾ ਕੀਤਾ, ਤੇ ਉਹ ਇੰਡੀਅਨ ਕਲਾਸਿਕਸ ਦਾ ਇੱਕ ਰਿਐਕਸ਼ਨ ਹੈ। ਅਰਨੈਸਟ ਟਰੰਪ ਦੀ ਪਹਿਲੀ ਅਸੀਂ ਦੇਖ ਲੈਂਦੇ ਜਿਸ ਦੇ ਵਿੱਚ ਉਹ ਸਿੱਖੀਜ਼ਮ ਨੂੰ ਆਲਮੋਸਟ ਰੱਦ ਕਰਦਾ ਹੈ। ਉਹ ਕਹਿੰਦਾ ਇਹਨਾਂ ਦੇ ਵਿੱਚ ਔਰ ਹਿੰਦੂਆਂ ਦੇ ਵਿੱਚ ਕੋਈ ਫਰਕ ਨਹੀਂ ਹੈ। ਫਿਰ ਅਸੀਂ ਇਸ ਦਾ ਰਿਐਕਸ਼ਨ ਦੇਖਦੇ ਹਾਂ, ਅਸੀਂ ਦੇਖਦੇ ਹਾਂ ਕਿ ਕਿਸ ਤਰ੍ਹਾਂ 40-50 ਸਾਲ ਸਿੱਖੀ ਇਸ ਦੇ ਨਾਲ ਤਰਲੋ ਮੱਛੀ ਹੁੰਦੀ ਹੈ। ਫਿਰ ਭਾਈ ਵੀਰ ਸਿੰਘ ਜੀ ਇਸ ਦਾ ਜਵਾਬ ਦਿੰਦੇ ਨੇ, ਔਰ ਅਸੀਂ ਸਿੱਖੀ ਨੂੰ ਇਹ ਹਿਸਟੋਰੀਕਲ ਇੰਡੀਆ ਦੇ ਵਿੱਚੋਂ ਬਾਹਰ ਕੱਢ ਕੇ ਲਿਆਉਂਦੇ। ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਆਹ ਜਿਹੜਾ ਸੰਕਟ ਅਸੀਂ ਅੱਜ ਵੇਖ ਰਹੇ ਹਾਂ, ਇਸ ਦੀਆਂ ਜੜ੍ਹਾਂ, ਇਸ ਦੀਆਂ ਤੰਦਾਂ ਪਿੱਛੇ ਜਾਂਦੀਆਂ। ਪੰਜਾਬ ਜਿਹੜਾ ਇਸ ਨੇ ਕੋਲੋਨਾਈਜ਼ੇਸ਼ਨ ਨੂੰ ਹਜ਼ਮ ਨਹੀਂ ਕੀਤਾ। ਕੋਲੋਨਾਈਜ਼ੇਸ਼ਨ ਦੇ ਕਰਕੇ ਅਸੀਂ ਸਾਡੀ ਜ਼ਬਾਨ ਦੇ ਵਿੱਚ, ਸਾਡੇ ਦਰਸ਼ਨ ਦੇ ਵਿੱਚ ਰਿਲੀਜਨ ਦਾ ਬਹੁਤ ਸਟ੍ਰਿਕਟ ਕੋਈ ਅਰਥ ਨਹੀਂ ਹੈ, ਉਹਦਾ ਕੋਈ ਬਦਲ ਨਹੀਂ ਹੈ, ਉਹਦਾ ਕੋਈ ਸਟ੍ਰਿਕਟ ਇਕਵੀਵਲੈਂਟ ਨਹੀਂ ਹੈ। ਪਰ ਜਦੋਂ ਤੁਹਾਨੂੰ ਆ ਕੇ ਕੋਈ ਪੁੱਛਦਾ ਹੈ ਤੇਰਾ ਰਿਲੀਜਨ ਕੀ ਹੈ, ਸੋ ਸਹਿਜ ਸੁਭਾਏ ਉਸ ਦਾ ਜਵਾਬ ਲੱਭਣਾ ਪੈਂਦਾ। ਸੋ ਤੁਸੀਂ ਇੱਕ ਪਲ ਦੇ ਵਿੱਚ ਤੁਸੀਂ ਰਿਲੀਜਨ ਨਾ ਹੋਣ ਤੋਂ ਰਿਲੀਜਨ ਹੋਣ ਦਾ ਸਫ਼ਰ ਤੈਅ ਕਰ ਲੈਂਦੇ। ਔਰ ਮੈਨੂੰ ਇਉਂ ਲੱਗਦਾ ਹੈ ਕਿ ਕਿਤੇ ਸਿੱਖੀ ਨੇ ਵੀ ਇੱਕ ਇਹੋ ਜਿਹਾ ਸਫ਼ਰ ਤੈਅ ਕੀਤਾ। ਸਿੱਖੀ ਜਿਹੜੀ ਹੈ ਉਹ ਜਿਸ ਤਰ੍ਹਾਂ ਮੈਨੂੰ ਇਉਂ ਲੱਗਦਾ ਕਿ ਅਗੇਨ ਕਿ ਅਸੀਂ ਸਿੱਖੀ ਨੂੰ ਵੀ ਜਿਸ ਤਰ੍ਹਾਂ ਸਮਝਦੇ ਹਾਂ, ਉਸ ਦੇ ਵਿੱਚ ਜਿਹੜੀਆਂ ਵੈਸਟਰਨ ਮੋਡ ਦੀਆਂ ਲਿਮਿਟੇਸ਼ਨਸ ਨੇ ਟੂ ਡਿਸਾਈਫਰ ਰਿਐਲਿਟੀ, ਵਿਚ ਇਜ਼ ਐਸੈਂਸ਼ਲੀ ਉਹ ਓਬਜ਼ਰਵ ਕਰਦੇ ਹੈ ਆਪਣੀ ਫਿਜ਼ਿਕਸ ਦੇ ਵਿੱਚ ਵੀ ਇਲੈਕਟ੍ਰੋਨ ਨੂੰ ਓਬਜ਼ਰਵ ਕਰਦੇ ਨੇ, ਔਰ ਇਲੈਕਟ੍ਰੋਨ ਵੇਵ ਫੰਕਸ਼ਨ ਤੋਂ ਪਾਰਟੀਕਲ ਦਾ ਰੂਪ ਅਖਤਿਆਰ ਕਰਦਾ ਹੈ, ਨਿਰਾਕਾਰ ਤੋਂ ਸਾਕਾਰ ਹੁੰਦਾ ਹੈ। ਇਹਨਾਂ ਦੀ ਇੱਕ ਬਹੁਤ ਵੱਡੀ ਜੱਦੋ-ਜਹਿਦ ਹੈ ਕਿ ਹਰ ਨਿਰਾਕਾਰਤਾ ਨੂੰ ਇਹ ਸਾਕਾਰ ਕਰਨਾ ਚਾਹੁੰਦੇ ਨੇ। ਵੈਸਟ ਐਬਸਟ੍ਰੈਕਸ਼ਨ ਤੋਂ ਬਹੁਤ ਚੱਲਦਾ ਹੈ, ਉਸ ਦੇ ਵਾਸਤੇ ਐਬਸਟ੍ਰੈਕਸ਼ਨ ਇੱਕ ਪ੍ਰੋਬਲਮ ਹੈ। ਸਾਡੇ ਵਾਸਤੇ ਉਹ ਹੱਲ ਹੈ, ਸਾਡੇ ਵਾਸਤੇ ਉਹ ਜਵਾਬ ਹੈ, ਸਾਡੇ ਵਾਸਤੇ ਉਹ ਨਿਸ਼ਾਨਾ ਹੈ, ਉਹ ਟੀਚਾ ਹੈ। ਆ ਇੱਕ ਮੇਨ ਫਰਕ ਜਿਹੜਾ ਵੈਸਟਰਨ ਮੋਡ ਔਰ ਪੰਜਾਬੀ ਮੋਡ ਦੇ ਵਿੱਚ ਮੈਂ ਵੇਖਦਾ। ਮੈਨੂੰ ਲੱਗਦਾ ਸਾਰੀ ਦੀ ਸਾਰੀ ਜਿਹੜੀ ਤਕਲੀਫ ਅਸੀਂ ਇਸ ਵੇਲੇ ਜੋ ਕਿ ਭੋਗ ਰਹੇ ਹਾਂ, ਉਹ ਕਿਤੇ ਨਾ ਕਿਤੇ ਇਹਨਾਂ ਦੋ
ਮੋਡਸ ਦੇ ਟਕਰਾਅ ਦੀ ਹੈ ਵੇ। ਕਿਤੇ ਅਸੀਂ ਆਪਣਾ ਪੁਰਾਣਾ ਮੋਡ ਛੱਡ ਨਹੀਂ ਸਕ ਰਹੇ, ਔਰ ਕਿਤੇ ਨਾ ਕਿਤੇ ਸਾਨੂੰ ਉਸ ਨੂੰ ਇਸ ਨਵੇਂ ਫਰੇਮਵਰਕ ਦੇ ਵਿੱਚ, ਕਨਸੈਪਚੁਅਲ ਫਰੇਮਵਰਕ ਦੇ ਵਿੱਚ ਇੰਪੋਜ਼ ਕਰਨਾ ਪੈ ਰਿਹਾ। ਔਰ ਇਸ ਦਾ ਸਭ ਤੋਂ ਵੱਡਾ ਨੁਕਸਾਨ ਜਿਹੜਾ ਹੋ ਰਿਹਾ ਹੈ ਉਹ ਇਹ ਵੇ ਕਿ ਅਸੀਂ ਜਿਹੜਾ ਸਾਡੀ ਡਿਫਾਲਟ ਤਰਬੀਅਤ ਹੈ, ਅਸੀਂ ਸ਼ਨੈ ਉਹ ਛੱਡੀ ਜਾਂਦੇ ਹਾਂ। ਅਸੀਂ, ਮੈਂ ਪਹਿਲਾਂ ਆਖਿਆ ਕਿ ਅਸੀਂ ਨਿਰਾਕਾਰਤਾ ਦੇ ਨਾਲ ਬਹੁਤ ਸਹਿਜ ਹਾਂ, ਸਾਨੂੰ ਇਸ ਦੇ ਨਾਲ ਕੋਈ ਤਕਲੀਫ ਨਹੀਂ ਹੁੰਦੀ। ਅਸੀਂ ਇਸ ਨੂੰ ਕਿਸੇ ਮੈਥਮੈਟੀਕਲ ਪ੍ਰੋਬਲਮ ਵਾਂਗੂ ਨਹੀਂ ਵੇਖਦੇ। ਅਸੀਂ ਇਹ ਨਹੀਂ ਕਹਿੰਦੇ ਕਿ ਸਾਨੂੰ ਇਸ ਦਾ ਹੱਲ ਕਰਨਾ। ਵੀ ਆਰ ਓਕੇ ਵਿਦ ਇਟ। ਸਾਡਾ ਸਿੱਖੀ ਦਾ ਦਰਸ਼ਨ ਜਿਹੜਾ ਅਖੰਡ ਭਾਰਤੀ ਸੋਚ ਹੈ, ਅਖੰਡ ਭਾਰਤੀ ਦਰਸ਼ਨ, ਜੇ ਆਪਾਂ ਇਸ ਨੂੰ ਵੇਖ ਲਈਏ, ਇਸ ਦੇ ਵਿੱਚ ਵੀ ਨਿਰਾਕਾਰਤਾ ਦੇ ਨਾਲ ਇੱਕ ਸਹਿਜ ਦਿਸਦਾ ਹੈ। ਦੂਜੇ ਪਾਸੇ ਜਿਹੜੀਆਂ ਕੈਟੇਗਰੀਜ਼ ਵੈਸਟਰਨ ਥਾਟ ਦੀਆਂ ਅਸੀਂ ਵੇਖਦੇ ਹਾਂ, ਉਸ ਦੇ ਵਿੱਚ ਉਹ ਇੱਕ ਤਕਰੀਬਨ ਹੈ ਕਿ ਇੱਕ ਟੀਲੀਓਲੋਜੀਕਲ ਇੰਪਲਸ ਹੈ ਕਿ ਕੋਈ ਨਾ ਕੋਈ ਹੱਲ ਕੱਢਣਾ ਹੀ ਹੈ। ਉਹ ਭਾਵੇਂ ਗ੍ਰੀਕ ਦੇਖ ਲਈਏ, ਉਹ ਆਪਾਂ ਜਿਹੜੇ ਇਹਨਾਂ ਦੇ ਕਲਾਸੀਕਲ ਫਿਲੋਸੋਫਰਸ ਹੈ ਉਹਨਾਂ ਨੂੰ ਵੇਖ ਲਈਏ। ਮੇਰੇ ਖਿਆਲ ਨਾਲ ਜਿਹੜਾ ਪਹਿਲਾ ਕੋਈ ਫਿਲੋਸੋਫਰ ਹੈ ਜਿਹੜਾ ਕਿ ਐਬਸਟ੍ਰੈਕਸ਼ਨ ਦੇ ਨਾਲ ਸਹਿਜ ਹੈ ਔਰ ਉਸ ਦੇ ਨਾਲ ਨਜਿੱਠਣ ਦਾ ਕੋਈ ਕਨਸੈਪਚੁਅਲ ਫਰੇਮਵਰਕ ਚੰਗਾ ਸਿਰਜਦਾ, ਸ਼ਾਇਦ ਉਹ ਹਾਈਡੇਗਰ ਹੈ। ਇੱਥੇ ਹੋਰ ਵੀ ਸਿਆਣੇ ਹੋਣਗੇ, ਸ਼ਾਇਦ ਉਹ ਇਸ ਗੱਲ ਦੀ ਜ਼ਿਆਦਾ ਪੜਤਾਲ ਕਰਦੇ ਹੋਣ, ਸ਼ਾਇਦ ਉਹਨਾਂ ਨੂੰ ਮੇਰੇ ਤੋਂ ਜ਼ਿਆਦਾ ਪਤਾ ਹੋ। ਮੈਨੂੰ ਇਉਂ ਲੱਗਦਾ ਹੈ ਕਿ ਜਿਹੜਾ ਸਾਡਾ ਅਜੋਕਾ ਸੰਕਟ ਹੈ, ਉਹ ਸੰਕਟ ਸਾਡੇ ਪੁਰਾਣੇ ਮੋਡ ਨੂੰ ਨਾ ਪਛਾਣ ਦਾ ਸੰਕਟ ਹੈ। ਅਸੀਂ ਇਹ ਭੁੱਲੀ ਬੈਠੇ ਹਾਂ ਕਿ ਸਾਡੇ ਵਿੱਚ ਈਰਾਨ ਵੀ ਹੈ ਵੇ, ਤੇ ਸਾਡੇ ਵਿੱਚ ਵਾਇਨਾਡ ਜਾਂ ਮੱਧ ਪ੍ਰਦੇਸ਼ ਦੇ ਵਿੱਚ ਵਸਣ ਵਾਲਾ ਆਦਿਵਾਸੀ ਵੀ ਹੈ ਵੇ। ਸਾਡੇ ਵਿੱਚ ਭਾਬਰੇ ਵੀ ਹਨ, ਸਾਡੇ ਦੇ ਵਿੱਚ ਜੈਨ ਵੀ ਹਨ, ਸਾਡੇ ਵਿੱਚ ਮੈਸੇਡੋਨੀਅਨਸ ਵੀ ਹਨ, ਸਾਡੇ ਵਿੱਚ ਈਰਾਨੀ ਵੀ ਹਨ। ਔਰ ਜਦੋਂ ਤੱਕ ਅਸੀਂ ਉਸ ਨੂੰ ਇੱਕ ਸਹਿਜ ਰੂਪ ਦੇ ਨਾਲ ਸਵੀਕਾਰ ਨਹੀਂ ਕਰਦੇ, ਮੈਨੂੰ ਨਹੀਂ ਲੱਗਦਾ ਕਿ ਅਸੀਂ ਕਿੱਥੇ ਪਹੁੰਚ ਸਕਦੇ ਹਾਂ। ਮੇਰਾ ਨਾਂ ਰੱਬੀ ਹੈ, ਮੇਰੇ ਪੰਥ ਦਾ ਨਾਂ ਖਾਲਸਾ ਹੈ। ਸਾਡੇ ਗੁਰਦੁਆਰੇ ਦੀ ਗੁੰਬਦ ਜਿਹੜੀ ਹੈ ਉਹ ਰੂਸੀ ਗੁੰਬਦ, ਮੰਗੋਲ ਗੁੰਬਦ, ਫਾਰਸੀ ਗੁੰਬਦ ਉਹ ਹੈ। ਮੇਰਾ ਰਿਲੀਜਨ, ਮੇਰਾ ਧਰਮ ਜਿਹੜਾ ਹੈ ਉਹ ਇੱਕ ਕਿਤਾਬ ਦੇ ਆਲੇ ਦੁਆਲੇ ਘੜਿਆ ਗਿਆ। ਸਾਡਾ ਤਸੱਵਰ ਜਿਹੜਾ ਹੈ ਉਹ ਕਿਤਾਬ ਦੇ ਵਿੱਚ ਹੈ। ਵੀ ਆਰ ਪੀਪਲ ਆਫ ਦ ਬੁੱਕ। ਇਨਫੈਕਟ ਜੇ ਇਹ ਇੱਕ ਡੀਟੇਲ ਹੈ ਜਿਹੜੀ ਕਿ ਸਾਨੂੰ ਸ਼ਾਇਦ ਹਿੰਦੂ ਜਾਂ ਇੰਡਿਕ ਰਿਲੀਜਨਸ ਤੋਂ ਨਖੇੜਦੀ ਹੈ। ਵੀ ਆਰ ਅ ਪੀਪਲ ਆਫ ਦ ਬੁੱਕ। ਸਾਡੇ ਵਿੱਚ ਅਸੀਂ ਗੁਰਬਾਣੀ ਨੂੰ ਮੱਥੇ ਟੇਕਦੇ ਹਾਂ, ਅਸੀਂ ਇਸ ਨੂੰ ਗੁਰੂ ਸਮਝਦੇ ਹਾਂ। ਦੂਸਰੇ ਗ੍ਰੰਥਾਂ ਦੇ ਵਿੱਚ ਦੂਸਰੇ ਧਰਮਾਂ ਦੇ ਵਿੱਚ ਆਪਣੇ ਗ੍ਰੰਥਾਂ ਦਾ ਰਿਗਾਰਡ ਹੈ ਵੇ। ਮੈਂ ਇੰਡੀਅਨ ਗ੍ਰੰਥਾਂ ਦੀ ਗੱਲ ਕਰ ਰਿਹਾ, ਉਹਨਾਂ ਦੇ ਵਿੱਚ ਉਹਨਾਂ ਦਾ ਰਿਗਾਰਡ ਹੈ ਵੇ, ਪਰ ਉਹਨਾਂ ਦੇ ਵਿੱਚ ਇਸ ਤਰ੍ਹਾਂ ਦੀ ਪੂਜਾ ਨਹੀਂ ਹੈ, ਇਸ ਤਰ੍ਹਾਂ ਦੀ ਉਹਨਾਂ ਨੂੰ ਇੱਕ ਜ਼ਹੂਰ ਹਾਜ਼ਰਾ ਹਜ਼ੂਰ ਗੁਰੂ ਦੇ ਰੂਪ ਦੇ ਵਿੱਚ ਉਹਨਾਂ ਦੀ ਕਨਸੈਪਚੁਅਲਾਈਜੇਸ਼ਨ ਨਹੀਂ ਹੈ। ਸੋ ਮੈਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ ਕਿ ਜਦੋਂ ਤੱਕ ਅਸੀਂ ਆਪਣਾ ਕਨਸੈਪਚੁਅਲ ਸ਼ੀਸ਼ਾ ਸਾਫ਼ ਨਹੀਂ ਕਰਦੇ, ਅਸੀਂ ਕਿਸੇ ਵੀ ਸੰਕਟ ਚੋਂ ਪਾਰ ਨਹੀਂ ਪਾਵਾਂਗੇ। ਪਹਿਲੀ ਗੱਲ, ਸਭ ਤੋਂ ਇੰਪੋਰਟੈਂਟ ਗੱਲ ਜਿਹੜੀ ਮੈਂ ਆਖਣਾ ਚਾਹਾਂਗਾ ਕਿ ਸਾਡੇ ਕੋਲ ਰੂਮ ਫॉर ਮਨੂਵਰ ਬਹੁਤ ਥੋੜਾ ਰਹਿ ਗਿਆ। ਜੇ ਆਪਾਂ ਕਲਾਈਮੇਟ ਚੇਂਜ ਵੇਖੀਏ, ਜਿਹੜੇ ਇਹਦੇ ਸਭ ਤੋਂ ਜਿਹੜੇ ਕੰਜ਼ਰਵੇਟਿਵ ਅੰਦਾਜ਼ੇ ਨੇ, ਉਹ ਸਾਰੇ ਕਹਿੰਦੇ ਕਿ 4 ਜਾਂ 5 ਸਾਲਾਂ ਦੇ ਵਿੱਚ ਜਿਹੜੀ ਆਰਕਟਿਕ ਹੈ, ਆਰਕਟਿਕ ਨੇ ਉਹਦੀ ਵਾਈਟ ਸ਼ੀਟ ਜਿਹੜੀ ਹੈ ਉਹ ਤਕਰੀਬਨ ਸਾਰੀ ਦੀ ਸਾਰੀ ਖਤਮ ਹੋ ਜਾਣੀ ਹੈ। ਉਹ ਖਤਮ ਜੇ ਹੋ ਜਾਂਦੀ ਹੈ ਤੇ ਜੇ ਪੂਰਾ ਆਰਕਟਿਕ ਏਰੀਆ ਜਿਹੜਾ ਕਿ 11 ਮਿਲੀਅਨ ਹੈਕਟੇਅਰਸ ਹੈ ਤਕਰੀਬਨ, ਉਹ ਸਾਰੇ ਦਾ ਸਾਰਾ ਜੇ ਉਹਦੀ ਸਫੈਦੀ ਚਲੀ ਜਾਂਦੀ ਹੈ ਤੇ that is like absorbing thousands of Hiroshima or Nagasaki bombs every day. ਤੇ ਉਹ ਅਸੀਂ ਅਫੋਰਡ ਹੀ ਨਹੀਂ ਕਰਦੇ। ਇਨਫੈਕਟ ਮੈਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ ਕਿ ਸਾਡਾ ਜਿਹੜਾ ਸਿਆਸੀ ਚਿੰਤਨ ਹੈ, ਸਾਡਾ ਸੋਸ਼ੋਲੋਜੀਕਲ ਚਿੰਤਨ ਹੈ ਪੰਜਾਬ ਦਾ,
ਉਸ ਦੇ ਵਿੱਚ ਜਿਹੜੀਆਂ ਸਾਡੇ ਸਾਹਮਣੇ ਜ਼ਾਹਰਾ ਜਿਹੜੇ ਖਤਰੇ ਨੇ, ਇਹਨਾਂ ਦੇ ਬਾਰੇ ਇੱਕ ਬਹੁਤ ਢਿੱਲਾ ਰਵੱਈਆ ਹੈ। ਅਸੀਂ ਕਲਾਈਮੇਟ ਚੇਂਜ ਨੂੰ ਕੋਈ ਐਡਾ ਬਹੁਤ ਵੱਡਾ ਕੋਈ ਸੰਕਟ ਨਹੀਂ ਸਮਝਦੇ, ਜਦੋਂ ਕਿ ਸਾਡੇ ਸੂਬੇ ਦਾ 82% ਜਿਹੜਾ ਏਰੀਆ ਹੈ ਉਹ ਵਾਟਰ ਕ੍ਰਿਟੀਕਲ, ਔਰ ਬੜੇ ਚਿਰ ਤੋਂ ਹੈ ਵੇ। ਉੱਤਰਾਖੰਡ ਦੇ ਵਿੱਚ ਗਲੇਸ਼ੀਅਰ ਬਰਸਟ ਹੁੰਦਾ, ਸਾਨੂੰ ਕੋਈ ਐ ਨਹੀਂ ਕਿ ਸਾਨੂੰ ਸਾਡੀਆਂ ਤਰੇਲੀਆਂ ਛੁੱਟਣ ਲੱਗ ਪੈਣ, ਅਜੇ ਵੀ ਅਸੀਂ ਸਹਿਜ ਸੁਭਾਏ ਤੁਰੀ ਜਾਂਦੇ ਹਾਂ। ਤੇ ਜੇ ਉਸ ਦਰਿਆ ਦਾ ਗਲੇਸ਼ੀਅਰ ਜੇ ਢਹਿ ਸਕਦਾ ਹੈ, ਤੇ ਸਤਲੁਜ ਦਾ, ਬਿਆਸ ਦਾ, ਰਾਵੀ ਦਾ ਕਿੰਨੇ ਕੁ ਚਿਰ ਚੱਲਣਗੇ। ਔਰ ਆਪਾਂ ਜਿਸ ਤਰ੍ਹਾਂ ਇਹਨਾਂ ਨੂੰ ਅਸੀਂ ਇਹਨਾਂ ਦਰਿਆਵਾਂ ਨੂੰ ਆਪਾਂ ਨਹਿਰਾਂ ਬਣਾ ਕੇ ਤੋਰੀ ਜਾਂਦੇ ਹਾਂ, ਇਹ ਕਿੰਨੀ ਕੁ ਦੇਰ ਚੱਲਣਗੇ? ਕਿੰਨੀ ਸਰਫੇਸ ਇਵੈਪੋਰੇਸ਼ਨ ਹੈ? ਉਹ ਪਾਣੀ ਜਿਹਨੇ ਥੱਲੇ ਜਾਣਾ ਸੀ, ਜਿਹਨੇ ਥੱਲੇ ਜਾ ਕੇ ਹੋਰ ਖਿੱਤਿਆਂ ਤੱਕ ਪਹੁੰਚਣਾ ਸੀ, ਹੋਰ ਜਿਸਨੇ ਪਾਣੀ ਦੇ ਉੱਤੇ ਨਿਰਾ ਪੂਰਾ ਹੱਕ ਤੁਹਾਡਾ ਜਾਂ ਮੇਰਾ ਨਹੀਂ, ਇਨਸਾਨ ਦਾ ਨੀਗਾ, ਇੱਕ ਪੂਰੇ ਈਕੋਸਿਸਟਮ ਦਾ ਹੱਕ ਹੈ। ਜੇ ਅਸੀਂ ਪੰਜਾਬੀਏ ਆਪਣੇ ਆਪ ਨੂੰ ਵੈਸਟਰਨ ਫਰੇਮਵਰਕ ਦੇ ਅਕੋਰਡਿੰਗ ਆਪਣੇ ਮਾਇਨੇ ਵਾਜ਼ੇ ਕਰਦੇ ਕਰਦੇ ਅਸੀਂ ਇੱਕ ਐਸੇ ਪੁਆਇੰਟ ਤੇ ਪਹੁੰਚ ਗਏ ਹਾਂ ਜਿੱਥੇ ਕਿ ਅਸੀਂ ਖੁਦ ਆਪਣੇ ਆਪ ਨੂੰ ਇੱਕ ਮਸ਼ੀਨ ਦੇ ਕਲਪੁਰਜ਼ੇ ਵਾਂਗੂ ਵੇਖਦੇ ਹਾਂ। ਅਸੀਂ ਉਸ ਕਲਪੁਰਜ਼ੇ ਨੂੰ ਕਿਸੇ ਵੱਡੇ ਹੋਲ ਦਾ ਪਾਰਟ ਨਹੀਂ ਵੇਖਦੇ, ਜਿਸ ਕਰਕੇ ਅਸੀਂ ਗੱਲ ਜਦੋਂ ਅਸੀਂ ਪੰਜਾਬ ਦੀ ਕਰਦੇ ਹਾਂ, ਮੇਰੇ ਖਿਆਲ ਨਾਲ ਅਸੀਂ ਇੱਕ ਪੋਲੀਟੀਕਲ ਪੰਜਾਬ ਦੀ ਗੱਲ ਕਰਦੇ ਹਾਂ, ਜਿਹੜਾ ਲਾਲੜੂ ਤੋਂ ਸ਼ੁਰੂ ਹੋ ਜਾਂਦਾ ਹੈ, ਸ਼ਾਇਦ ਪਠਾਨਕੋਟ ਤੱਕ ਜਾਂਦਾ ਹੈ, ਜਿਹੜਾ ਰਾਜਪੁਰੇ ਤੋਂ ਬਠਿੰਡੇ ਤੱਕ ਹੈ ਵੇ। ਅਸੀਂ ਪੰਜਾਬ ਦੀ ਵੀ ਜਿਹੜੀ ਡੈਫੀਨੇਸ਼ਨ ਹੈ ਉਹ ਆਪਾਂ ਇੱਕ ਵੈਸਟਰਨ ਮੋਡ ਦੇ ਵਿੱਚ ਪੈ ਕੇ ਉਸ ਨੂੰ ਬਹੁਤ ਛੋਟਾ ਕਰਤਾ। ਮੈਂ ਬਹੁਤਾ ਸਮਾਂ ਜਿਹੜਾ ਪਿਛਲੀ ਸਰਦੀਆਂ ਦੇ ਵਿੱਚ ਮੈਂ ਬਿਤਾਇਆ ਕਸੌਲੀ ਦੇ ਵਿੱਚ। ਕਸੌਲੀ ਜਿਹੜਾ, ਮੈਂ ਜਾ ਕੇ ਉੱਥੇ ਬੜਾ ਹੈਰਾਨ ਹੋਇਆ ਕਿ ਕਸੌਲੀ ਦੇ ਆਮ ਵਸਨੀਕਾਂ ਦੀ ਜਦੋਂ ਮੈਂ ਬੋਲੀ ਸੁਣੀ, ਉਹ ਬੋਲੀ ਜਿਹੜੀ ਹੈ ਉਸਦੀ ਇਨਫਲੈਕਸ਼ਨ, ਉਹਦੀ ਇੰਟੋਨੇਸ਼ਨ, ਉਸਦੇ ਲਫ਼ਜ਼, ਉਹ ਸਾਰੇ ਤਾਂ ਪੰਜਾਬੀ ਨੇ। ਮੈਂ ਉਹਨਾਂ ਨੂੰ ਪੁੱਛਿਆ, ਤੁਸੀਂ ਆਪਣੀ ਜ਼ੁਬਾਨ ਨੂੰ ਕੀ ਸਮਝਦੇ ਜੇ? ਉਹ ਕਹਿੰਦੇ ਨੇ ਅਸੀਂ ਤਾਂ ਪਹਾੜੀ ਬੋਲਦੇ ਹਾਂ। ਤੇ ਮੈਂ ਕਿਹਾ, ਤੁਸੀਂ ਜੋ ਮੈਂ ਬੋਲਦਾ ਤੁਸੀਂ ਸਮਝ ਲੈਂਦੇ ਜੇ? ਕਹਿੰਦੇ ਨੇ ਬਿਲਕੁਲ। ਉਹ ਵੀ ਅਸੀਂ ਤੁਹਾਡੇ ਕਹਿੰਦੇ ਹਾਂ, ਉਹ ਵੀ ਤੁਹਾਡੇ ਕਹਿੰਦੇ ਨੇ। ਉਹਨਾਂ ਦੇ ਏਡੇ ਲਫ਼ਜ਼ ਮੈਂ ਸੁਣੇ, ਉਹਨਾਂ ਦਾ ਸਿੰਟੈਕਸ ਸੁਣਿਆ, ਉਹਨਾਂ ਦੀ ਸਭ ਤੋਂ ਵੱਡੀ ਜਿਹੜੀ ਡੈਡ ਗਿਵ ਅਵੇ ਹੈ ਉਹ ਹੈ ਕਿ ਜਦੋਂ ਉਹ ਇਜ਼ਹਾਰ ਕਰਦੇ ਨੇ ਉਸ ਦੇ ਵਿੱਚ ਇੱਕ ਪੰਜਾਬੀਅਤ ਝਲਕਦੀ ਹੈ। ਔਰ ਜਦੋਂ ਅਸੀਂ ਥੱਲੇ ਚਲੇ ਜਾਈਏ, ਚੰਡੀਗੜ੍ਹ ਦੇ ਲਾਗੇ ਚੱਲ ਗਏ, ਉੱਥੇ ਅਸੀਂ ਵੇਖਦੇ ਹਾਂ ਪੁਆਧੀ ਬੋਲੀ ਜਾਂਦੀ ਹੈ। ਪਰ ਜਦੋਂ ਤੁਸੀਂ ਪੁਆਧੀਆਂ ਨੂੰ ਥੋੜਾ ਜਿਹਾ ਟੋਹ ਕੇ ਵੇਖੋ ਤੇ ਤੁਹਾਨੂੰ ਪਤਾ ਲੱਗਦਾ ਕਿ ਉਹ ਫੋੜਾ ਕਿੰਨਾ ਕੁ ਫਿਸਣ ਤੇ ਆਇਆ ਹੋਇਆ। ਉਹ ਪੁਆਧ ਜਿਹੜਾ ਹੈ, ਪੁਆਧ ਆਪਣੇ ਆਪ ਨੂੰ ਪੰਜਾਬ ਦਾ ਤਕਰੀਬਨ ਇੱਕ ਮਤਰੇਆ ਪੁੱਤਰ ਮੰਨਦਾ। ਉਹ ਕਹਿੰਦਾ, ਤੁਸੀਂ ਗੱਲ ਹੀ ਜਿਹੜੀ ਹੈ ਮਾਝੇ ਮਾਲਵੇ ਦੁਆਬੇ ਦੀ ਕਰਦੇ ਹੋ, ਤੁਸੀਂ ਰੇਡੀਓ ਸਟੇਸ਼ਨ ਚਲਾਉਂਦੇ ਹੋ ਸਾਡੀ ਚੰਡੀਗੜ੍ਹ ਦੀ ਹਿੱਕ ਤੇ, ਸਾਡੇ ਪਿੰਡਾਂ ਦੀ ਹਿੱਕ ਤੇ, ਸਾਡੀਆਂ ਥਿਆਂ ਦੇ ਉੱਤੇ ਸਾਡੀ ਜ਼ਮੀਨ ਰਗੜ ਕੇ ਦਰੜ ਕੇ ਸਾਨੂੰ, ਤੇ ਤੁਸੀਂ ਜਿਹੜੇ ਸਾਡੇ ਪੁਆਧ ਦਾ ਹੁਣ ਨਾਂ ਵੀ ਨਹੀਂ ਲੈਂਦੇ। ਜੇ ਕੋਈ ਪੁਆਧੀ ਬੋਲਦਾ ਬੱਚਾ, ਇਨਫੈਕਟ ਜੇ ਕੋਈ ਮੈਂ ਬੜਿਆਂ ਨੂੰ ਜਾਣਦਾ ਜਿਹੜੇ ਕਿ ਮਾਲਵੇ ਦੇ ਕਾਲਜਾਂ ਵਿੱਚ ਪੜ੍ਹਦੇ ਨੇ, ਤੇ ਉਹਨਾਂ ਦਾ ਮਜ਼ਾਕ ਉੱਡਦਾ, ਉਹਨਾਂ ਨੂੰ ਤਾਤੜੋ ਕਿਹਾ ਜਾਂਦਾ ਹੈ, ਉਹਨਾਂ ਨੂੰ ਇਸ ਤਰ੍ਹਾਂ ਤੁਹਾਡੀ ਭਈਆਂ ਵਾਲੀ ਬੋਲੀ ਹੈ, ਇਸ ਤਰ੍ਹਾਂ ਦੇ ਮਜ਼ਾਕ ਸਹਿਣੇ ਪੈਂਦੇ ਨੇ, ਠਿੱਠ ਹੁੰਦੇ ਨੇ, ਜਿੱਚ ਮਹਿਸੂਸ ਕਰਦੇ। ਅਸੀਂ ਇਸ ਵੈਸਟਰਨ ਮੋਡ, ਜਿਹੜਾ ਕਿ ਇੱਕ ਫੇਲਡ ਨਿਊਟੋਨੀਅਨ ਮੋਡ ਹੈ, ਜਿਹੜਾ ਨਿਰਾਕਾਰ ਨੂੰ ਸਾਕਾਰ ਕਰਨ ਦੀ ਹੁਬ ਵਿੱਚ ਇੱਕ ਮੈਕਰੋ ਤਸਵੀਰ ਗਵਾ ਬੈਠਾ ਹੈ ਔਰ ਆਲਮੀ ਪੱਧਰ ਤੇ ਗਵਾ ਬੈਠਾ ਹੈ। ਅਸੀਂ ਉਸ ਇੱਕ ਫੇਲਡ ਮੋਡ ਨੂੰ ਅਸੀਂ ਇੱਥੇ ਐਕਸਟੈਂਡ ਕਰਨਾ ਚਾਹੁੰਦੇ ਹਾਂ, ਅਸੀਂ ਉਸ ਨੂੰ ਇੱਥੇ ਇੰਪੋਜ਼ ਕਰਨਾ ਚਾਹੁੰਦੇ ਹਾਂ, ਅਸੀਂ ਆਪ ਉਸ ਦਾ ਪੱਖ ਪੂਰਦੇ ਹਾਂ, ਅਸੀਂ ਆਪ ਉਸ ਦੇ ਮੁਰੀਦ ਬਣੀ ਬੈਠੇ ਹਾਂ। ਜਿਸ ਕਰਕੇ ਪੰਜਾਬ ਜਿਹੜਾ ਹੈ ਉਹ ਹੁਣ ਸੁੰਗੜ ਕੇ, ਲੋਕੀ ਕਹਿੰਦੇ ਚਵਾਨੀ ਪੰਜਾਬ, ਮੇਰੀ ਜਾਚ ਸ਼ਾਇਦ ਹੁਣ ਦੁਆਨੀ ਪੰਜਾਬ ਰਹਿ ਗਿਆ ਹੋ। ਪੰਜਾਬ ਦਾ ਸੱਭਿਆਚਾਰਕ ਸਾਈਜ਼, ਪੋਲੀਟੀਕਲ ਸਾਈਜ਼, ਭੂਗੋਲਿਕ ਸਾਈਜ਼ ਸੁੰਗੜ ਗਿਆ। ਇਸ ਤੋਂ ਅੱਗੇ 0 ਪੁਆਇੰਟ ਹੈ।
ਉਹੀਓ ਇੱਕ ਓਰੀਐਂਟੇਸ਼ਨ ਅਸੀਂ ਇਸ ਵੈਸਟਰਨ ਮੋਡੈਲਿਟੀ ਦੇ ਵਿੱਚ ਵੇਖਦੇ ਹਾਂ। ਇਟ ਵਾਂਟਸ ਟੂ ਰਿਡਿਊਸ ਰਿਐਲਿਟੀ ਟੂ ਜ਼ੀਰੋ। ਹੁਣ ਅਸੀਂ ਇੱਕ ਪਾਸੇ ਸਾਡੇ ਕੋਲ ਕਲਾਈਮੇਟ ਚੇਂਜ ਹੈ, ਔਰ ਦੂਜੇ ਪਾਸੇ ਜਿਹੜਾ ਇੱਕ ਮੈਂ ਇਸ ਦੇ ਨਾਲ ਇਤਫਾਕ ਰੱਖਦਾ, ਮੈਨੂੰ ਨਹੀਂ ਲੱਗਦਾ ਦੂਸਰੇ, ਮੈਂ ਪੰਜਾਬ ਦੇ ਵਿੱਚ ਇਸ ਦੀ ਕੋਈ ਗੂੰਜ ਵੀ ਨਹੀਂ ਵੇਖਦਾ, ਕੋਈ ਸੁਣਦਾ ਵੀ ਨਹੀਂ ਇਸ ਬਾਰੇ। ਔਰ ਇਸ ਕਰਕੇ ਮੈਂ ਬਹੁਤਾ ਟਾਈਮ ਮੈਂ ਚੁੱਪ ਰਹਿਣਾ। ਮੇਰੇ ਬੜੇ ਸਿਆਣੇ ਦੋਸਤ ਹੈ, ਪਰ ਮੈਂ ਉਹਨਾਂ ਦੇ ਨਾਲ ਵੀ ਚੁੱਪੀ ਵਰਤਣੀ ਚੰਗੀ ਸਮਝਦਾ, ਕਿਉਂਕਿ ਮੈਨੂੰ ਲੱਗਦਾ ਕਿ ਇਸ ਗੁਣ ਦਾ ਕੋਈ ਗਾਹਕ ਨਹੀਂ, ਇਸ ਗੱਲ ਦਾ ਕੋਈ ਗਾਹਕ ਨਹੀਂ। ਉਹ ਗੱਲ ਹੈ ਵੀ ਮੇਰੀ ਜਾਚੇ ਅਸੀਂ ਇਸ ਮੈਕਨਾਈਜੇਸ਼ਨ ਨਿਊਟੋਨੀਅਨ ਜੀਵਨ ਜਾਂਚ ਦੇ ਕਰਕੇ ਅਸੀਂ ਹੁਣ ਜਿਹੜੇ ਮੋੜ ਤੇ ਖੜੇ ਹਾਂ, ਇਸ ਦੇ ਵਿੱਚ ਇਨਸਾਨ ਖਤਮ ਹੁੰਦਾ। ਇਸ ਤੋਂ ਬਾਅਦ ਹਿਊਮਨ ਸਪੀਸ਼ੀ ਜਿਹੜੀ ਹੈ ਉਹ ਦੋ ਹਿੱਸਿਆਂ 'ਚ ਵੰਡੀ ਜਾਏਗੀ, ਆਰਗੈਨਿਕ ਔਰ ਬਾਇਓਨਿਕ। ਤੁਸੀਂ ਵੇਖ ਲਓ ਕਿ ਅਸੀਂ ਜਿਸ ਤਰ੍ਹਾਂ ਆਪਣੇ ਹੱਡਾਂ ਦੇ ਵਿੱਚ, ਗੋਡਿਆਂ ਦੇ ਵਿੱਚ, ਮੋਢਿਆਂ ਦੇ ਵਿੱਚ, ਚੂਲਿਆਂ ਦੇ ਵਿੱਚ ਅਸੀਂ ਮਕੈਨੀਕਲ ਪ੍ਰੋਸਥੈਟਿਕ ਇਸਤੇਮਾਲ ਕਰਨ ਲੱਗ ਪਏ ਹਾਂ। ਇਸੇ ਤਰ੍ਹਾਂ ਦੱਸਿਆ ਜਾ ਰਿਹਾ ਹੈ ਕਿ ਚਿਪਸ ਆਉਣੀਆਂ ਨੇ, ਉਹਨਾਂ ਨੇ ਸਾਡੀ ਕੋਗਨੀਸ਼ਨ ਐਨਹੈਂਸ ਕਰਨੀ ਹੈ। ਮੇਰੇ ਹਿਸਾਬ ਸਿਰ ਇਹ ਜਿਹੜੇ ਖਤਰੇ ਨੇ, ਔਰ ਕਈ ਲੋਕ ਕਹਿਣਗੇ ਵੀ ਇਹ ਖਤਰਾ ਹੀ ਕਿਉਂ ਹੈ, ਕਿਉਂਕਿ ਮੇਰੀ ਜਾਚੇ ਜਿਹੜਾ ਪੰਜਾਬੀ ਤਸੱਵਰ ਹੈ ਉਹ ਸਾਨੂੰ ਹਿਊਮਨ ਐਗਜ਼ਿਸਟੈਂਸ ਨੂੰ ਇੰਨੇ ਨੈਰੋ ਸਫੇਅਰ ਦੇ ਵਿੱਚ ਡਿਫਾਈਨ ਕਰਨ ਨਹੀਂ ਦਿੰਦਾ। ਮੈਨੂੰ ਨਹੀਂ ਲੱਗਦਾ ਕਿ ਅਸੀਂ ਸਿਰਫ ਆਪਣੀ ਯਾਦਾਸ਼ਤਾਂ, ਅਸੀਂ ਸਿਰਫ ਸਾਡੇ ਨਾਲ ਹੋਏ ਤਜਰਬੇ ਹਾਂ, ਅਸੀਂ ਉਹ ਵੀ ਹਾਂ, ਪਰ ਅਸੀਂ ਕੁਝ ਹੋਰ ਵੀ ਹਾਂ। ਔਰ ਜਿਹੜਾ ਨਵਾਂ ਵੈਸਟਰਨ ਤਸੱਵਰ ਹੈ ਇਨਸਾਨੀਅਤ ਦਾ, ਪ੍ਰੋਗਰੈਸ ਦਾ, ਉਸ ਦੇ ਵਿੱਚ ਸਾਡੇ ਉਸ ਐਬਸਟਰੈਕਟ ਪਾਰਟ ਦੀ ਕੋਈ ਥਾਂ ਨਹੀਂ ਹੈ। ਸਾਡੇ 5 ਕੋਸ਼ ਨੇ, ਅੰਨਮय, ਪ੍ਰਾਣਮय, ਮਨੋਮय, ਵਿਗਿਆਨਮय, ਆਨੰਦਮय। ਮੈਨੂੰ ਨਹੀਂ ਲੱਗਦਾ, ਮੈਂ ਕਿਤੇ ਇਸ ਗੱਲ ਦੀ ਕੋਈ ਪੈਰਵੀ ਹੁੰਦੀ ਵੈਸਟਰਨ ਤਰੀਕੇ ਦੇ ਵਿੱਚ ਨਹੀਂ ਵੇਖਦਾ, ਵੈਸਟਰਨ ਫਿਲਾਸਫੀ 'ਚ ਨਹੀਂ ਵੇਖਦਾ, ਜਿਸ ਦੇ ਵਿੱਚ ਉਹ ਇਸ ਨੂੰ ਬੇਸ ਬਣਾਉਣ, ਉਹ ਹਿਊਮਨ ਐਕਸਪੀਰੀਅੰਸ ਨੂੰ, ਹਿਊਮਨ ਡਿਵੈਲਪਮੈਂਟ ਨੂੰ ਇਹਨਾਂ ਕਨਸੈਪਚੁਅਲ ਫਰੇਮਵਰਕਸ ਰਾਹੀਂ ਅੱਗੇ ਤੋਰਨ ਦੀ ਗੱਲ ਕਰਨ। ਸਾਡੇ ਕੋਲ AI ਦਾ ਦਾਨੋ ਸਾਡੇ ਸਾਹਮਣੇ ਖੜਾ ਹੈ। ਐਮਾਜ਼ੋਨ ਆਪਣੇ ਇਨਸਾਨੀ ਕਾਰਕੁਨ ਹਟਾ ਰਿਹਾ, ਪੂਰੀ ਦੁਨੀਆ 'ਚ ਹਟਾ ਰਿਹਾ। ਹਿੰਦੁਸਤਾਨ ਦੇ ਵਿੱਚ ਤੁਸੀਂ ਦੇਖ ਲਓ, ਜਿਹੜੀ ਉਸਦੀ ਵਰਕਫੋਰਸ ਸੀ ਉਹ ਉਸਨੇ ਬਿਲਕੁਲ ਖਤਮ ਕਰਤੀ ਹੈ ਪਿਛਲੇ 54 ਸਾਲਾਂ ਦੇ ਵਿੱਚ। ਆਹ ਸਾਰਾ ਕੁਝ ਸਾਡੇ ਨਾਲ ਹੋਣਾ। ਅਸੀਂ ਇੱਕ ਆਰਗੈਨਿਕ ਸਪੀਸ਼ੀ ਤੋਂ ਬਾਇਓਨਿਕ ਸਪੀਸੀ ਬਣਨ ਵਾਲੇ ਹਾਂ। ਕਿਉਂ? ਕਿਉਂਕਿ ਜਦੋਂ ਵੈਸਟਰਨ ਮੋਡ ਨੇ ਦੂਸਰੇ ਸਾਰੇ ਮੋਡਸ ਨੂੰ ਕੋਆਪਟ ਕਰ ਲਿਆ, ਸਾਰੇ ਉਹਨਾਂ ਤੇ ਕਾਬਜ਼ ਹੋ ਗਿਆ, ਉਹ ਲੋਕ ਭੁੱਲ ਗਏ ਤੇ ਇਹਦਾ ਰਾਹ ਪੱਧਰਾ ਹੋ ਗਿਆ। ਪੰਜਾਬੀਏ ਜਿਹੜੇ ਹੈ ਉਹਨਾਂ ਨੇ, ਮੇਰੇ ਖਿਆਲ ਨਾਲ ਪੰਜਾਬੀ ਇੱਕ ਵਾਹਦ ਐਸੀ ਅਜੀਬੋ ਗਰੀਬ ਜ਼ਬਾਨ ਹੋਵੇਗੀ ਜਿਹੜੀ ਇਸ ਵੇਲੇ 9ਵੇਂ ਨੰਬਰ ਦੀ ਜ਼ਬਾਨ ਵੀ ਹੈ ਵੇ UN ਦੀ ਲਿਸਟ ਮੁਤਾਬਕ, ਤੇ ਉਸ UN ਦੇ ਮੁਤਾਬਕ ਇੱਕ ਐਸੀ ਜ਼ਬਾਨ ਵੀ ਹੈ ਵੇ ਜਿਹੜੀ ਕਿ 2 ਜਾਂ 2 ਪੀੜ੍ਹੀਆਂ ਦੇ ਵਿੱਚ ਖਤਮ ਹੋ ਜਾਏਗੀ। ਸੋ ਬਾਬਾ ਫਰੀਦ ਤੋਂ ਲੈ ਕੇ ਹੁਣ ਤੱਕ ਦਾ ਜਿਹੜਾ ਸਫ਼ਰ ਹੈ ਉਹ ਅਗਲੀਆਂ 2 ਪੀੜ੍ਹੀਆਂ ਦੇ ਵਿੱਚ ਕਹਿੰਦੇ ਅਸੀਂ ਗੁਆਚ ਜਾਣਾ। ਤੇ ਜੇ ਅਸੀਂ ਆਖੀਏ ਕਿ ਨਹੀਂ ਹੁੰਦਾ ਤੇ ਮੇਰੇ ਖਿਆਲ ਨਾਲ ਸਾਨੂੰ ਝਾਤ ਮਾਰਨੀ ਪੈਣੀ ਹੈ। ਐਸੀਆਂ ਸੈਂਕੜੇ ਜ਼ਬਾਨਾਂ ਨੇ, ਹਜ਼ਾਰਾਂ ਜ਼ਬਾਨਾਂ ਨੇ ਜਿਹੜੀਆਂ ਐਕਸਟਿੰਕਟ ਹੋਈਆਂ, ਜਿਹੜੀਆਂ ਖਤਮ ਹੋ ਗਈਆਂ, ਨੇਸਤਾ ਨਾਬੂਦ ਹੋ ਗਈਆਂ। ਔਰ ਜਦੋਂ ਜ਼ਬਾਨ ਖਤਮ ਹੋਵੇਗੀ, ਤੁਹਾਡਾ ਸੋਚ ਪ੍ਰਬੰਧ ਖਤਮ ਹੋਵੇਗਾ, ਤੁਹਾਡੀ ਜੀਵਨ ਜਾਂਚ ਖਤਮ ਹੋਵੇਗੀ, ਤੁਹਾਡਾ ਲੋਕਾਂ ਦੇ ਨਾਲ ਵਰਤਣ ਦਾ ਰਿਸ਼ਤਾ ਖਤਮ ਹੋਏਗਾ, ਸਾਡਾ ਕੁਦਰਤ ਦੇ ਨਾਲ ਰਿਸ਼ਤਾ ਖਤਮ ਹੋਏਗਾ। ਮੇਰੇ ਪਿਤਾ ਜੀ ਆਪਣੀ ਜ਼ਮੀਨ 'ਚ ਜਾਇਆ ਕਰਦੇ ਸਨ ਤੇ ਉਹਨਾਂ ਨੂੰ ਚਾਹ ਚੜ੍ਹ ਜਾਣਾ। ਔਰ ਮੇਰੇ ਪਿਤਾ ਜੀ ਬਹੁਤ ਗੈਰ ਗੰਭੀਰ ਸੁਭਾਅ ਵਾਲੇ ਇਨਸਾਨ ਸਨ। ਮੈਂ ਦਾਰ ਜੀ ਨੂੰ ਕਹਿੰਦਾ, ਦਾਰ ਜੀ ਇਹ ਕੀ ਹੋ ਗਿਆ, ਤੁਸੀਂ ਤੇ ਐਡਾ ਲੌ ਜਲਾਓ ਕਿਉਂ ਤੁਹਾਡੇ ਚਿਹਰੇ ਤੇ?
ਕਹਿੰਦੇ ਆਪਣੀ ਜ਼ਮੀਨ ਦੇ ਵਿੱਚ ਜਦੋਂ ਜਾਂਦਾ ਨਾ ਜੱਟ ਤੇ ਚਾਹ ਚੜ ਜਾਂਦਾ। ਪਰ ਮੈਂ ਇੱਥੇ ਇੱਕ ਹੋਰ ਗੱਲ ਕਰਨੀ ਚਾਹਾਂਗਾ ਕਿ ਪੰਜਾਬ ਜਿਹੜਾ ਹੈ ਉਸ ਨੂੰ ਆਪਣੇ ਵੱਖੋ ਵੱਖ ਫੁਲਕਾਰੀਆਂ ਦੇ ਜਿਹੜੇ ਟਾਂਕੇ ਹੈ ਇਹਨਾਂ ਨੂੰ ਸਾਂਭਣਾ ਬੜਾ ਜ਼ਰੂਰੀ ਹੈ। ਪੰਜਾਬ ਜੱਟਾਂ ਦਾ ਨਹੀਂ ਹੈ ਨਿਰਾ। ਪੰਜਾਬ ਨਿਰਾ ਵਪਾਰੀਆਂ ਦਾ ਨਹੀਂ ਹੈ। ਪੰਜਾਬ ਨਿਰਾ ਸਰਮਾਏਦਾਰਾਂ ਦਾ ਨਹੀਂ ਹੈ। ਪੰਜਾਬ ਨਿਰਾ ਹੋਰਾਂ ਦਾ ਨਹੀਂ ਹੈ। ਪੰਜਾਬ ਅਸੀਂ ਹਾਂ। ਪੰਜਾਬ ਮੇਰਾ ਨਾਲ ਦਾ ਪੰਜਾਬੀ ਹੈ। ਜਦੋਂ ਤੱਕ ਅਸੀਂ ਨਾਲ ਦੇ ਪੰਜਾਬੀ ਦੇ ਵਿੱਚ ਆਪਣਾ ਅਕਸ ਨਹੀਂ ਵੇਖਦੇ, ਮੈਨੂੰ ਨਹੀਂ ਲੱਗਦਾ ਪੰਜਾਬ ਕਿਤੇ ਜਾ ਸਕਦਾ। ਜੇ ਆਪਣਾ ਆਪਾਂ ਦੇਖ ਲਈਏ, ਜੇ ਜੱਟਾਂ ਦੀ ਚੜ੍ਹਤ ਹੈ ਪੰਜਾਬ ਦੇ ਵਿੱਚ, ਹਰ ਚੀਜ਼ ਜੱਟਾਂ ਕੋਲ ਹੈ, ਪਰ ਜੱਟ ਜਿਹੜੇ ਮੇਰੇ ਵੀਰ ਉਹਨਾਂ ਨੂੰ ਜੇ ਝਾਤ ਮਾਰਨਗੇ, ਜੇ ਆਪਣਾ ਢਿੱਡ ਫਰੋਲਣਗੇ, ਝੱਗਾ ਚੁੱਕ ਕੇ ਵੇਖਣਗੇ ਮੇਰੇ ਪਿਤਾ ਜੀ ਕਿਆ ਕਰਦੇ ਸਨ। ਤੇ ਉਹਨਾਂ ਨੂੰ ਜ਼ਰੂਰ ਇਹ ਮੰਨਣਾ ਪਵੇਗਾ ਕਿ ਅੱਜ ਸਾਡੇ ਬੱਚੇ ਪੰਜਾਬ ਦੇ ਵਿੱਚ ਕੋਈ ਅੱਗਾ ਨਹੀਂ ਵੇਖਦੇ। ਉਹਨਾਂ ਨੂੰ ਪੰਜਾਬ ਤੋਂ ਬਾਹਰ ਜਾਣਾ ਉਹਨਾਂ ਦੀ ਲਾਈਫ ਦਾ ਮਿਸ਼ਨ ਬਣ ਗਿਆ। ਤੇ ਜੇ ਅਸੀਂ, ਜਿਨ੍ਹਾਂ ਨੇ ਪੰਜਾਬ ਭੋਗਿਆ, ਜਿਨ੍ਹਾਂ ਨੇ ਪੰਜਾਬ ਹੰਢਾਇਆ, ਜਿਹੜੇ ਪੰਜਾਬ ਦੇ ਐਲੀਟ ਆ, ਤੇ ਜੇ ਸਾਡੇ ਬੱਚੇ ਇਸ ਤਰ੍ਹਾਂ ਸੋਚਦੇ ਆ ਤੇ ਦੂਸਰੇ ਇਸ ਤਰ੍ਹਾਂ ਕਿਉਂ ਨਹੀਂ ਸੋਚਦੇ ਹੋਣੇ। ਪੰਜਾਬ ਸਾਡੀ ਜ਼ਬਾਨ ਰਾਹੀਂ ਬਚੇਗਾ। ਸਾਡੀ ਜ਼ਬਾਨ ਨਹੀਂ ਹੈ, ਸਾਡੀ ਜ਼ਬਾਨ ਇੱਕ ਜੀ ਹੈ ਮੇਰੇ, ਜੋ ਮੈਂ ਮਹਿਸੂਸ ਕਰਦਾ। ਔਰ ਉਹ ਜੀ ਲਗਾਤਾਰ ਬਣ ਰਿਹਾ ਹੈ, ਬਦਲ ਰਿਹਾ ਹੈ, ਸ਼ਿਫਟ ਕਰ ਰਿਹਾ ਹੈ। ਉਸ ਦੇ ਵਿੱਚ ਲਹਿੰਦਾ ਪੰਜਾਬ ਵੀ ਹੈ, ਉਸ ਦੇ ਵਿੱਚ ਹਿਮਾਚਲ ਵੀ ਹੈ, ਉਸ ਦੇ ਵਿੱਚ ਪੁਆਧ ਵੀ ਹੈ, ਉਹਦੇ ਵਿੱਚ ਅੰਬਾਲਾ ਵੀ ਹੈ, ਉਹਦੇ ਵਿੱਚ ਸ਼ਾਇਦ ਥੋੜ੍ਹਾ ਬਹੁਤ ਬਾਗਪਤ ਸਹਾਰਨਪੁਰ ਦਾ ਵੀ ਏਰੀਆ ਆਉਂਦਾ ਹੋਵੇ। ਅਸੀਂ ਆਪਣੇ ਪ੍ਰਿਵਿਲੇਜ ਦੇ ਰਾਹੀਂ ਪੰਜਾਬ ਨੂੰ ਡਿਫਾਈਨ ਕਰ ਕਰਕੇ ਅਸੀਂ ਪੰਜਾਬ ਜਿਹੜਾ ਬਹੁਤ ਛੋਟਾ ਕਰਤਾ। ਔਰ ਜਦੋਂ ਤੱਕ ਅਸੀਂ ਪੰਜਾਬ ਦੀਆਂ ਹੱਦਾਂ, ਐ ਨਹੀਂ ਮੈਂ ਕਹਿੰਦਾ ਕਿ ਕੋਈ ਪੁਰਾਣਾ ਆਈਡੀਅਲ ਪੰਜਾਬ ਹੈ ਵੇ, ਪਰ ਪੰਜਾਬੀਅਤ ਜਿਹੜੀ ਹੈ ਵੇ ਉਸ ਦੇ ਵਿੱਚ ਹੱਦ ਜਿਹੜੀ ਹੈ ਉਹ ਪੰਜਾਬੀਅਤ ਦੇ ਨਾਲ ਉਸਦੀ ਰਗ ਨਹੀਂ ਰਲਦੀ। ਹੱਦਾਂ ਦੀ, ਸਰਹੱਦਾਂ ਦੀ ਰਗ ਪੰਜਾਬੀਅਤ ਦੇ ਨਾਲ ਨਹੀਂ ਰਲਦੀ। ਅਸੀਂ ਖੁੱਲੇ ਸੁਭਾਅ ਵਾਲੇ ਲੋਕ ਹਾਂ। ਅਸੀਂ ਮੇਰੀ ਭੈਣ ਦੱਸਿਆ ਕਰਦੀ ਸੀ, ਅਸੀਂ ਗਿਲਾਨੋਂ ਤੁਰ ਕੇ ਇੱਥੇ ਆਏ ਹਾਂ। ਤੇ ਜਿਹੜੇ ਲੋਕ ਇਸ ਤਰ੍ਹਾਂ ਖੁੱਲੇ ਵਿੱਚ ਆਪਣਾ ਰੱਬ ਚਿਤਵਦੇ ਨੇ, ਉਹ ਜੇ ਖੁੱਲੇ ਤੋਂ ਜੇ ਕਟੀ ਜਾਣਗੇ, ਜੇ ਖੁੱਲੇ ਤੋਂ ਵਿਛੜ ਜਾਣਗੇ, ਉਹਨਾਂ ਦਾ ਤਸੱਵਰ ਵੀ ਵਿਛੜ ਜਾਏਗਾ। ਔਰ ਜਿਹੜਾ ਪੰਜਾਬੀਅਤ ਦਾ ਸੰਕਟ ਹੈ, ਉਹ ਮੇਰੀ ਜਾਚੇ ਇਹੋ ਸੰਕਟ ਹੈ। ਅਸੀਂ ਪੰਜਾਬੀਅਤ ਦੇ ਤਸੱਵਰ ਤੋਂ ਵਿਛੜੇ ਪਏ ਹਾਂ। ਔਰ ਪੰਜਾਬੀਅਤ ਦਾ ਤਸੱਵਰ ਜਿਹੜਾ ਹੈ ਉਹ ਸਾਡੀ ਜ਼ਬਾਨ ਦੇ ਵਿੱਚ ਮੌਜੂਦ ਹੈ। ਮੈਂ ਪਾਕਿਸਤਾਨ ਗਿਆ। ਪਾਕਿਸਤਾਨ ਮੈਂ 2003 ਦੀ ਗੱਲ ਹੈ। ਮੈਂ ਉਤਰਿਆ ਤੇ ਮੈਂ ਏਅਰਪੋਰਟ ਤੋਂ ਜਾਣ ਲੱਗਾ, ਤੇ ਜਿਹੜਾ ਆਟੋ ਵਾਲਾ ਉਹਨੇ ਆ ਕੇ ਮੇਰੇ ਸਾਹਮਣੇ ਗੱਡੀ ਰੋਕਤੀ, ਕਹਿੰਦਾ ਬਹਿ ਜਾ ਵਿੱਚੇ। ਮੈਂ ਕਿਹਾ ਕਿੰਨੇ ਲਏਗਾ? ਕਹਿੰਦਾ ਬਹਿ ਜਾ ਵਿੱਚੇ। ਔਰ ਮੈਨੂੰ ਹੋਟਲ ਛੱਡਤਾ ਉਹਨੇ। ਔਰ ਮੈਂ ਕਿਹਾ ਕਿੰਨੇ ਪੈਸੇ ਲੈਣੇ? ਕਹਿੰਦਾ ਪੈਸੇ ਰੱਖ ਆਪਣੇ ਕੋਲ, ਸਾਡੇ ਕੋਲ ਹੀ ਬਥੇਰੇ ਹੈ। ਗੱਲ ਕਰਨੀ ਇਸ ਤਰ੍ਹਾਂ ਅਸੀਂ ਪੈਟਰਨਾਈਜ਼ ਕਰਦੇ ਹਾਂ। ਅਸੀਂ ਸਾਡੇ ਵਿੱਚ ਇੱਕ ਆਪਣੇ ਆਪ ਨੂੰ ਬਹੁਤ ਵਧੀਆ ਵਿਖਾਉਣ ਦਾ ਵੀ ਇੱਕ ਜਜ਼ਬਾ ਹੈ ਵੇ। ਇਹ ਕੋਈ ਮਾੜਾ ਨਹੀਂ, ਆਹ ਪੰਜਾਬੀ ਹੈ, ਆਹ ਇੱਕ ਪੰਜਾਬੀਅਤ ਦੀ ਮੁਹਾਰਨੀ ਹੈ। ਔਰ ਉੱਥੇ ਮੈਨੂੰ ਜਾ ਕੇ ਕੋਈ ਮਿੰਟ ਨਹੀਂ ਲੱਗਾ। ਉਹ ਮੈਨੂੰ ਸਮਝਦਾ ਸੀ, ਮੈਂ ਉਸਨੂੰ ਸਮਝਦਾ ਸੀ। ਉਹ ਕਿੱਥੋਂ ਆਇਆ, ਉਹ ਕਿੱਥੇ ਜਾ ਰਿਹਾ ਹੈ, ਉਹ ਕੀ ਕਰਨਾ ਚਾਹੁੰਦਾ, ਉਹ ਕੀ ਨਹੀਂ ਕਰ ਸਕ ਰਿਹਾ, ਮੈਨੂੰ ਇੱਕ ਸਕਿੰਟ ਨਹੀਂ ਲੱਗਾ ਇਹ ਸਾਰੇ ਸਮਝਣ 'ਚ। ਉਸ ਤੋਂ ਬਾਅਦ ਮੇਰੇ ਜਿਹੜੇ ਤਜਰਬੇ ਹੋਏ ਉਹ ਬੜੇ ਹੈਰਾਨੀਖੇਜ਼ ਤਜਰਬੇ ਸੀ। ਕੋਈ ਬਜ਼ੁਰਗ ਅੰਕਲ ਮੇਰੇ ਸਾਹਮਣੇ ਖਲੋ ਜਾਣੇ, ਉਹਨਾਂ ਨੇ ਖਲੋ ਕੇ ਮੇਰੇ ਸਾਹਮਣੇ ਕੋਈ ਕਵਿਤਾ ਪੜ੍ਹਨੀ ਤੇ
ਤੇ ਐਂ ਭੁੱਬਾਂ ਮਾਰ ਰੋਣਾ ਤੇ ਹੰਝੂ ਵਗਣੇ ਉਹਨਾਂ ਦੇ। ਔਰ ਇਸ ਤਰ੍ਹਾਂ ਦਾ ਇੱਕ ਵਾਕਿਆ ਨਹੀਂ, ਅਨੇਕਾਂ ਵਾਕਿਆ ਹੋਏ। ਕਿਉਂ? ਇਸ ਕਰਕੇ ਨਹੀਂ ਕਿ ਮੈਂ ਉਸ ਵੇਲੇ ਮਸ਼ਹੂਰ ਸਾਂ, 2003 ਮੇਰੀ ਐਲਬਮ ਵੀ ਨਹੀਂ ਸੀ ਆਈ, ਸਿਰਫ ਮੇਰੀ ਪੱਗ ਮੇਰਾ ਦਾੜਾ। ਇਸ ਨੂੰ ਵੇਖ ਕੇ ਉਹਨਾਂ ਦੇ ਵਿੱਚ ਉਹਨਾਂ ਦੇ ਜਜ਼ਬਾਤ ਫੁੱਟਣ ਲੱਗ ਪੈਂਦੇ ਸੀ। ਕੋਈ ਗੱਲ ਹੈ ਵੇ ਕਿ ਸਿਕੰਦਰ ਆ ਗਿਆ, ਕੋਈ ਗੱਲ ਹੈ ਵੇ ਕਿ ਮਕਤੂਨੀਏ ਆ ਗਏ, ਆਪਣਾ ਚੰਗੇਜ਼ ਖਾਨ ਆ ਗਿਆ, ਮੁਗਲ ਆ ਗਏ। ਪੰਜਾਬੀਅਤ ਉਹ ਕੋਈ ਨਾ ਕੋਈ ਉਸਦੀ ਆਪਣੀ ਹਸਤੀ ਬਣੀ ਰਹੀ ਹੈ। ਲੋਕੀ ਹਿੰਦੁਸਤਾਨ ਬਾਰੇ ਕਹਿੰਦੇ ਹੈ ਤੇ ਮੈਂ ਇਸ ਨੂੰ ਪੰਜਾਬੀਅਤ ਵਜੋਂ ਸਮਝਦਾ। ਕਿਉਂ? ਔਰ ਮੈਂ ਇਸ ਨੂੰ ਇਸ ਤਰ੍ਹਾਂ ਕਿਉਂ ਸਮਝਦਾ? ਕਿਉਂਕਿ ਮੈਂ ਜਦੋਂ ਫਰੀਦ ਪੜ੍ਹਦਾ, ਮੈਨੂੰ ਫਰੀਦ ਪੈਂਦੀ ਸੱਟੇ ਸਮਝ ਆ ਜਾਂਦਾ। ਫਰੀਦਾ ਰੁੱਤ ਵੜੀ ਵਣ ਕੰਬਿਆ, ਰੁੱਤ ਫਿਰੀ ਵਣ ਕੰਬਿਆ, ਪੱਤ ਝੜੇ ਚੜ ਪਾਏ, ਚਾਰੇ ਕੁੰਡਾਂ ਢੂੰਡੀਆਂ, ਰਹਿਣ ਕਿਥਾਉ ਨਾ, ਮੈਨੂੰ ਸਮਝ ਆਉਂਦੀ ਹੈ। ਫਰੀਦਾ ਸਰਵਰ ਪੰਖੀ ਹੇਕੜੋ, ਫਾਹੀ ਵਾਲ 50, ਇਹੋ ਤਨ ਲਹਿਰੀ ਗੱਡ ਥੀ ਆ, ਸੱਚੇ ਤੇਰੀ ਆਸ। ਤੇ ਜਿਸ ਵੇਲੇ ਫਰੀਦ ਸਾਡਾ ਇਹੋ ਜਿਹਾ ਕਲਾਮ ਪੜ੍ਹ ਰਿਹਾ ਸੀ, ਇਹੋ ਜਿਹੀ ਕਾਇਨਾਤ ਨੂੰ ਦੱਸ ਪਾਉਣ ਵਾਲੀਆਂ ਪੰਕਤੀਆਂ ਲਿਖ ਰਿਹਾ ਸੀ, ਘੜ ਰਿਹਾ ਸੀ, ਉਸ ਵੇਲੇ ਹੋ ਸਕਦਾ ਦੂਜੀਆਂ ਜ਼ਬਾਨਾਂ ਵੀ ਹੋਣ, ਪਰ ਇਸ ਤਰ੍ਹਾਂ ਮੈਨੂੰ ਦਿਸਦਾ ਤਾਂ ਨਹੀਂ। ਮੈਂ ਉਸ ਵੇਲੇ ਹਿੰਦੁਸਤਾਨੀ, ਹਿੰਦੀ, ਇਹਨਾਂ ਦੀਆਂ ਬਹੁਤ ਸਾਰਾ ਲਿਟਰੇਚਰ, ਸਾਹਿਤ ਮੈਂ ਸਮਝਣ ਦੀ ਕੋਸ਼ਿਸ਼ ਕੀਤੀ, ਪਰ ਮੈਨੂੰ ਬਾਬਾ ਫਰੀਦ ਦਾ ਸਮਕਾਲੀ ਹਿੰਦੀ ਸਾਹਿਤ, ਹਿੰਦੁਸਤਾਨੀ ਸਾਹਿਤ ਕੋਈ ਲੱਭਾ ਨਹੀਂ। ਬਹੁਤ ਦੂਰ ਜਾਣਾ ਪੈਂਦਾ, ਬਹੁਤ ਦੇਰ ਬਾਅਦ ਕੋਈ ਨਵੀਂ ਚੀਜ਼ ਨਿਕਲਦੀ ਹੈ। ਪੰਜਾਬੀਅਤ ਕੋਈ ਮੁੱਢ ਕਦੀਮੀ ਜੰਤੂ ਹੈ, ਉਹ ਤੁਹਾਡੇ ਔਰ ਮੇਰੇ ਤੋਂ ਪਹਿਲਾਂ। ਔਰ ਇਸ ਦੇ ਵਿੱਚ ਇੱਕ ਗੈਬ ਦੇ ਅਰਸ਼ੋਂ ਡੁੱਲਣ ਨੂੰ ਵੇਖਣ ਦਾ ਇੱਕ ਚਸ਼ਮਾ ਮੌਜੂਦ ਹੈ। ਮੈਂ ਨਹੀਂ ਚਾਹੁੰਦਾ ਮੇਰੇ ਬੱਚੇ ਇਸ ਚਸ਼ਮੇ ਨੂੰ ਵਗਾ ਕੇ ਪਰਾਂ ਮਾਰਨ। ਮੈਂ ਨਹੀਂ ਚਾਹੁੰਦਾ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਇਸ ਗੈਬ ਨੂੰ ਅਰਸ਼ੋਂ ਡੁੱਲਦਿਆਂ ਨਾ ਵੇਖ ਸਕਣ। ਅੰਗਰੇਜ਼ੀ 'ਚ ਨਹੀਂ ਵੇਖਿਆ ਜਾਣਾ, ਹਿੰਦੀ 'ਚ ਵੀ ਨਹੀਂ ਵੇਖਿਆ ਜਾਣਾ, ਪੰਜਾਬੀ 'ਚ ਹੀ ਵੇਖਿਆ ਜਾਣਾ, ਬਾਬਾ ਫਰੀਦ ਰਾਹੀਂ ਵੇਖਿਆ ਜਾ ਸਕਦਾ, ਬਾਹੂ ਰਾਹੀਂ ਵੇਖਿਆ ਜਾਣਾ, ਬੁੱਲੇ ਰਾਹੀਂ ਵੇਖਿਆ ਜਾਣਾ, ਗੁਰੂ ਨਾਨਕ ਰਾਹੀਂ ਵੇਖਿਆ ਜਾਣਾ। ਸੋ ਮੈਂ ਸ਼ਾਇਦ ਮੇਰੇ ਖਿਆਲ ਨਾਲ ਜ਼ਿਆਦਾ ਬੋਲ ਗਿਆ, ਪਰ ਮੈਨੂੰ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਕਿ ਸਾਡੀ ਪੰਜਾਬ ਦੀ ਪੂਰੀ ਪੰਜਾਬੀਅਤ ਦੀ ਤੱਤ ਮੀਮਾਂਸਾ, ਉਹਦੀ ਅੰਟੋਲੋਜੀ ਮੈਂ ਇਸ ਤਰ੍ਹਾਂ ਜ਼ਰਰਾ ਜ਼ਰਰਾ ਸਿੰਘੂ ਔਰ ਟੀਕਰੀ ਦੇ ਬਾਰਡਰ ਦੇ ਉੱਤੇ ਉਹਦਾ ਮੁਜ਼ਾਹਰਾ ਵੇਖ ਰਿਹਾ। ਔਰ ਉਸ ਦੇ ਵਿੱਚ ਮੈਂ ਚੌਲ ਰੰਗੇ, ਕਣਕ ਰੰਗੇ ਔਰ ਪੱਕੇ ਰੰਗੇ, ਸਾਰੇ ਕਿਸਮ ਦੇ ਸਪੈਕਟਰਮ ਵੇਖ ਰਿਹਾ। ਮੈਨੂੰ ਇਸ ਤਰ੍ਹਾਂ ਲੱਗਦਾ ਹੈ, ਮੇਰਾ ਜੀ ਕਰਦਾ ਹੈ ਕਿਸੇ ਤਰ੍ਹਾਂ ਇਹਨਾਂ ਨੂੰ ਕਿਸੇ ਇੱਕ ਤੰਦ ਵਿੱਚ ਪਿਰੋ ਸਕਾਂ। ਔਰ ਜੇ ਤੰਦ ਵਿੱਚ ਵੀ ਨਾ ਪਿਰੋ ਸਕਾਂ ਤੇ ਕੋਈ ਇਹੋ ਜਿਹਾ ਬੁੱਲਾ ਹੋਵੇ ਜਿਹੜਾ ਕਿ ਇਹ ਸਾਰੇ ਇਕੱਠੇ ਮਹਿਸੂਸ ਕਰਨ। ਔਰ ਮੇਰੀ ਜਾਚੇ ਉਹ ਜਿਹੜਾ ਬੁੱਲਾ ਹੈ ਉਹ ਪੰਜਾਬੀ ਜ਼ਬਾਨ ਹੈ, ਔਰ ਉਹ ਪੰਜਾਬੀ ਤਸੱਵਰ ਹੈ। ਉਹ ਪੰਜਾਬੀ ਤਸੱਵਰ ਸਾਡੀ ਐਂਥਰੋਪੋਲੋਜੀ 'ਚ ਮੌਜੂਦ ਹੈ, ਉਹ ਸਾਡੀ ਹਿਸਟਰੀ 'ਚ ਮੌਜੂਦ ਹੈ, ਉਹ ਸਾਡੀ ਆਰਕੀਓਲੋਜੀ ਦੇ ਵਿੱਚ ਮੌਜੂਦ ਹੈ। ਇਸ ਨੂੰ ਘੜਨ ਦੀ ਲੋੜ ਹੈ। ਅਸੀਂ ਨਿਊਟਨ ਦੇ ਬੱਚੇ ਨਹੀਂ ਹਾਂ, ਅਸੀਂ ਫਰੀਦ ਦੇ ਬੱਚੇ ਹਾਂ। ਸਾਡਾ ਚਸ਼ਮਾ ਫਰੀਦ ਦਾ ਚਸ਼ਮਾ ਵੀ ਹੋਵੇ। ਮੈਂ ਇਹ ਨਹੀਂ ਕਹਿੰਦਾ ਕਿ ਨਿਰਾ ਪੂਰਾ ਫਰੀਦ ਦਾ ਚਸ਼ਮਾ ਹੋਵੇ। ਇੱਕ ਦੂਜੀ ਗੱਲ ਇਹ ਵੀ ਹੈ ਕਿ ਅੰਗਰੇਜ਼ੀ ਦਾ ਵਿਆਕਰਣ ਵੀ ਜਿਹੜਾ, ਅੰਗਰੇਜ਼ੀ ਦੀ ਵਾਕ ਰਚਨਾ ਵੀ ਜਿਹੜੀ ਹੈ ਉਹ ਵੀ ਸੰਸਕ੍ਰਿਤ ਦੇ ਉੱਤੇ ਬੇਸਡ ਕਹਿੰਦੇ ਦੱਸਦੇ ਨੇ, ਤੇ ਸੰਸਕ੍ਰਿਤ ਪਾਣਨੀ ਹੈ ਤੇ ਪਾਣਨੀ ਪੰਜਾਬੀ ਹੈ। ਔਰ ਅੰਗਰੇਜ਼ੀਅਤ ਵੀ ਹੋ ਸਕਦਾ ਹੈ ਇਸ ਦੇ ਵਿੱਚ ਵੀ, ਜੇ ਅਸੀਂ ਚੰਗੀ ਤਰ੍ਹਾਂ ਘੋਖੀਏ ਤੇ ਇਸ ਦੇ ਵਿੱਚ ਵੀ ਸਾਨੂੰ ਪੰਜਾਬੀਅਤ ਦਾ ਕੋਈ ਕਿਣਕਾ ਮੌਜੂਦ ਮਿਲੇ। ਲੋਕੀ ਦੱਸਦੇ ਆ ਫਿਨਲੈਂਡ ਦੇ ਵਿੱਚ ਜਾਂ ਇਨਲੈਂਡ, ਜਿਹੜੀਆਂ ਵੀ ਯੂਰੋਪੀਅਨ ਇਨਲੈਂਡ ਥਾਵਾਂ ਨੇ, ਉੱਥੇ ਤੁਹਾਨੂੰ ਸੰਸਕ੍ਰਿਤ ਦੇ ਲਫ਼ਜ਼ ਮਿਲ ਜਾਂਦੇ ਆ।
ਮੈਂ ਇਟਲੀ ਜਾਂਦਾ ਰਹਿਣਾ, ਮੇਰਾ ਪਰਿਵਾਰ ਇਟਲੀ ਹੈ ਵੇ, ਉੱਥੇ ਬੜੇ ਲਫ਼ਜ਼ ਹੈ ਜਿਹੜੇ ਕਿ ਪੰਜਾਬੀਅਤ ਦੇ ਨਾਲ ਮਿਲੇ ਜੁਲੇ ਹੈ। ਜਿਵੇਂ ਕਮਰੇ ਨੂੰ ਕਮਰਾ ਹੀ ਕਹਿੰਦੇ ਹੈ, ਚਾਬੀ ਨੂੰ ਕਿਆਵੀ ਕਹਿੰਦੇ ਹੈ, ਔਰੇਂਜ ਅਰਾਂਕਸ਼ਾ ਜਿਹੜਾ ਹੈ ਉਹ ਉਸਨੂੰ ਅਰਾਂਕਸ਼ ਜਿਹੜਾ ਹੈ ਉਹ ਸੰਸਕ੍ਰਿਤ ਦਾ ਲਫ਼ਜ਼ ਹੈ ਖੱਟੇ ਰੰਗ ਵਾਸਤੇ। ਇਸ ਤਰ੍ਹਾਂ ਦੀਆਂ ਅਨੰਤ ਚੀਜ਼ਾਂ ਮੈਨੂੰ ਉੱਥੇ ਵੇਖਣ ਨੂੰ ਮਿਲਦੀਆਂ। ਸੋ ਮੈਨੂੰ ਇਸ ਤਰ੍ਹਾਂ ਲੱਗਦਾ ਕਿ ਪੰਜਾਬੀਅਤ ਨੇ ਕਿਤੇ ਆਪਣਾ ਜਿਹੜਾ ਭਾਰ ਸੀ, ਆਪਣਾ ਇੱਕ ਹਿਸਟੋਰੀਕਲ ਉਹਦੀ ਜਿਹੜੀ ਜ਼ਿੰਮੇਦਾਰੀ ਸੀ, ਉਹ ਕਿਤੇ ਲਾਂਭੇ ਰੱਖਦੀ ਹੈ। ਉਹ ਕਿਉਂਕਿ ਜੇ ਆਪਾਂ ਸਾਇੰਟੀਫਿਕ, ਪ੍ਰੀ ਹਿਸਟੋਰੀਕਲ ਜਾਂ ਐਂਥਰੋਪੋਲੋਜੀਕਲ ਜਾਂ ਜਿਹੜੀਆਂ ਵੀ ਨਵੀਂ ਕੈਟੇਗਰੀਜ਼ ਆਫ ਸਾਇੰਟੀਫਿਕ ਇਨਕੁਆਇਰੀ ਨੇ, ਅਸੀਂ ਸਾਰੀਆਂ ਜੇ ਅਪਲਾਈ ਕਰਕੇ ਵੇਖੀਏ ਤਾਂ ਸਾਨੂੰ ਕਲੀਅਰ ਮਹਿਸੂਸ ਹੋਵੇਗਾ ਕਿ 12,000 ਆਈਸ ਏਜ ਤੋਂ ਬਾਅਦ ਜਿਹੜਾ ਕੋਈ ਪੂਰੀ ਦੁਨੀਆ ਦੇ ਵਿੱਚ ਜਿਹੜੀ ਕੋਈ ਪਹਿਲੀ ਤਹਿਜ਼ੀਬ ਬਣੀ ਹੈ, ਉਹ ਇਰਾਨੀ ਕੇਵ ਡਵੈਲਰਸ ਤੋਂ ਬਣੀ ਆ। ਉਹਨਾਂ ਨੇ ਥੱਲੇ ਆ ਕੇ ਮਿਹਰਗੜ੍ਹ ਬਣਾਇਆ, ਗਾਹਾਂ ਉਹਨਾਂ ਨੇ ਆ ਕੇ ਸਿੰਧ ਘਾਟੀ ਬਣਾਈ ਹੈ, ਗਾਹਾਂ ਅਸੀਂ ਸਾਰੇ ਉਹਨਾਂ ਦੇ ਹੀ ਵਰੋਸਾ ਆਏ ਹਾਂ। ਸੋ ਪੰਜਾਬੀਏ ਜਦੋਂ ਤੱਕ ਆਪਣੇ ਆਪ ਨੂੰ 350 ਸਾਲ ਤੋਂ ਪਿੱਛੇ ਲੈ ਕੇ ਜਾਣ ਤੋਂ ਪਰਹੇਜ਼ ਰੱਖਣਗੇ, ਉਹ ਆਪਣੀ ਇੱਕ ਤਵਾਰੀਖੀ ਜ਼ਿੰਮੇਵਾਰੀ ਤੋਂ ਪਾਸਾ ਵੱਟਣਗੇ। ਮੈਨੂੰ ਇਸ ਤਰ੍ਹਾਂ ਲੱਗਦਾ ਕਿ ਅਸੀਂ ਪੰਜਾਬੀਏ ਆਪਣਾ ਪਿਛੋਕੜ ਜਾਂ ਉਸ ਦਾ ਮਹੱਤਵ ਉਨੀ ਡਿਟੇਲ ਦੇ ਵਿੱਚ, ਉਨੀ ਤਫਸੀਲ ਦੇ ਵਿੱਚ ਨਹੀਂ ਸਮਝਦੇ। ਹੁਣੇ ਪਿੱਛੇ ਜੇ ਆਪਣਾ ਰਾਖੀਗੜ੍ਹੀ ਦੇ ਆਰਕੀਓਲੋਜੀਕਲ ਸੈਂਪਲ ਵੀ ਆਏ, ਉਹਨਾਂ ਦੇ ਵਿੱਚ ਜਿਹੜੇ ਕੋਈ ਪੁਰਾਤਨ ਕੋਈ ਨਰਪਿੰਜਰ ਮਿਲੇ ਹੈ, ਉਹਨਾਂ ਦੇ ਵਿੱਚ R1A1 ਜੀਨ ਨਿਕਲ ਰਿਹਾ। ਉਹ R1A1 ਜੀਨ ਨਹੀਂ ਨਿਕਲ ਰਿਹਾ, ਉਹ R1A1 ਉਹ ਜੀਨ ਹੈ ਜਿਹੜਾ ਤੁਹਾਡੇ ਔਰ ਮੇਰੇ ਵਿੱਚ ਮੌਜੂਦ ਹੈ, ਜਿਹੜਾ ਸਟੈਪ ਤੋਂ ਆਏ ਲੋਕਾਂ ਦੇ ਵਿੱਚ ਮੌਜੂਦ ਹੈ। ਉਹ ਲੋਕ ਬਹੁਤੇ ਪੱਕੇ ਰੰਗ ਵਾਲੇ, ਨਾਟੇ, ਥੋੜੀ ਸ਼ਾਇਦ ਚੌੜੀ ਨਾਸਾਂ ਵਾਲੇ, ਥੋੜੇ ਸਾਡੇ ਸਾਊਥ ਇੰਡੀਅਨ ਭਰਾਵਾਂ ਵਰਗੇ ਜਾਪਦੇ ਆ। ਔਰ ਮੈਂ ਦੱਸਣਾ ਚਾਹਾਂਗਾ ਕਿ ਮੇਰੇ ਪਰਿਵਾਰ ਦੇ ਵਿੱਚ ਮੇਰੇ ਮਾਤਾ ਜੀ, ਉਹਨਾਂ ਦਾ ਰੰਗ ਸ਼ਾਇਦ ਮੇਰੇ ਵਰਗਾ ਸੀ। ਮੇਰੇ ਪਿਤਾ ਜੀ ਦਾ ਰੰਗ ਜਿਹੜਾ ਉਹ ਬੜੇ ਪੱਕੇ ਰੰਗ ਵਾਲੇ ਸਨ। ਮੇਰਾ ਜਿਹੜਾ ਪੂਰਾ ਮੇਰੇ ਪਿਤਾ ਜੀ ਦਾ ਪਰਿਵਾਰ ਹੈ, ਉਸ ਦੇ ਵਿੱਚ ਅਸੀਂ ਸਾਰੇ ਜਿਹੜੇ ਆ, ਬਸ ਕਹਿ ਲਓ ਕਿ ਨਿੰਮ ਦੀ ਪਿਉਂਦ ਚੜੀ ਸੀ ਸਾਰਿਆਂ ਨੂੰ। ਸਾਨੂੰ ਸਾਰਿਆਂ ਨੂੰ ਆਪਣੇ ਉਸ ਜੀਨੀਓਲੋਜੀਕਲ ਸਰਮਾਏ ਨੂੰ ਵੀ ਸਾਂਭਣ ਦੀ ਲੋੜ ਹੈ। ਅਸੀਂ ਕੋਈ ਜੈਨੇਟਿਕਲੀ, there is no genetical basis for privilege। ਕੋਈ ਜੱਟਾਂ ਦੀ ਜੈਂਟਸ ਐਸੀ ਵੱਖਰੀ ਨਹੀਂ ਹੈ ਕਿ ਉਹ ਬਾਹਮਣਾਂ ਤੋਂ ਵੱਖਰੀ ਹੈ, ਸਾਡੇ ਦਲਿਤ ਵੀਰਾਂ ਤੋਂ ਵੱਖਰੀ ਹੈ ਜਾਂ ਹੋਰਾਂ ਤੋਂ ਵੱਖਰੀ ਹੈ। ਜਿਹੜਾ ਸਾਡਾ ਜੀਨੀਓਲੋਜੀਕਲ ਤਫਸੀਲ ਹੈ ਉਹ ਬਿਲਕੁਲ ਸੇਮ ਹੈ। ਉਸ ਦੇ ਵਿੱਚ ਇਨਫੈਕਟ ਜਿਹੜੇ ਬਿਲਕੁਲ ਜੈ ਲਲਿਤਾ ਵਰਗੇ ਬਿਲਕੁਲ ਐਨ ਦੁੱਧ ਚਿੱਟੇ ਸਾਊਥ ਇੰਡੀਅਨ ਲੋਕ ਵੀ ਹਨ, ਜੇ ਉੱਥੋਂ ਦੇ ਦਲਿਤਾਂ ਦੇ ਨਾਲ ਉਹਨਾਂ ਦਾ ਜੀਨੋਲੋਜੀਕਲ ਡਿਟੇਲ ਮੈਚ ਕੀਤੀ ਜਾਵੇ ਤਾਂ ਤਕਰੀਬਨ ਕਹਿੰਦੇ ਨੇ 8% ਦਾ ਫਰਕ ਹੈ ਉਹਨਾਂ ਦੇ ਵਿੱਚ। ਔਰ ਜੇ ਸਾਡੇ ਪੰਜਾਬ ਵੱਲ ਆ ਜਾਣ ਤੇ ਉਹ ਜਿਹੜਾ ਫਰਕ ਹੈ ਉਹ ਤਕਰੀਬਨ 1%, ਅੱਧੇ % ਦਾ ਰਹਿ ਜਾਂਦਾ। ਕਹਿਣ ਦਾ ਭਾਵ ਕਿ ਸਾਡੇ ਸਾਰਿਆਂ ਦੇ ਵਿੱਚ ਕੋਈ ਜੀਨੀਓਲੋਜੀਕਲ, ਕੋਈ ਜੈਨੇਟਿਕ ਬੇਸਿਸ ਨਹੀਂ ਹੈ ਫॉर ਹਾਇਰਾਰਕੀ ਜਾਂ ਪ੍ਰਿਵਿਲੇਜ। ਜਿਹੜੀਆਂ ਸ਼੍ਰੇਣੀਆਂ ਅਸੀਂ ਬਣਾਈਆਂ ਨੇ ਉਹਨਾਂ ਦਾ ਕੋਈ ਜੈਨੇਟਿਕ ਬੇਸਿਸ ਨਹੀਂ ਹੈ। ਔਰ ਮੇਰੇ ਖਿਆਲ ਨਾਲ ਸਾਨੂੰ ਜਿੱਥੇ ਅਸੀਂ ਮਾਡਰਨ ਸਾਇੰਸ ਜਿਹੜੀ ਸਾਡੇ ਵਾਸਤੇ ਕੋਈ ਨਵੀਂ ਬਾਰੀ ਖੋਲ ਸਕਦੀ ਹੈ, ਉੱਥੇ ਉਸਨੂੰ ਅਪਣਾਉਣਾ ਕੋਈ ਮਾੜੀ ਗੱਲ ਨਹੀਂ। ਆਪਾਂ ਮਾਡਰਨ ਐਂਥਰੋਪੋਲੋਜੀ ਤੋਂ, ਮਾਡਰਨ ਸਾਇੰਟੀਫਿਕ ਡਿਸਕਵਰੀ ਤੋਂ ਆਪਣੇ ਪਿਛੋਕੜ ਬਾਰੇ ਇੰਨਾ ਸਮਝ ਸਕਦੇ ਹਾਂ ਕਿ ਪੰਜਾਬੀਅਤ ਇੱਕ ਬੜਾ ਵਿਲੱਖਣ, ਬੜਾ ਇੱਕ ਨਿਵੇਕਲਾ ਇੱਕ ਕੋਈ ਜੀ ਹੈ। ਇਸ ਨੂੰ ਸਾਂਭਣਾ ਸਾਡੇ ਸਾਰਿਆਂ ਦੇ ਹੱਥ ਵਿੱਚ ਹੈ। ਇਸ ਨੂੰ ਸਾਂਭਣ ਵਾਸਤੇ ਸਭ ਤੋਂ ਪਹਿਲਾਂ ਸਾਨੂੰ ਜ਼ਬਾਨ ਸਾਂਭਣੀ ਪੈਣੀ ਹੈ। ਜ਼ਬਾਨ ਦੇ ਵਿੱਚ
ਪੰਜਾਬ ਵਸਦਾ, ਜ਼ਬਾਨ ਦੇ ਵਿੱਚ ਮੇਹਰਗੜ੍ਹ ਦੀ ਮੇਹਰਗੜ੍ਹ ਦੀਆਂ ਥੀਆਂ ਵਸਦੀਆਂ ਨੇ, ਸਾਡੀ ਜ਼ਬਾਨ ਦੇ ਵਿੱਚ ਹੜੱਪਾ ਦੀ ਮੁਟਿਆਰ ਵਸਦੀ ਹੈ, ਔਰ ਉਹਨਾਂ ਨੂੰ ਛੱਡਣਾ ਕਾਇਨਾਤ ਨੂੰ ਛੱਡਣ ਦੇ ਬਰਾਬਰ ਹੋਵੇਗਾ। ਉਹਨਾਂ ਨੂੰ ਛੱਡਣਾ ਅਧਿਆਤਮ ਨੂੰ, ਆਤਮ ਨੂੰ, ਰੱਬ ਨੂੰ ਛੱਡਣ ਦੇ ਬਰਾਬਰ ਹੋਵੇਗਾ। ਔਰ ਮੈਂ ਇਹਨਾਂ ਲਫ਼ਜ਼ਾਂ ਦੇ ਨਾਲ ਹੀ ਮੈਨੂੰ ਲੱਗਦਾ ਮੇਰਾ ਮਜ਼ਮੂਨ ਥੋੜ੍ਹਾ ਖ਼ਤਮ ਹੁੰਦਾ ਜਾ ਰਿਹਾ, ਅਤੇ ਇਸ ਤੋਂ ਬਾਅਦ ਬਜਾਏ ਇਸਦੇ ਕਿ ਮੈਂ ਹੋਰ ਅਨਰਗਲ ਗੱਲਾਂ ਕਰਾਂ, ਸੋ ਮੈਂ ਆਪਣੇ ਆਰਗੇਨਾਈਜ਼ਰਸ ਨੂੰ ਬੇਨਤੀ ਕਰਾਂਗੇ, ਸ਼ਾਇਦ ਉਹ ਹੁਣ ਇਸ ਤੋਂ ਅੱਗੇ ਉਹ ਗੱਲ ਤੋਰ ਸਕਣ। ਹੋ ਸਕਦਾ ਮੇਰੇ ਕੋਲ ਹੋਰ ਵੀ ਗੱਲਾਂ ਹੋਣ ਇਸ ਬਾਰੇ ਕਰਨ ਨੂੰ, ਪਰ ਸ਼ਾਇਦ ਮੇਰੇ ਖਿਆਲ ਨਾਲ 1 ਘੰਟਾ ਮੈਂ ਬੋਲਿਆ, ਅਤੇ ਹੋ ਸਕਦਾ ਲੋਕਾਂ ਦਾ ਅਟੈਂਸ਼ਨ ਸਪੈਨ ਸ਼ਾਇਦ ਇਸ ਤੋਂ ਜ਼ਿਆਦਾ ਨਾ ਹੋਵੇ। ਸੋ ਹਾਂਜੀ ਸਰ, ਇਸ ਤਰ੍ਹਾਂ ਵੀ ਅੱਜ ਤੁਹਾਨੂੰ ਦੇਖ ਕੇ ਜਿਸ ਤਰ੍ਹਾਂ ਦੇ ਦੋਸਤਾਂ ਦੇ ਦਰਸ਼ਨੀ ਸਰੋਤਿਆਂ ਦੇ ਰਿਸਪੌਂਸ ਆ ਰਹੇ ਆ, ਅਤੇ ਉਹ ਥੋੜ੍ਹੇ ਜਿਹੇ ਮੰਤਰ ਮੁਗਧ ਹੋਏ ਹੋਏ ਤੁਹਾਨੂੰ ਦੇਖ ਕੇ ਵੀ ਅਤੇ ਤੁਹਾਨੂੰ ਸੁਣ ਕੇ ਵੀ। ਜਿਵੇਂ ਉਹ ਗਾਲਿਬ ਸਾਹਿਬ ਕਹਿੰਦੇ ਆ ਵੀ ਤੁਮ ਕਰੀਬ ਵੀ ਹੋ ਮੁਖਾਤਿਬ ਵੀ ਹੋ, तुम मुखातिब भी हो करीब भी हो, तुमको देखूं या तुमसे बात करूं। ਤਾਂ ਇਸ ਤਰ੍ਹਾਂ ਬਹੁਤ ਸਾਰੇ ਦੋਸਤਾਂ ਨੇ ਤੁਹਾਡੀ ਸ਼ਬਦਾਵਲੀ, ਤੁਹਾਡੀ ਵਾਕ ਬਣਤਰ, ਤੁਹਾਡੇ ਖਿਆਲ ਅਤੇ ਤੁਹਾਡੇ ਅਹਿਸਾਸ ਉਹ ਜ਼ਿਕਰ ਕਰ ਰਹੇ ਆ ਦੋਸਤ ਆਪਣੇ ਮੈਸੇਜ ਲਿਖ ਕੇ, ਅਤੇ ਬਹੁਤ ਜ਼ਿਆਦਾ ਉਹਨਾਂ ਨੂੰ ਦਿਲਚਸਪੀ ਹੋਈ ਅਤੇ ਬੜੇ ਖੁਸ਼ ਹੋ ਰਹੇ ਆ। ਅਤੇ ਇਵੇਂ ਲੱਗ ਰਿਹਾ ਜਿਵੇਂ ਤੁਸੀਂ ਆਪ ਹੀ ਕਿਹਾ, ਨਵੀਂ ਬਾਰੀ, ਜਿਵੇਂ ਅੱਜ ਤੁਸੀਂ ਪੰਜਾਬ ਦੇ ਤਸੱਵਰ ਦੀ ਇੱਕ ਨਵੀਂ ਖਿੜਕੀ ਸਾਡੇ ਸਾਹਮਣੇ ਖੋਲ੍ਹੀ ਆ, ਜਿਹਦਾ ਸਾਨੂੰ ਬਿਲਕੁਲ ਉਸ ਤਰ੍ਹਾਂ ਨਹੀਂ ਸੀ ਪਤਾ ਜਿਸ ਤਰ੍ਹਾਂ ਤੁਸੀਂ ਅੱਜ ਸਾਨੂੰ ਉਹ ਖਿੜਕੀ ਖੋਲ੍ਹ ਕੇ ਦਰਸ਼ਨ ਕਰਾਏ ਆ। ਅਤੇ ਤੁਹਾਡੇ ਜਿਵੇਂ ਤੁਸੀਂ ਪਹਿਲੀ ਵਾਰੀ ਮੇਰੇ ਖਿਆਲ ਪੰਜਾਬੀ ਨੂੰ ਇੱਕ ਜੀ ਕਿਹਾ ਗਿਆ, ਵੀ ਪੰਜਾਬੀ ਸਾਡਾ ਇੱਕ ਜਿਵੇਂ ਇੱਕ ਘਰ ਦਾ ਮੈਂਬਰ ਹੁੰਦਾ ਆ, ਇਸ ਤਰ੍ਹਾਂ ਪੰਜਾਬ ਦਾ ਇੱਕ ਲਿਵਿੰਗ ਮੈਂਬਰ ਹੈ, ਇੱਕ ਜੀ ਆ ਸਾਡਾ ਪੰਜਾਬੀ ਦਾ। ਅਤੇ ਅੱਜ ਤੋਂ ਪਹਿਲਾਂ ਰੂਹ ਹੈ ਪੰਜਾਬੀ, ਇੱਕ ਰੂਹ ਹੈ, ਇੱਕ ਆਤਮਾ ਹੈ ਜੀ। ਅਤੇ ਇਸ ਤਰ੍ਹਾਂ ਕਦੇ ਨਹੀਂ ਕਿਹਾ ਗਿਆ, ਬਹੁਤ ਵਧੀਆ ਲੱਗਿਆ। ਅਤੇ ਇੱਕ ਹੋਰ ਜਿਹੜਾ ਖਾਸ ਤੌਰ 'ਤੇ ਮੈਂ ਨੋਟ ਕੀਤਾ, ਅਤੇ ਅਸੀਂ ਅਕਸਰ ਕਹਿੰਦੇ ਵੀ ਪੰਜਾਬੀ ਬੰਦੇ ਨੂੰ ਤੁਸੀਂ ਪੰਜਾਬੀਏ ਕਿਹਾ, ਇਹ ਬਹੁਤ ਪਿਆਰਾ ਅਤੇ ਬਹੁਤ ਅਪਣੱਤ ਭਰਿਆ ਸ਼ਬਦ ਲੱਗਿਆ। ਇਹ ਵੀ ਪਹਿਲਾਂ ਕਦੇ ਕਿਸੇ ਨੇ ਨਹੀਂ ਪੰਜਾਬੀਏ ਕਿਹਾ, ਅਤੇ ਇਹ ਬਹੁਤ ਚੰਗਾ ਲੱਗਿਆ, ਇਹਦੇ ਵਿੱਚ ਬੜੀ ਅਪਣੱਤ ਆ। ਅਤੇ ਇੱਕ ਮੈਂ ਤੁਹਾਡੇ ਨਾਲ ਜਦੋਂ ਤੁਸੀਂ ਦੱਸ ਰਹੇ ਸੀ ਤੁਸੀਂ ਕਸੌਲੀ ਰਹਿ ਕੇ ਆਏ ਆ, ਅਤੇ ਕਸੌਲੀ ਦਾ ਐਕਸਪੀਰੀਅੰਸ ਅਨੁਭਵ ਤੁਸੀਂ ਸਾਂਝਾ ਕੀਤਾ, ਅਤੇ ਮੈਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਪੜ੍ਹਿਆ, ਅਤੇ ਉੱਥੇ ਆਪਣੇ ਪ੍ਰੋਫੈਸਰ ਸ਼ਾਮ ਸਿੰਘ ਅਤੇ ਪ੍ਰੋਫੈਸਰ ਹਰਪਾਲ ਸਿੰਘ, ਅਸੀਂ 3 ਦੋਸਤ, ਅਸੀਂ 3 ਵਾਰੀ ਅਸੀਂ ਪੈਦਲ ਯਾਤਰਾ ਕੀਤੀ ਪਹਾੜਾਂ ਦੀ। ਚੰਡੀਗੜ੍ਹ ਤੋਂ ਪੈਦਲ ਕਸੌਲੀ ਨੂੰ ਜਾਣਾ, ਅਤੇ ਕਸੌਲੀ ਰਾਤ ਰਹਿ ਕੇ ਅਗਲੇ ਦਿਨ ਸ਼ਿਮਲੇ ਜਾਣਾ, ਅਤੇ ਉਹਨਾਂ ਪਿੰਡਾਂ ਦੇ ਵਿੱਚ ਵੀ ਅਸੀਂ ਰਾਤਾਂ ਰਹਿ ਕੇ ਦੇਖਿਆ ਵੀ ਐਵੇਂ ਹੀ ਕੋਈ ਪਿੰਡ ਆ ਗਿਆ, ਉੱਥੇ ਕਿਸੇ ਦਾ ਦਰ ਖੜਕਾਇਆ ਵੀ ਅਸੀਂ ਇੱਥੇ ਰਾਤ ਰਹਿਣਾ, ਅਤੇ ਰਾਤ ਰਹੇ। ਅਤੇ ਉਹਨਾਂ ਲੋਕਾਂ ਨਾਲ ਅਸੀਂ ਹਿੰਦੀ ਵਿੱਚ ਗੱਲ ਕਰਨੀ ਸ਼ੁਰੂ ਕਰਦੇ ਸੀਗੇ, ਅਤੇ ਲੇਕਿਨ ਉਹ ਅਚਾਨਕ ਪਤਾ ਲੱਗਦਾ ਸੀਗਾ ਵੀ ਉਹ ਲੋਕ ਸਾਡੇ ਨਾਲ ਪੰਜਾਬੀ, ਸਾਡੇ ਵਰਗੀ ਪੰਜਾਬੀ ਬੋਲਣ ਲੱਗ ਪੈਂਦੇ ਸੀਗੇ, ਅਤੇ ਉਹ ਕਾਫੀ ਸਾਨੂੰ ਉਦੋਂ ਇੱਕ ਹੇਰਵਾ ਜਿਹਾ ਮਹਿਸੂਸ ਹੁੰਦਾ ਸੀਗਾ ਵੀ ਇਹ ਸਾਡਾ ਪੰਜਾਬ ਸੀਗਾ, ਅਤੇ ਹੁਣ ਉਹ ਸਾਡਾ ਪੰਜਾਬ ਨਹੀਂ ਹੈ। ਬੇਸ਼ੱਕ ਉਹ ਪੋਲੀਟੀਕਲੀ ਸਾਡਾ ਪੰਜਾਬ ਨਹੀਂ ਹੈ, ਪਰ ਅਸੀਂ ਉਹਨੂੰ ਆਤਮਾ ਤੌਰ 'ਤੇ ਆਪਣੇ ਦਿਲ ਦੇ ਕਰੀਬ ਅਸੀਂ ਸਮਝ ਸਕਦੇ ਹਾਂ, ਆਪਣੇ ਮਨਾਂ ਵਿੱਚ ਤਾਂ ਅਸੀਂ ਉਹਨੂੰ ਪੰਜਾਬ ਸਮਝ ਸਕਦੇ ਹਾਂ, ਆਪਣੇ ਨਾਲ ਜੋੜ ਸਕਦੇ ਹਾਂ। ਅਤੇ ਤੁਹਾਡੀਆਂ ਇਹ ਸਾਰੇ ਗੱਲਾਂ ਬਾਤਾਂ ਤੋਂ ਸਾਨੂੰ ਪੰਜਾਬ ਦਾ ਜਿਹੜਾ ਤਸੱਵਰ ਹੈਗਾ, ਮੇਰਾ ਖਿਆਲ ਉਹਨੂੰ ਅਸੀਂ ਜਿੱਥੇ ਝਰੀਟਾਂ ਪੈ ਚੁੱਕੀਆਂ, ਜਿਹਦੇ ਵਿੱਚ ਕਾਂਟ ਛਾਂਟ ਹੋ ਚੁੱਕੀ ਹੈ, ਅਸੀਂ ਉਹਨੂੰ ਮੁੜ ਕੇ ਸਿਰਜ ਸਕਦੇ ਹਾਂ। ਅਤੇ ਮੇਰਾ ਖਿਆਲ ਹੈ ਵੀ ਸਾਡੇ ਦੋਸਤ ਹਲੇ ਤੁਹਾਨੂੰ ਹੋਰ ਸੁਣਨਾ ਚਾਹੁੰਦੇ ਆ, ਤੁਹਾਡੇ ਮਨ ਵਿੱਚ ਜੇ ਕੋਈ ਗੱਲ ਕਰਨਾ ਚਾਹੁੰਦੇ ਹੋਣ, ਕੋਈ ਉਹਨਾਂ ਦੇ ਸਵਾਲ ਹੋਣ, ਅਤੇ ਮੈਂ ਉਹਨਾਂ ਦਾ ਜਵਾਬ ਦੇ ਸਕਦਾ ਹਾਂ। ਕੋਈ ਆਪਾਂ ਟੈਂਪਲੇਟ ਨਾ ਇਸ 'ਤੇ ਅਪਲਾਈ ਕਰੀਏ, ਜਿਸ ਤਰ੍ਹਾਂ ਕੋਈ ਫਰੀ ਫਲੋਇੰਗ ਗੱਲ ਹੁੰਦੀ ਹੈ ਉਹ ਕਰੀ ਜਾਈਏ, ਕੋਈ ਮੈਨੂੰ ਇਹਦੇ ਨਾਲ ਕੋਈ ਗੁਰੇਜ਼ ਨਹੀਂ। ਹਾਂਜੀ, ਕੋਈ ਸਵਾਲ ਸਾਹਮਣੇ ਨਹੀਂ ਆਇਆ, ਹੋ ਸਕਦਾ ਸ਼ਾਇਦ ਬਾਅਦ ਵਿੱਚ, ਮੇਰਾ ਖਿਆਲ ਹੈ ਵੀ ਤੁਹਾਡੇ ਗੱਲਾਂ ਵਿੱਚ ਲੋਕ ਗਵਾਚ ਗਏ ਅਤੇ ਉਹਨਾਂ ਨੇ ਕੋਈ ਸਵਾਲ ਨਹੀਂ ਕੀਤਾ ਹੈ। ਅਤੇ ਖੈਰ ਅਸੀਂ ਇਹਨੂੰ ਸਵਾਲ ਜਵਾਬ ਉਸ ਤਰ੍ਹਾਂ ਰੱਖਿਆ ਵੀ ਨਹੀਂ ਹੋਇਆ ਇਸ ਗੱਲ ਨੂੰ। ਅਤੇ ਇੱਕ ਗੱਲ ਮੈਂ ਕਹਿਣ ਤੋਂ ਹੈਜੀਟੇਟ ਕਰ ਰਿਹਾ ਥੋੜ੍ਹਾ ਜਿਹਾ,
ਜੇ ਜੀ ਜੀ ਉਹਨੂੰ ਮੰਨਣਾ ਨਾ ਮੰਨਣਾ ਤੁਹਾਡੇ 'ਤੇ ਮੁਨੱਸਰ ਕਰਦਾ, ਲੇਕਿਨ ਮੈਨੂੰ ਕਹਿਣ ਦਾ ਵੀ ਸਾਡੇ ਕੁਝ ਦੋਸਤ ਇਸ਼ਾਰਾ ਕਰ ਰਹੇ ਆ ਵੀ ਤੁਸੀਂ ਕੋਈ ਕੋਈ ਆਪਣੇ ਬੋਲ ਵੀ ਸੰਗੀਤ ਦੇ ਸਾਂਝੇ ਕਰ ਸਕਦੇ ਆ, ਜੇ ਤੁਹਾਨੂੰ ਕੋਈ ਇਤਰਾਜ਼ ਨਾ ਹੋਵੇ ਤਾਂ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੋਊਗੀ ਜੇ ਇਸ ਤਰ੍ਹਾਂ ਕੁਝ ਹੋ ਸਕਦਾ ਹੋਵੇ। ਮੈਂ ਕਰ ਦਿੰਦਾ ਜੀ। ਇੱਕ second, ਮੈਂ ਜੇ ਤੁਸੀਂ ਮੈਨੂੰ ਇਜਾਜ਼ਤ ਦਿਓ, ਮੈਂ ਗਿਟਾਰ ਲੈ ਆਉਂਦਾ, ਹਾਂ ਮੈਂ ਹਾਂ ਤੁਹਾਨੂੰ ਗਿਟਾਰ ਬਿਲਕੁਲ ਤੇ ਸੁਣਾ। ਬਿਲਕੁਲ 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 ਜੀ, ਹਾਂਜੀ। ਹਾਂ, ਸਰੋਤੇ ਨੂੰ ਬੇਨਤੀ ਹੈ ਕਿ ਜੇ ਕੋਈ ਸਵਾਲ ਕਰਨਾ ਚਾਹੁੰਦਾ ਆਪਣੇ ਸਾਡੇ ਸਤਿਕਾਰਯੋਗ ਰੱਬੀ ਸ਼ੇਰ ਗਿੱਲ ਜੀ ਨੂੰ, ਤੇ ਉਹ ਸਵਾਲ ਨੂੰ ਵੀ ਵੈਲਕਮ ਕਰਨਗੇ, ਤੇ ਕੋਈ ਸੱਜਣ ਲਿਖ ਕੇ ਸਵਾਲ ਕਰ ਸਕਦਾ। ਅੱਜ ਸਾਡੇ ਲਈ ਬੜੇ ਧੰਨ ਭਾਗ ਆ, ਮੈਂ ਬੜਾ ਹੈਜੀਟੇਟ ਕਰ ਰਿਹਾ ਸੀਗਾ ਉਹਨਾਂ ਨੂੰ ਇਹ ਗੱਲ ਕਹਿਣ ਤੋਂ, ਤੇ ਵੱਡੇ ਬੰਦਿਆਂ ਨਾਲ ਗੱਲ ਕਰਨ ਲਈ ਥੋੜ੍ਹਾ ਜਿਹਾ ਡਰ ਲੱਗਦਾ ਰਹਿੰਦਾ ਵੀ ਪਤਾ ਨਹੀਂ ਉਹ ਕਿਸ ਤਰ੍ਹਾਂ ਸਮਝਣ, ਤੇ ਉਹਨਾਂ ਦੀ ਖੁਰਾਕ ਦਿਲੀ ਆ ਕਿ ਉਹਨਾਂ ਨੇ ਉਹ ਮੰਨ ਗਏ ਕਿ ਸਾਨੂੰ ਗਿਟਾਰ ਦੇ ਨਾਲ ਸਾਨੂੰ ਦਰਸ਼ਨ ਦੇਣਗੇ। ਕਿਆ ਬਾਤ ਹੈ। भुला की जाना को, भुला की जाना को, भुला की जाना को, भुला की जाना को। नाम मोमन विच मसीतां, नाम विच कुफर दियां रीतां, नाम पाकां विच पलीतां, नाम अंदर बैद किताबां, नाम रहिंदा भंग शराबां, नाम रहिंदा मस्त खराबां, नाम शादी ना गम ना की, नाम विच पली ते पाकी, नाम आबे नाम खाकी, नाम आतश नाम पान, भुला की जन्म कौन, भुला की जन्म, भुला की जन्म को, भुला की जन्म को। जी ਮੇਰਾ ਸ਼ਾਇਦ ਤੁਸੀਂ ਆਪਣੇ ਗੱਲਬਾਤ ਵਿੱਚ ਵੀ ਉਸ ਨਿਰਾਕਾਰਤਾ ਵੱਲ ਗੱਲ ਕਰ ਰਹੇ ਸੀਗੇ, ਅਤੇ ਸ਼ਾਇਦ ਬੁੱਲੇ ਸ਼ਾਹ ਵੀ ਸਾਨੂੰ ਇਹਨਾਂ ਬੋਲਾਂ ਰਾਹੀਂ ਉਸ ਨਿਰਾਕਾਰਤਾ ਵੱਲ ਇਸ਼ਾਰਾ ਕਰ ਰਹੇ। ਸ਼ਾਇਦ ਸਾਡੀ ਜਿਹੜੀ ਪਹਿਚਾਣ ਹੈ ਉਹ ਨਿਰਾਕਾਰ ਹੀ ਸਾਡੀ ਪਹਿਚਾਣ ਹੈ, ਜਿਹਨੂੰ ਗੁਰੂ ਨਾਨਕ ਨੇ ਧੰਨ ਨਿਰੰਕਾਰ ਕਿਹਾ। ਅਤੇ ਮੇਰਾ ਖਿਆਲ ਹੈ ਸ਼ਾਇਦ ਅਸੀਂ ਜੇ ਆਕਾਰਾਂ ਨੂੰ ਛੱਡ ਕੇ ਅਸੀਂ ਨਿਰੰਕਾਰ ਦੇ ਵਿੱਚੋਂ ਆਪਣੀ ਪਹਿਚਾਣ ਲੱਭੀਏ, ਅਤੇ ਅਸੀਂ ਪੰਜਾਬ ਦੀ ਉਹ ਚੀਜ਼ ਮੁੜ ਕੇ ਤਾਜ਼ਾ ਕਰ ਸਕਦੇ ਹਾਂ। ਅਤੇ ਇੱਕ ਸੱਜਣ ਨੇ ਸਰ ਉਹ ਸੰਗੀਤ ਦੇ ਨਾਲ ਜੁੜੇ ਹੋਏ ਆ, ਅਤੇ ਉਹਨਾਂ ਨੇ ਇੱਕ ਮੰਗ ਰੱਖੀ ਹੈ ਕਿ ਤੇਰੇ ਬਿਨ ਸਾਨੂੰ ਸੋਹਣਿਆ, ਇਹਦੀ ਇੱਕ ਬੋਲ ਸੁਣਾ ਦਿਓ। ਤੁਹਾਨੂੰ ਜ਼ਿਆਦਾ ਨਹੀਂ ਕਹਾਂਗੇ। तेरे बिन सानू सोहणा कोई हो नहीं लब, जो दे रूह नू सकून चुके जो नखरा में, वे मैं सारे घूम के वेखिया, अमरीका रूस मलेशिया
ਨਾ ਕਿਤੇ ਵੀ ਕੋਈ ਫਰਕ ਸੀ, ਹਰ ਕਿਸੇ ਦੀ ਕੋਈ ਸ਼ਰਤ ਸੀ। ਕੋਈ ਮੰਗਦਾ ਮੇਰਾ ਸੀ ਸਮਾਂ, ਕੋਈ ਹੁੰਦਾ ਸੂਰਤ ਤੇ ਫਿਦਾ, ਕੋਈ ਮੰਗਦਾ ਮੇਰੀ ਸੀ ਵਫਾ, ਮੈਂ ਕੋ ਮੰਗਦਾ ਮੇਰੀ ਉਤਰ ਬਿਨ ਹੋਰ ਨਾ ਕਿਸੇ ਮੰਗਣੀ ਮੇਰੀਆਂ ਭਲਾ, ਤੇਰੇ ਬਿਨ ਹੋਰ ਨਾ ਕਿਸੇ ਕਰਨੀ ਧੁੱਪ ਵਿੱਚ ਛਾਂ, ਤੇਰੇ ਬਿਨ ਸਾਨੂੰ ਸੋਹਣਾ ਕੋਈ ਹੋਰ ਨਹੀਂ ਲੱਭਦਾ, ਜੋ ਦਵੇ ਰੂਹ ਨੂੰ ਸਕੂਨ ਚੁੱਕੇ ਜੋ ਨਖਰਾਂ ਮੇ। ਜੀ ਬਹੁਤ ਹੀ ਤੁਹਾਨੂੰ ਸੁਣ ਕੇ ਜੀ ਇੱਕ ਵਿਸਮਾਦ ਵਿੱਚ ਚਲੇ ਜਾਈਦਾ। ਅਤੇ ਇੱਕ ਮੇਰੀ ਤੁਹਾਨੂੰ ਬੇਨਤੀ ਹੈ ਕਿ ਇੱਕ ਤਾਂ ਜਿਸ ਤਰ੍ਹਾਂ ਸਾਡੇ ਸੁਭਾਅ ਵਿੱਚ ਹੈ ਕਿ ਜਦੋਂ ਅਸੀਂ ਕਿਤੇ ਜਾਂਦੇ ਹਾਂ ਅਤੇ ਆਪਣੇ ਪਿਆਰੇ ਕੋਲ, ਅਤੇ ਉਹਦੇ ਕੋਲ ਆਉਣ ਨੂੰ ਜੀਅ ਨਹੀਂ ਕਰਦਾ ਹੁੰਦਾ, ਅਤੇ ਜਦੋਂ ਅਸੀਂ ਘਰੋਂ ਤੁਰ ਕੇ ਗੇਟ ਕੋਲ ਬਾਹਰ ਖੜ੍ਹ ਜਾਈਦਾ, ਫਿਰ ਉੱਥੇ ਖੜ੍ਹ ਕੇ ਫਿਰ ਗੱਲਾਂ ਕਰਨ ਲੱਗ ਜਾਈਦਾ। ਅਤੇ ਪ੍ਰੋਫੈਸਰ ਹਰਪਾਲ ਸਿੰਘ ਚੰਡੀਗੜ੍ਹ ਤੋਂ ਉਹਨਾਂ ਨੇ ਕਿਹਾ ਕਿ ਤੁਹਾਡੇ ਕੋਲੋਂ ਗੱਲਬਾਤ ਸਮਾਪਤ ਕਰਨ ਨੂੰ ਜੀਅ ਨਹੀਂ ਕਰਦਾ, ਵੀ ਹਰੇ ਹੋਰ ਗੱਲਾਂ ਸੁਣਨ ਨੂੰ ਜੀਅ ਕਰਦਾ। ਇੱਕ ਵਿੱਚ ਹੀ ਕਿਸੇ ਸੱਜਣ ਨੇ ਸਵਾਲ ਕੀਤਾ ਤੁਹਾਨੂੰ। ਹਾਂਜੀ ਉਹ ਸਵਾਲ ਹੈ ਵੀ ਅੰਗਰੇਜ਼ੀ ਵਿੱਚ ਲਿਖਿਆ ਉਹਨਾਂ ਨੇ, ਇਜ਼ ਦੇਅਰ ਐਨੀ ਪ੍ਰੋਬਲਮ ਇਨ ਓਰੀਐਂਟਲ ਸ਼ੇਡ ਆਫ ਪੰਜਾਬ ਲੀਡਿੰਗ ਟੂ ਕੰਟੈਂਪਰੇਰੀ ਕ੍ਰਾਈਸਿਸ? Is there any oriental shade of Punjab leading to present crisis? ਸਰ ਮੈਨੂੰ ਪਹਿਲੀ ਗੱਲ ਤਾਂ ਅਸੀਂ ਓਰੀਐਂਟਲ ਪੰਜਾਬ ਨੂੰ ਅਸੀਂ ਦਰਕਿਨਾਰ ਨਹੀਂ ਕਰ ਸਕਦੇ, ਪਰ ਜਿਹੜਾ ਓਰੀਐਂਟਲ ਪੰਜਾਬ ਹੈ ਮੇਰੀ ਜਾਚੇ ਉਹ ਬਹੁਤ ਮਿਸਅੰਡਰਸਟੂਡ ਹੈ। ਔਰ ਓਰੀਐਂਟਲ ਪੰਜਾਬ ਦੀ ਜਿਹੜੀ ਆਪਣੀ ਰੈਫਰਮੇਸ਼ਨ ਹੋਣੀ ਸੀ ਉਹ ਸ਼ਾਇਦ ਨਹੀਂ ਹੋਈ, ਉਹ ਦੈਟ ਵਾਜ਼ ਇੰਟਰਪਟਡ ਬਿਕੋਜ਼ ਆਫ ਕੋਲੋਨਾਈਜੇਸ਼ਨ। ਓਰੀਐਂਟਲ ਪੰਜਾਬ ਇਸ ਦੇ ਵੱਲ ਜ਼ਰੂਰ ਵਧਣਾ ਸੀ। ਜਿਹੜਾ ਹਾਰਮੋਨੀਊਟਿਕ ਸਕੂਲ ਹੈ ਤੁਹਾਡਾ ਸੱਤੋ ਵਾਲੀ ਗਲੀ ਦਾ, ਇਸ ਦੇ ਵਿੱਚੋਂ ਨਵੀਆਂ ਗੱਲਾਂ ਜ਼ਰੂਰ ਉੱਭਰਨੀਆਂ ਸਨ। ਹੋਰ ਸਾਡਾ ਜਿਹੜਾ ਚਿੰਤਨ ਸੀ, ਇਸ ਤੋਂ ਗੱਲਾਂ ਬਹੁਤ ਜ਼ਰੂਰੀ ਉੱਭਰਨੀਆਂ ਸੀ। ਤੁਸੀਂ ਦੇਖੋ ਜਿਸ ਤਰ੍ਹਾਂ ਅਰਨੈਸਟ ਟਰੰਪ ਨੇ ਸਾਨੂੰ ਮਿਸ ਕੈਟੇਗਰਾਈਜ਼ ਕੀਤਾ, ਜਿਸ ਤਰ੍ਹਾਂ ਉਸਨੇ ਆਖਿਆ ਜਿਹੜੀ ਪਹਿਲੀ ਜਿੱਥੋਂ ਈਸਟ ਔਰ ਵੈਸਟ ਸਾਡੀ ਜਿਹੜੀ ਤਕਰਾਰ ਹੈ ਉਹ ਸ਼ੁਰੂ ਹੋਈ ਹੈ, ਜਿਸ ਤਰ੍ਹਾਂ ਉਸਨੇ ਸਾਨੂੰ ਕੈਟੇਗਰਾਈਜ਼ ਕੀਤਾ, ਉਹ ਹੀ ਬੜਾ ਪ੍ਰੋਬਲਮੈਟਿਕ ਸੀ। ਉਹ ਕਹਿੰਦਾ ਇਹ ਤਾਂ ਲੋਕ ਹੈ ਹੀ ਨਹੀਂ ਕੋਈ, ਇਹ ਤਾਂ ਵੱਖਰੇ ਲੋਕ ਹੀ ਨਹੀਂ ਹੈਗੇ, ਆ ਤਾਂ ਪੈਂਥੀਇਸਟਿਕ ਲੋਕ ਨੇ, ਇਹ ਬੁੱਧਿਸਟ ਜਿਹੀ ਲੋਕ ਹੈ, ਇਹ ਹਿੰਦੂ ਜਿਹੀ ਲੋਕ ਹੈ। ਇਸ ਦਾ ਉਹ ਸਾਨੂੰ ਬਹੁਤ ਘੱਟ ਸਮਝਦੇ ਨੇ। ਔਰ ਇਸ ਨੂੰ ਸਮਝਣ ਦੇ ਵਿੱਚ, ਇਸ ਦਾ ਜਵਾਬ ਦੇਣ ਦੇ ਵਿੱਚ, ਆਰਟੀਕੂਲੇਟ ਕਰਨ ਦੇ ਵਿੱਚ ਸਾਨੂੰ 50 ਸਾਲ ਲੱਗੇ, ਪਰ ਉਸ ਤੋਂ ਬਾਅਦ ਅਸੀਂ ਆਰਟੀਕੂਲੇਟ ਕੀਤਾ। ਫਿਰ ਸਾਡੇ ਭਾਈ ਵੀਰ ਸਿੰਘ ਜੀ ਨੇ ਇਸ ਦਾ ਜਵਾਬ ਦਿੱਤਾ। ਪਰ ਮੈਂ ਹੋਰ ਤਰ੍ਹਾਂ ਦਾ, ਆਈ ਕਮ ਫਰੋਮ ਅ ਲਿਟਲ, ਮੇਰਾ ਇਹਦੇ ਬਾਰੇ ਸੋਚ ਜਿਹੜੀ ਹੈ ਥੋੜੀ ਜਿਹੀ ਵੱਖਰੀ ਹੈ। ਮੈਂ ਇਹਨਾਂ ਤੰਦਾਂ ਨੂੰ ਨਿਖੇੜਨ ਦਾ ਜਿਹੜਾ ਜ਼ਰੀਆ, ਜਿਹੜੀ ਸੋਚ ਹੈ, ਉਹ ਮੈਨੂੰ ਥੋੜੀ ਜਿਹੀ ਦਸਮ ਬਾਣੀ ਤੋਂ ਉਸਦੀ ਸੇਧ ਮਿਲਦੀ ਹੈ, ਜਾਪ ਸਾਹਿਬ ਤੋਂ ਮਿਲਦੀ ਹੈ, ਜਿਸ ਦੇ ਵਿੱਚ ਆਕਸੀਡੈਂਟਲ ਕਨਸੈਪਟਸ, ਓਰੀਐਂਟਲ ਕਨਸੈਪਟਸ, ਇਹਨਾਂ ਸਾਰਿਆਂ ਨੂੰ ਪਿਰੋਇਆ ਹੋਇਆ ਸੀਮਲੈਸਲੀ। ਅਫੁਲ ਗਨਾਏ ਕਿ ਸ਼ਾਨ ਸ਼ਾਹ ਕੇ ਕਾਰਨ ਕੋ ਨਿੰਦਾ ਕਿ ਰੋਜ਼ੀ ਦਹਿੰਦਾ। ਤੇ ਇਸ ਦੇ ਵਿੱਚ ਅਸੀਂ ਬਿਲਕੁਲ ਹਾਰਡਕੋਰ ਉਪਨਿਸ਼ਦਿਕ ਕੰਸੈਪਚੁਅਲ ਫਰੇਮਵਰਕ ਵੀ ਇਸਤੇਮਾਲ ਕਰ ਰਹੇ ਹਾਂ। ਇਸ ਦੇ ਵਿੱਚ ਅਸੀਂ ਜਿਹੜਾ ਐਬਰਾਹੈਮਿਕ ਕੰਸੈਪਚੁਅਲ ਫਰੇਮਵਰਕ ਹੈ, ਇਸ ਨੂੰ ਵੀ ਇਸਤੇਮਾਲ ਕਰ ਰਹੇ ਹਾਂ। ਗੁਰੂ ਨਾਨਕ ਜਿਹੜੇ ਨੇ ਉਹ ਪਿੰਗਲ ਨੂੰ ਇਸਤੇਮਾਲ ਕਰ ਰਹੇ ਨੇ। ਗੁਰੂ ਗੋਬਿੰਦ ਸਿੰਘ ਜਿਹੜੇ ਨੇ ਉਹ ਵੱਖੋ ਵੱਖ ਸਾਹਿਤਕ ਵੰਨਗੀਆਂ ਦੇ ਵਿੱਚ ਕੰਮ ਕਰ ਰਹੇ ਨੇ।
ਗੁਰੂ ਗੋਬਿੰਦ ਸਿੰਘ ਜਿਹੜੇ ਨੇ ਉਹ ਬੜੀ ਇੱਕ ਕਮਾਲ ਸ਼ਖਸੀਅਤ। ਮੈਂ ਉਹਨਾਂ ਜੇ ਤੁਸੀਂ ਮੇਰੇ ਕੋਲ ਜੇ ਥੋੜਾ ਜਿਹਾ ਸਮਾਂ ਹੋਵੇ ਤਾਂ ਮੈਂ ਤੁਹਾਨੂੰ ਦੱਸ ਦਿੰਦਾ ਮੈਂ ਇਹਨਾਂ ਨੂੰ ਕਿਸ ਤਰ੍ਹਾਂ ਵੇਖਦਾ। ਕਿ ਜਿਵੇਂ ਅਸੀਂ ਵੈਸਟ ਦੀ ਜਿਹੜੀ ਅੱਜ ਦੀ ਚੌਧਰ ਹੈ, ਇਸ ਚੌਧਰ ਪਿੱਛੇ ਅਸੀਂ ਕਿਤੇ ਰੈਨੇਸਾਂ ਦਾ ਰੋਲ ਵੇਖਦੇ ਹਾਂ। ਅਸੀਂ ਕਿਤੇ ਕਹਿੰਦੇ ਹਾਂ ਕਿ ਜਿਹੜਾ ਗ੍ਰੀਕ ਲਿਟਰੇਚਰ ਹੈ, ਗ੍ਰੀਕ ਲਿਟਰੇਚਰ ਨੂੰ ਲੈਟਿਨ ਦੇ ਵਿੱਚ ਕਨਵਰਟ ਕੀਤਾ ਗਿਆ। ਉਹ ਜਿਹੜਾ ਉਹਨਾਂ ਦੇ ਕੋਲ ਕੋਸਮੋਲੋਜੀ ਆਈ, ਉਹਨਾਂ ਦੇ ਕੋਲ ਇੱਕ ਪਿਛੋਕੜ ਆਇਆ, ਉਸ ਤੋਂ ਜਿਹੜੀ ਵੈਸਟ ਦੀ ਚੌਧਰ ਹੈ ਉਹ ਅੱਜ ਸਾਡੇ ਸਾਹਮਣੇ ਹੈ। ਮੈਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਦਸਮ ਗੁਰੂ ਜਿਹੜੇ ਸਨ ਉਹ ਇੱਕ ਇਸ ਤਰ੍ਹਾਂ ਦੀ ਇੱਕ ਰੈਨੇਸਾਂ ਲਿਆਉਣ ਦੀ ਕੋਸ਼ਿਸ਼ ਕਰ ਰਹੇ ਸੀ। ਉਹ ਜਿਹੜਾ ਸਰਸਾ ਦੇ ਵਿੱਚ ਜਿਹੜਾ ਸਾਡਾ ਲਿਟਰੇਚਰ ਵਗਿਆ, ਉਸ ਦੇ ਵਿੱਚ ਮੈਨੂੰ ਮਹਿਸੂਸ ਹੁੰਦਾ ਹੈ ਕਿ ਉਸ ਦੇ ਵਿੱਚ ਬਹੁਤ ਸਾਰਾ ਉਲੱਥਾ ਸੀ, ਤਰਜਮਾ ਸੀ, ਤੇ ਨਾਲ ਸਕ੍ਰਿਪਚਰ ਵੀ ਸੀ। ਜਿੰਨੀ ਮੇਰੀ ਛੋਟੀ ਸੋਚ ਹੈ, ਜਿੰਨਾ ਕੁ ਮੈਂ ਸਿਆਣਿਆਂ ਤੋਂ ਸੁਣਿਆ, ਉਸ ਮੁਤਾਬਿਕ ਗੁਰੂ ਗੋਬਿੰਦ ਸਿੰਘ ਜਿਹੜੇ ਹਨ, ਇਹਨਾਂ ਨੇ ਬੋਥ ਲਿਟਰੇਚਰ ਐਂਡ ਸਕ੍ਰਿਪਚਰ ਘੜਿਆ। ਇਸ ਤੋਂ ਪਹਿਲਾਂ ਜਿਹੜੇ ਗੁਰੂ ਨੇ, ਉਹਨਾਂ ਨੇ ਸਿਰਫ ਔਰ ਸਿਰਫ ਸਕ੍ਰਿਪਚਰ ਪ੍ਰੋਡਿਊਸ ਕੀਤਾ। ਗੁਰੂ ਗੋਬਿੰਦ ਸਿੰਘ ਜੀ ਨੇ ਇਸ ਦੇ ਵਿੱਚ ਲਿਟਰੇਚਰ ਵੀ ਇੰਟਰੋਡਿਊਸ ਕੀਤਾ। ਔਰ ਸਿਰਫ ਇਸ ਇੱਕ ਫੈਕਟ ਨੂੰ ਅਸੀਂ ਕਨਸੈਪਚੁਅਲੀ ਮਿਸਅੰਡਰਸਟੈਂਡ ਕਰਦੇ ਹਾਂ, ਜਿਸ ਕਰਕੇ ਸਾਡੇ ਪੰਥ ਵਿੱਚ ਮੈਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ ਬਹੁਤ ਸਾਰੇ ਵੱਖਰੇਵੇਂ ਪੈਦਾ ਹੋ ਗਏ ਨੇ, ਬਹੁਤ ਸਾਰੇ ਮਤਭੇਦ ਪੈਦਾ ਹੋ ਗਏ ਨੇ। ਅਸੀਂ ਸਮਝਦੇ ਹਾਂ ਕਿ ਇਹੋ ਜਿਹੀ ਗੱਲ ਕਿਉਂ ਹੋਈ। ਪਰ ਜੇ ਅਸੀਂ ਸਾਡੀ ਇੱਕ ਹੋਰ ਸਿੱਖਾਂ ਦੀ ਜਿਹੜੀ ਇੱਕ ਪ੍ਰੋਬਲਮ ਹੈ, ਅਸੀਂ ਆਪਣੇ ਪਾਸਟ ਨੂੰ ਕੰਪੇਅਰ ਕਰਦੇ ਹਾਂ ਫਿਊਚਰ ਦੇ ਨਾਲ। ਜਿਹੜੀ ਸਾਡੀ ਇਨਵੈਸਟੀਗੇਸ਼ਨ ਦੀ ਜਿਹੜੀ ਡਾਇਰੈਕਸ਼ਨ ਹੈ, ਇਟਸ ਆਲਵੇਜ਼ ਫਿਊਚਰ ਓਰੀਐਂਟਡ। ਔਰ ਇਸ ਤਰ੍ਹਾਂ ਤੁਸੀਂ ਕਦੇ ਵੀ ਕੋਈ ਚੀਜ਼ ਸਮਝ ਨਹੀਂ ਸਕਦੇ। ਵੀ ਆਰ ਆਲਵੇਜ਼ ਤੁਸੀਂ ਕਹੋ ਐਰਾ ਰਿਲੇਟਿਵ। ਪਰ ਜੇ ਤੁਸੀਂ ਗੁਰੂ ਗੋਬਿੰਦ ਸਿੰਘ ਦੀ ਬਾਣੀ ਨੂੰ, ਗੁਰੂਆਂ ਦੀ ਬਾਣੀ ਨੂੰ ਉਹਨਾਂ ਦੇ ਸਮਕਾਲੀਨ ਸਾਹਿਤ ਦੇ ਨਾਲ ਜੋੜ ਕੇ ਵੇਖੋ ਕਿ ਉਸ ਵੇਲੇ ਇਹੋ ਜਿਹਾ ਕੰਮ ਕਿਤੇ ਹੋਰ ਵੀ ਹੋ ਰਿਹਾ ਸੀ, ਕਿਤੇ ਇਹੋ ਜਿਹੀਆਂ ਗੱਲਾਂ ਹੋ ਰਹੀਆਂ ਸੀ, ਕਿਉਂਕਿ ਆਪਣੇ ਗੁਰੂ ਬਾਣੀ ਨੂੰ ਉਸ ਵੇਲੇ ਮੌਜੂਦ ਸਾਹਿਤਿਕ ਟ੍ਰੋਪਸ ਦੇ ਨਾਲ, ਬਿਰਤਾਂਤ ਦੀਆਂ ਵੰਨਗੀਆਂ ਤੋਂ ਜੋੜ ਕੇ ਨਿਖੇੜ ਕੇ ਨਹੀਂ ਵੇਖਿਆ ਜਾ ਸਕਦਾ। ਔਰ ਜੇ ਆਪਾਂ ਉਹ ਕਰਨ ਲੱਗ ਪਵਾਂਗੇ ਤਾਂ ਫਿਰ ਹੋ ਸਕਦਾ ਹੈ ਕਿ ਜਿਹੜਾ ਇੱਕ ਸਿੱਖੀਜ਼ਮ ਦਾ ਇੱਕ ਤਵਾਰੀਖੀ ਜ਼ਿੰਮੇਵਾਰੀ ਹੈ ਕਿ ਇਸ ਖਿੱਤੇ ਨੂੰ ਰੀਜੂਵਨੇਟ ਕਰਨ ਦੀ, ਸ਼ਾਇਦ ਆਪਾਂ ਉਸਦੇ ਵੱਲ ਕੋਈ ਕਦਮ ਪੁੱਟ ਸਕੀਏ। ਕਿਉਂਕਿ ਹਾਲ ਦੀ ਘੜੀ ਤਾਂ ਮੈਨੂੰ ਇਉਂ ਲੱਗਦਾ ਕਿ ਅਸੀਂ ਨੌਨ ਇਸ਼ੂਜ਼ ਉੱਤੇ ਡਿਬੇਟ ਕਰ ਰਹੇ ਹਾਂ। ਅਸੀਂ ਇਹ ਡਿਬੇਟ ਕਰ ਰਹੇ ਹਾਂ ਕਿ ਆਹ ਚੀਜ਼, ਆਹ ਵਾਲਾ ਗ੍ਰੰਥ ਕਿਸ ਤਰ੍ਹਾਂ ਸਿੱਖੀ ਦਾ ਨਿਗਾਹ, ਜਾਂ ਅਸੀਂ ਜਿਹੜਾ ਸਾਡਾ ਅਖੰਡ ਭਾਰਤੀ ਚਿੰਤਨ ਹੈ, ਇਸ ਦਾ ਇੱਕ ਬਹੁਤ ਵੱਡਾ ਹਿੱਸਾ ਜਿਹੜਾ ਹੈ, ਅਸੀਂ ਉਸ ਨੂੰ ਪਾਸੇ ਕਰਨਾ ਚਾਹੁੰਦੇ ਹਾਂ। ਅਸੀਂ ਉਸ ਤੋਂ ਪਾਸਾ ਵੱਟਣ ਨੂੰ ਤਿਆਰ ਹਾਂ। ਮੈਨੂੰ ਲੱਗਦਾ ਕਿ ਇਹ ਥੋੜ੍ਹੀ ਜਲਦਬਾਜ਼ੀ ਹੈ। ਮੈਨੂੰ ਇਹ ਲੱਗਦਾ ਹੈ ਕਿ ਸਾਨੂੰ ਗੁਰਬਾਣੀ ਥੋੜ੍ਹੀ ਜਿਹੀ ਨੇੜਿਓਂ ਦੀ ਵੇਖਣ ਦੀ ਲੋੜ ਹੈ, ਉਸ ਦੀ ਕੋਸਮੋਲੋਜੀ ਨੂੰ ਸਮਝਣ ਦੀ ਲੋੜ ਹੈ। ਗੁਰਬਾਣੀ ਦੀ ਕੋਸਮੋਲੋਜੀ ਉਸ ਦੇ ਵਿੱਚ ਹਿੰਦੁਸਤਾਨ ਦੀ ਕੋਸਮੋਲੋਜੀ ਵੀ ਮੌਜੂਦ ਹੈ, ਉਸ ਦੇ ਵਿੱਚ ਐਬਰਾਹੈਮਿਕ ਰਿਲੀਜਨ ਦੀ ਕੋਸਮੋਲੋਜੀ ਵੀ ਮੌਜੂਦ ਹੈ। ਗੁਰੂ ਸਾਹਿਬ ਇਸ ਤੋਂ ਇਹਨਾਂ ਦੋਵਾਂ ਤੋਂ ਮੁਨਕਰ ਨਹੀਂ ਗਏ। ਪਰ ਜਿਹੜਾ ਇੱਕ ਮਾਡਰਨ ਮਿਸ਼ਨਰੀ ਸਕਾਲਰਸ਼ਿਪ ਦੇ ਵਿੱਚ ਇੱਕ ਚੀਜ਼ ਨਿਕਲ ਕੇ ਆ ਰਹੀ ਹੈ ਕਿ ਨਹੀਂ, ਅਸੀਂ ਇਹਨਾਂ ਦੋਵਾਂ ਤੋਂ ਆਪਣੇ ਆਪ ਨੂੰ ਵੱਖਰਾ ਕਰਨਾ, ਔਰ ਅਸੀਂ ਇਹ ਕਹਿਣਾ ਕਿ ਅਸੀਂ ਵੱਖਰੇ ਕਿਵੇਂ ਹਾਂ, ਇਸ ਦੇ ਉੱਤੇ ਇਨਵੈਸਟੀਗੇਸ਼ਨ ਤਾਂ ਹੋ ਸਕਦੀ ਹੈ, ਪਰ ਇਸ ਦੇ ਉੱਤੇ ਬੜੀ ਸਖਤ ਘੇਰਾਬੰਦੀ ਮੈਨੂੰ ਜਾਇਜ਼ ਨਹੀਂ ਮਹਿਸੂਸ ਹੁੰਦੀ। ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਸਾਨੂੰ ਗੁਰੂ ਗੋਬਿੰਦ ਸਿੰਘ ਦੀ ਸ਼ਖਸੀਅਤ ਨੂੰ ਉਹਨਾਂ ਦੇ ਸਮਕਾਲ ਦੇ ਨਾਲ ਜੋੜ ਕੇ ਵੇਖਣਾ ਚਾਹੀਦਾ। ਉਹਨਾਂ ਦੀ ਜਿਹੜੀ ਸਾਹਿਤਕ ਜ਼ਬਾਨ ਦੀ ਚੋਣ ਹੈ, ਉਸ ਨੂੰ ਸਮਝਣਾ ਚਾਹੀਦਾ ਜ਼ਰੂਰ। ਉਹ ਬ੍ਰਿਜ ਭਾਸ਼ਾ ਕਿਉਂ ਹੈ? ਔਰ ਅਸੀਂ ਦੁਰਗਾ ਦੀ ਵਾਰ, ਜਿਵੇਂ ਦੁਰਗਾ ਦੀ ਵਾਰ ਦੇ ਬਾਰੇ
ਇਤਨੀਆਂ ਮੈਂ ਭ੍ਰਾਂਤੀਆਂ ਵੇਖਦਾ, ਜਿਸ ਤਰ੍ਹਾਂ ਮੈਂ ਮਹਿਸੂਸ ਕਰਦਾ ਇਸ ਦੇ ਵਿੱਚ, ਔਰ ਜਿਸ ਤਰ੍ਹਾਂ ਮੇਰੇ ਖਿਆਲ ਨਾਲ ਸਾਡੇ ਹੋਰ ਵੀ ਕਈ ਸੈਕਟਸ ਨੇ ਸਿੱਖਾਂ ਦੇ, ਪੁਰਾਤਨ ਸੈਕਟਸ ਨੇ, ਜਿਹੜੇ ਕਿ ਇਸ ਨੂੰ ਇੱਕ ਅਖੰਡ ਭਾਰਤੀ ਚਿੰਤਨ ਦਾ ਮੁਜੱਸਮਾ ਮੰਨਦੇ ਨੇ, ਜਿਹੜੇ ਕਿ ਦੁਰਗਾ ਨੂੰ ਕੋਈ ਕਿਸੇ ਬਾਹਰੀ ਸ਼ਕਤੀ ਦੇ ਨਾਲੋਂ ਅੰਦਰੂਨੀ ਸ਼ਕਤੀ ਵਾਂਗੂ ਵੇਖਦੇ ਨੇ, ਜਿਹੜੀ ਕਿ ਉੱਤੇ ਉੱਠਦੀ ਹੈ। ਮੈਂ ਸਿਰਫ ਇੱਕ ਛੋਟਾ ਜਿਹਾ ਇੱਕ ਮਿਸਾਲ ਦੇ ਰਿਹਾ, ਸਿਰਫ ਜੇ ਇਹਦੇ ਨਾਲ ਹੀ ਮੈਂ ਸ਼ਾਇਦ ਕੁਝ ਸੱਜਣ ਦੇ ਜੇ ਇਹਦੇ ਬਾਰੇ ਕੋਈ ਸਿਧਾਂਤਕ ਕੋਈ ਉਹਨਾਂ ਦੇ ਸਵਾਲ ਹੋਣ, ਸ਼ਾਇਦ ਉਹ ਇਸ ਦੇ ਰਾਹੀਂ ਉਹਨਾਂ ਦਾ ਹੱਲ ਮਿਲ ਸਕੇ ਉਹਨਾਂ ਨੂੰ। ਦੁਰਗਾ ਦੀ ਵਾਰ ਜਿਹੜੀ ਹੈ ਉਹ ਇੱਕ ਸਾਡੀ ਅੰਦਰੂਨੀ ਈਸ਼ਵਰੀ ਸ਼ਕਤੀ ਦਾ ਪ੍ਰਤੀਕ ਹੈ, ਔਰ ਜਿਸ ਵੇਲੇ ਉਸਨੇ ਉੱਚਾ ਉੱਠਣਾ ਹੈ, ਉਸਨੇ ਸਾਡੇ ਸਰੀਰ ਦੇ 7 ਯੋਗਿਕ ਸੈਂਟਰ ਉੱਚੇ ਕਰਕੇ, ਉਹਨਾਂ ਨੂੰ ਪਾਰ ਕਰਕੇ, ਮੂਲਾਧਾਰ, ਸਵਾਦਿਸ਼ਠਾਨ, ਮਣੀਪੁਰ ਚੱਕਰ, ਇਹਨਾਂ ਸਾਰਿਆਂ ਨੂੰ ਪਾਰ ਕਰਕੇ ਬਾਹਰ ਨਿਕਲਣਾ। ਜਿਹੜਾ ਕੋਈ ਰੂਹਾਨੀ ਤਜਰਬਾ ਹੈ, ਰੂਹਾਨੀ ਤਜਰਬਾ ਇੱਕੋ ਜਿਹਾ, ਉਸ ਨੂੰ ਉਸ ਦੀ ਤਫਸੀਲ ਦੇਣ ਦਾ ਜ਼ਰੀਆ ਹੋਰ ਹੋ ਸਕਦਾ ਹੈ, ਪਰ ਉਹਦਾ ਜਿਹੜਾ ਮੂਲਭੂਤ ਤਜਰਬਾ ਹੈ, ਜਿਨ੍ਹਾਂ ਨੂੰ ਹੋਇਆ, ਜਿਹੜੇ ਮਹਿਸੂਸ ਕਰਦੇ ਨੇ, ਉਹਨਾਂ ਨੂੰ ਤਕਰੀਬਨ ਇੱਕੋ ਜਿਹਾ ਮਹਿਸੂਸ ਹੁੰਦਾ। ਅਸੀਂ ਵੇਖਦੇ ਹਾਂ ਜਿਹੜੇ ਅਮਰੀਕਨ ਐਸਟਰੋਨੌਟ ਨੇ, ਉਹਨਾਂ ਦਾ ਨਾਮ ਮੈਂ ਭੁੱਲ ਰਿਹਾ, ਜਿਨ੍ਹਾਂ ਨੇ ਨੋਏਟਿਕ ਸਕੂਲ ਬਣਾਇਆ, ਉਹ ਆਪਣਾ ਚੰਦਰਮਾ ਤੋਂ ਵਾਪਸ ਆ ਰਹੇ ਨੇ। ਚੰਦਰਮਾ ਤੋਂ ਵਾਪਸ ਆਉਂਦੇ ਹੋਏ ਉਹ ਆਪਣੇ ਸਪੇਸ ਦੇ ਵਿੱਚ ਹੈਗੇ ਨੇ, ਆਪਣੇ ਸਪੇਸ ਕਰਾਫਟ ਹੈਗੇ ਨੇ। ਉਹ ਸਪੇਸ ਕਰਾਫਟ ਨੂੰ ਜ਼ਿਆਦਾ ਹੀਟ ਨਾ ਹੋਵੇ, ਇਸ ਕਰਕੇ ਉਸਨੂੰ ਘੁਮਾਉਣ ਦਾ ਪਲਾਨ ਹੈ, ਔਰ ਉਹ ਬਾਰ-ਬਾਰ ਉਸਨੂੰ ਘੁਮਾਉਂਦੇ ਨੇ। ਉਹ ਅੱਧੇ ਘੰਟੇ ਦੇ ਵਿੱਚ ਸੂਰਜ ਨੂੰ, ਚੰਦਰਮਾ ਨੂੰ ਔਰ ਪ੍ਰਿਥਵੀ ਨੂੰ ਨੇੜਿਓਂ ਦੀ ਵੇਖਦੇ ਨੇ, ਔਰ ਇਸ ਤਰ੍ਹਾਂ ਵੇਖਦੇ ਘੰਟਿਆਂ ਬੱਧੀ ਇਸ ਤਰ੍ਹਾਂ ਵੇਖਦੇ ਨੇ। ਅੱਧੇ ਘੰਟੇ ਵਿੱਚ ਉਸ ਕਰਾਫਟ ਨੂੰ ਘੁਮਾਉਣਾ, ਕਿਉਂਕਿ ਸੂਰਜ ਦੀ ਉਹ ਟਿਨ ਫੋਇਲ ਜਿਹੀ ਹੈ, ਜਿਹੜਾ ਉਹ ਸਪੇਸ ਕਰਾਫਟ ਬਣਿਆ, ਉਹ ਹੀਟ ਹੋ ਸਕਦਾ। ਉਸ ਨੂੰ ਹੀਟ ਤੋਂ ਬਚਾਉਣ ਵਾਸਤੇ ਦੂਜਾ ਪਾਸਾ ਉਹਦੇ ਵੱਲ ਲੈ ਆਉਂਦੇ ਨੇ। ਉਹਨਾਂ ਦਾ ਇਹਨਾਂ ਸਾਰੀਆਂ ਸੈਲੈਸਟੀਅਲ ਆਬਜੈਕਟਸ ਨੂੰ ਇਹਨਾਂ ਨੇੜਿਓਂ ਦੀ ਵੇਖਣ ਕਰਕੇ ਉਹ ਇੱਕ ਵਿਸਮਾਦੀ ਅਵਸਥਾ 'ਚ ਪਹੁੰਚ ਜਾਂਦੇ ਨੇ, ਉਹ ਸਮਾਧੀ ਦੀ ਅਵਸਥਾ 'ਚ ਪਹੁੰਚ ਜਾਂਦੇ ਨੇ। ਔਰ ਨਾਸਾ ਦੇ ਰੈਕਟਸ ਦੇ ਵਿੱਚ ਹੈਗੇ, ਉਹ ਥੱਲੇ ਆਉਂਦੇ ਨੇ, ਉਹਨਾਂ ਦੀ ਡੀਬਰੀਫਿੰਗ ਹੁੰਦੀ ਹੈ। ਉਹ ਕਹਿੰਦੇ ਨੇ ਤੁਸੀਂ ਇੰਨੀ ਦੇਰ ਜਵਾਬ ਕਿਉਂ ਨਹੀਂ ਦਿੱਤਾ? ਉਹ ਕਹਿੰਦੇ ਨੇ ਮੈਂ ਇਸ ਅਵਸਥਾ 'ਚ ਪਹੁੰਚ ਗਿਆ ਸੀ। ਉਸ ਅਵਸਥਾ ਨੂੰ ਡਿਸਕ੍ਰਾਈਬ ਉਹਨਾਂ ਨੇ ਕੀਤਾ, ਔਰ ਉਸ ਤੋਂ ਬਾਅਦ ਉਹ ਬੜੇ ਹੈਰਾਨ ਹੋ ਜਾਂਦੇ ਨੇ, ਔਰ ਇਸ ਨੂੰ ਵੈਸਟਰਨ ਲਿਟਰੇਚਰ ਵਿੱਚ ਲੱਭਣ ਤੁਰ ਪੈਂਦੇ ਨੇ। ਉਹਨਾਂ ਨੂੰ ਕਿਤੇ ਨਹੀਂ ਇਹਦੀ ਤਫਸੀਲ ਲੱਭਦੀ। ਫਿਰ ਉਹ ਹੋਰ ਉਹਨਾਂ ਨੂੰ ਤਫਸੀਲ ਲੱਭਦੀ ਹੈ ਅਮਰੀਕਨ ਲਿਟਰੇਚਰ ਦੇ ਵਿੱਚ, ਜਿਹੜਾ ਅਮਰੀਕਨ ਇੰਡੀਜਨਸ ਨੇਟਿਵ ਅਮਰੀਕਨ ਲਿਟਰੇਚਰ ਹੈ, ਔਰ ਫਿਰ ਇਹਦੀ ਬੜੀ ਵੱਡੀ ਸਾਰੀ ਤਫਸੀਲ ਉਹਨਾਂ ਨੂੰ ਲੱਭਦੀ ਹੈ ਹਿੰਦੁਸਤਾਨ ਦੇ ਵਿੱਚ। ਉਹ ਫਿਰ ਉਹਨਾਂ ਨੂੰ ਸਮਝ ਆਉਂਦੀ ਹੈ ਕਿ ਮੈਂ ਸਮਾਧੀ ਦੀ ਇਸ ਅਵਸਥਾ ਤੇ ਪਹੁੰਚਿਆ ਸੀ। ਹੁਣ ਉਹ ਇੱਕ ਅਮਰੀਕਨ ਨੇ, ਉਹਨਾਂ ਨੂੰ ਕਦੇ ਕਿਸੇ ਨੇ ਸਮਾਧੀ ਦੀ ਅਵਸਥਾ ਤੱਕ ਪਹੁੰਚਣ ਦਾ ਕੋਈ ਐਪਿਸਟਮੋਲੋਜੀ ਨਹੀਂ ਸਮਝਾਈ ਹੈ। ਉਹ ਅਮਰੀਕਨ ਹੋਣ ਦੇ ਬਾਵਜੂਦ ਇੱਥੇ ਪਹੁੰਚੇ। ਔਰ ਕੋਈ ਮੈਂ ਇਹਦੇ ਵਿੱਚ ਅਜੀਬੋ-ਗਰੀਬ ਗੱਲ ਨਹੀਂ ਕਰ ਰਿਹਾ, ਉਹਨਾਂ ਦਾ ਨਾਂ ਵੀ ਮੈਂ ਤੁਹਾਨੂੰ ਦੱਸ ਦਿੰਦਾ, ਮੈਨੂੰ ਯਾਦ ਹੈ, ਐਡਗਰ ਮਿਚਲ। ਐਡਗਰ ਮਿਚਲ ਚੰਦਰਮਾ ਤੇ ਤੁਰਨ ਵਾਲੇ ਕੋਈ 4-5 ਲੋਕਾਂ ਚੋਂ ਨੇ। ਉਹ ਤੁਸੀਂ ਹੁਣੇ ਗੂਗਲ ਕਰੋਗੇ ਤਾਂ ਐਸਟਰੋਨੌਟ ਹੂ ਅਚੀਵਡ ਸਮਾਧੀ ਐਡਗਰ ਮਿਚਲ, ਤੇ ਉਹ ਹੁਣੇ ਆ ਜਾਏਗਾ, ਤੁਸੀਂ ਉਹਦੀ ਪੂਰੀ ਤਫਸੀਲ ਪੜ੍ਹ ਸਕਦੇ ਜੇ। ਸੋ ਕਹਿਣ ਦਾ ਮਤਲਬ ਇਹ ਵੇ ਕਿ ਰੂਹਾਨੀ ਅਵਸਥਾ ਜਿਹੜੀ ਹੈ, ਉਸ ਨੂੰ ਕੋਈ ਵੀ ਕਦੇ ਵੀ ਪਹੁੰਚ ਸਕਦਾ, ਔਰ ਉਸ ਵੇਲੇ ਉਹਦਾ ਤਜਰਬਾ ਤਕਰੀਬਨ ਇੱਕੋ ਜਿਹਾ ਹੋਵੇਗਾ। ਸੋ ਦਸਮ ਪਾਤਸ਼ਾਹ ਜਿਹੜੇ ਨੇ, ਉਹ ਇਸ ਇੱਕ ਰੂਹਾਨੀ ਵਾਕਿਆ ਨੂੰ ਇੱਕ ਸਾਈਫਰ ਨੁਮਾ, ਇੱਕ ਰਮਜ਼ ਰਾਹੀਂ ਸਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਨੇ। ਪੁਰਾਣੇ ਵੇਲਿਆਂ ਦੇ ਵਿੱਚ ਜਦੋਂ ਤੁਹਾਡੇ ਕੋਲ ਪੇਪਰ ਦੀ ਕਿੱਲਤ ਹੈ ਵੇ, ਗੱਲ ਬਦਲ ਸਕਦੀ ਹੈ, ਇਹਨਾਂ ਦੇ ਵਿੱਚ ਸੀਨਾ ਬਸੀਨਾ ਕਵਿਤਾ ਦੇ ਰਾਹੀਂ, ਵੱਡੀਆਂ ਬਾਣੀਆਂ ਦੇ ਰਾਹੀਂ ਲੋਕਾਂ ਤੱਕ ਇਸ ਤਰ੍ਹਾਂ ਦੀਆਂ ਰੂਹਾਨੀ ਰਮਜ਼ਾਂ ਪਹੁੰਚਾਈਆਂ ਜਾਂਦੀਆਂ ਸੀ। ਮਾਰਕੰਡੇ ਪੁਰਾਣ ਦੇ ਵਿੱਚ ਤੁਹਾਨੂੰ ਦੁਰਗਾ ਸਪਤਸ਼ਤੀ, ਤੁਸੀਂ ਇਸ ਨੂੰ ਕਹਿੰਦੇ ਹੋ,
ਸਿੱਖ ਲਿਟਰੇਚਰ ਦੇ ਵਿੱਚ ਅਸੀਂ ਇਸ ਨੂੰ ਚੰਡੀ ਦੀ ਵਾਰ ਵਾਂਗੂ ਸਮਝਦੇ ਹਾਂ। ਔਰ ਕੱਲਾ ਇਹਨਾਂ ਨਹੀਂ, ਜੇ ਤੁਸੀਂ ਨਾਮਧਾਰੀ ਵੀਰਾਂ ਦਾ ਵੀ ਜੇ ਲਿਟਰੇਚਰ ਦੇਖੋ, ਉਹਨਾਂ ਦੇ ਵਿੱਚ ਇੱਕ ਬੜੇ ਵਿਦਵਾਨ ਹੋਏ ਨੇ, ਅਮਰ ਭਾਰਤੀ ਜੀ ਸ਼ਾਇਦ, ਉਹਨਾਂ ਦੀ ਮੈਂ ਕੋਈ ਕਿਤਾਬ ਪੜ੍ਹ ਰਿਹਾ ਸੀ, ਅਚਾਨਕ ਹੀ ਮੈਂ ਉੱਥੇ ਪਹੁੰਚਿਆ। ਉਸ ਦੇ ਵਿੱਚ ਉਹ ਬੜੀ ਸੋਹਣੀ ਤਫਸੀਲ ਦਿੱਤੀ ਹੈ ਉਹਨਾਂ ਨੇ ਕਿ ਆ ਜਿਹੜੀ ਦੁਰਗਾ ਹੈ, ਆ ਤਾਂ ਸੁਸ਼ਮਨਾ ਨਾੜੀ ਹੈ, ਔਰ ਜਿਹੜੇ ਰਾਖਸ਼ਸ ਨੇ ਈੜਾ ਹੈ, ਤੇ ਦੇਵਤੇ ਜਿਹੜੇ ਪਿੰਗਲਾ ਨੇ। ਤੋ ਇਹਨਾਂ ਦੋਵਾਂ ਦੇ ਵਿਚਕਾਰ ਜਦੋਂ ਵੀ ਤੁਹਾਡੀ ਸੂਖਮ ਅਵਸਥਾ ਆਉਂਦੀ ਹੈ, ਪ੍ਰਾਣ ਦੀ ਸੂਖਮ ਅਵਸਥਾ ਆਉਂਦੀ ਹੈ, ਤੇ ਇੱਕ ਨਵੀਂ ਤੀਜੀ ਨਾੜੀ ਦਾ ਨਿਰਮਾਣ ਹੁੰਦਾ, ਉਹ ਹੈ ਵੇ ਸੁਸ਼ਮਨਾ ਨਾੜੀ। ਤੇ ਉਹ ਸੁਸ਼ਮਨਾ ਨਾੜੀ ਜਿਹੜੀ ਹੈ, ਉਸ ਨੂੰ ਉਸ ਵੇਲੇ ਤੁਸੀਂ ਇੱਕ ਪ੍ਰਚੰਡ ਹਕੀਕਤ ਦੇ ਰੂਬਰੂ ਹੁੰਦੇ ਹੋ, ਉਸ ਦਾ ਨਾਂ ਦੁਰਗਾ। ਹੁਣ ਜੇ ਇੱਕ ਕੋਈ ਸਪਿਰਿਚੁਅਲ ਮਾਸਟਰ ਆਪਣੇ ਪੈਰਾਕਾਰਾਂ ਨੂੰ ਇਹੋ ਜਿਹੀ ਗੱਲ ਦੀ ਤਫਸੀਲ ਦੇਣੀ ਚਾਹੇ ਔਰ ਇੱਕ ਰਮਜ਼ ਰਾਹੀਂ ਦੇਣੀ ਚਾਹੇ, ਤੇ ਇਸ ਦੇ ਵਿੱਚ ਅਸੀਂ ਕਿੰਤੂ ਪਰੰਤੂ ਕਰਾਂਗੇ, ਇਸ ਦੇ ਵਿੱਚ ਅਸੀਂ ਕੋਈ ਕਨਸਪੀਰੇਸੀ ਵੇਖਣ ਲੱਗਾਂਗੇ। ਮੈਨੂੰ ਇਸ ਤਰ੍ਹਾਂ ਲੱਗਦਾ ਕਿ ਅਸੀਂ ਆਪਣੇ ਪਿਛੋਕੜ ਨੂੰ ਬਹੁਤ ਇੱਕ ਫਿਊਚਰ ਓਰੀਐਂਟੇਸ਼ਨ ਦੇ ਰਾਹੀਂ ਇਸ ਨੂੰ ਜੱਜ ਕਰਦੇ ਹਾਂ। ਔਰ ਇਸ ਤਰ੍ਹਾਂ ਮੁਮਕਿਨ ਹੈ ਕਿ ਜਿਹੜੀਆਂ ਗੱਲਾਂ ਜੀ ਅਸੀਂ ਅੱਜ ਕਰ ਰਹੇ ਹਾਂ, ਉਹ 100 ਸਾਲਾਂ ਬਾਅਦ ਤਕਰੀਬਨ ਉਹਨਾਂ ਦੇ ਬਾਰੇ ਕਿੰਤੂ ਪਰੰਤੂ ਹੋਵੇਗਾ ਜੀ। ਲੈ ਗਏ ਸੀਗੇ, ਜਿਸ ਤਰ੍ਹਾਂ ਤੁਸੀਂ ਉਸ ਐਸਟਰੋਨੌਟ ਵੱਲ ਜ਼ਿਕਰ ਕੀਤਾ। ਇੱਕ ਸਵਾਲ ਕੀ ਤੁਹਾਡੇ ਨਾਲ ਸ਼ੇਅਰ ਕਰ ਰਿਹਾ, ਉਹ ਇਹ ਕਿ ਮੈਂ ਸਰ ਇੱਕ ਬਹੁਤ ਨਿਮਾਣਾ ਜਿਹਾ ਇੱਕ ਟੀਚਰ ਹਾਂ, ਅਤੇ ਮੈਂ ਮੰਨਦਾ ਵੀ ਜਿਹੜਾ ਟੀਚਰ ਸਟੂਡੈਂਟ ਨਹੀਂ ਰਹਿੰਦਾ, ਉਹ ਟੀਚਰ ਵੀ ਨਹੀਂ ਰਹਿੰਦਾ, ਅਤੇ ਮੈਂ ਪੜ੍ਹਦਾ ਰਹਿੰਦਾ। ਮੈਂ ਚੈਖੋਵ ਦੀਆਂ ਕਹਾਣੀਆਂ ਦੇ ਮੁੱਢ ਵਿੱਚ ਉਹਦੀ ਭੂਮਿਕਾ ਵਿੱਚ ਲਿਖਿਆ ਗਿਆ ਕਿ ਇੱਕ ਟੀਚਰ ਜਿਹੜਾ, ਉਹਨੂੰ ਆਪਣੇ ਆਸ ਪਾਸ ਦੇ ਲੋਕਾਂ ਦੀਆਂ ਸਮੱਸਿਆਵਾਂ ਨਾਲ ਜੁੜਿਆ ਹੋਣਾ ਚਾਹੀਦਾ, ਅਤੇ ਉਹਦੀਆਂ ਸਮਾਧਾਨ ਦੇ ਉਹਦੇ ਕੋਲ ਸੰਕੇਤ ਚਾਹੀਦੇ ਆ। ਅਤੇ ਜੋ ਅੱਜ ਸਾਡੇ ਪੰਜਾਬ ਵਿੱਚ ਹੋ ਰਿਹਾ, ਖਾਸ ਤੌਰ ਦੇ ਉੱਤੇ ਜਿਹਦੇ ਵੱਲ ਤੁਸੀਂ ਇਸ਼ਾਰਾ ਵੀ ਕੀਤਾ ਸੀਗਾ, ਕਿਸਾਨ ਅੰਦੋਲਨ ਸਿੰਘੂ ਬਾਰਡਰ 'ਤੇ ਤੁਸੀਂ ਜਾ ਕੇ ਵੀ ਆਏ, ਮੈਂ ਨਿੱਜੀ ਤੌਰ 'ਤੇ ਮਹਿਸੂਸ ਕਰਦਾ ਵੀ ਜਿਹੜਾ ਅੰਦੋਲਨ ਜ਼ਮੀਨ 'ਤੇ ਲੜਿਆ ਜਾ ਰਿਹਾ, ਉਹ ਇੱਕ ਭਾਸ਼ਾ ਵਿੱਚ ਵੀ ਲੜਿਆ ਜਾ ਰਿਹਾ ਅਤੇ ਇੱਕ ਸੰਗੀਤ ਵਿੱਚ ਵੀ ਲੜਿਆ ਜਾ ਰਿਹਾ। ਅਤੇ ਜਿਹੜੀ ਉਹ ਭਾਸ਼ਾ ਇਸ ਅੰਦੋਲਨ ਦੀ ਸੋਸ਼ਲ ਮੀਡੀਆ ਦੇ ਉੱਤੇ ਇਸਤੇਮਾਲ ਹੋ ਰਹੀ ਆ, ਜਾਂ ਉਹ ਜ਼ਮੀਨ 'ਤੇ ਵੀ ਇਸਤੇਮਾਲ ਹੋ ਰਹੀ ਆ, ਅਤੇ ਜਿਹੜੇ ਗੀਤ ਉੱਥੇ ਸੁਣੇ ਜਾ ਰਹੇ ਆ, ਗਾਏ ਜਾ ਰਹੇ ਆ, ਲਿਖੇ ਜਾ ਰਹੇ ਆ, ਉਹਨਾਂ ਬਾਰੇ ਮੇਰਾ ਆਪਣਾ ਖਿਆਲ ਹੈ ਕਿ ਉਹ ਸਾਡੇ ਕਿਸਾਨਾਂ ਦੇ ਗੀਤ ਨਹੀਂ, ਅਤੇ ਨਾ ਹੀ ਸਾਡੇ ਕਿਸਾਨਾਂ ਦੀ ਉਹ ਭਾਸ਼ਾ ਆ। ਉਹਨਾਂ ਦੇ ਕੰਨਾਂ ਦੇ ਤਾਂ ਬਹੁਤ ਨਜ਼ਦੀਕ ਆ, ਉਹ ਕੰਨ ਉਹਨਾਂ ਨੂੰ ਪਸੰਦ ਕਰਦੇ ਆ, ਪਰ ਉਹਨਾਂ ਦੀ ਰੂਹ ਦੀ ਤਰਜਮਾਨੀ ਉਹ ਭਾਸ਼ਾ ਅਤੇ ਉਹ ਸੰਗੀਤ ਨਹੀਂ ਕਰਦਾ। ਅਤੇ ਮੇਰਾ ਇੱਕ ਆਪਣਾ ਮੰਨਣਾ ਵੀ ਤੁਹਾਡਾ ਸੰਗੀਤ ਜੇ ਪੰਜਾਬ ਦੇ ਟਰੈਕਟਰਾਂ 'ਤੇ ਚੱਲਣ ਲੱਗ ਜਾਏ, ਅਤੇ ਸ਼ਾਇਦ ਸਾਡੀ ਸੰਗੀਤ ਦਾ ਟੇਸਟ ਜਿਹੜਾ ਉਹ ਠੀਕ ਹੋ ਜਾਵੇ, ਅਤੇ ਸਾਡਾ ਆਪਣਾ ਸੰਗੀਤ ਸਾਡੇ ਕੋਲ ਪਰਤ ਆਵੇ। ਅਤੇ ਤੁਹਾਡੇ ਕੋਲ ਮੈਂ ਚਾਹੁੰਦਾ, ਤੁਸੀਂ ਇਹਦੇ ਬਾਰੇ ਕੀ ਸੋਚਦੇ? ਤੁਸੀਂ ਉੱਥੇ ਗਏ ਵੀ, ਤੁਸੀਂ ਸਾਰਾ ਸੁਣਿਆ, ਦੇਖਿਆ। ਮੈਂ ਹਜ਼ੂਰ ਮੈਂ ਇਹਦੇ ਬਾਰੇ ਆਰਟੀਕਲ ਵੀ ਲਿਖ ਚੁੱਕਿਆ ਪੰਜਾਬੀ ਟ੍ਰਿਬਿਊਨ ਦੇ ਵਿੱਚ, ਪਰ ਮੈਂ ਅੰਗਰੇਜ਼ੀ 'ਚ ਲਿਖਿਆ ਸੀ, ਪਰ ਉਹਦਾ ਮੈਂ ਲੱਬੋ ਲਬਾਬ ਇੱਥੇ ਪੇਸ਼ ਕਰ ਦਿੰਦਾ ਕਿ ਮੈਨੂੰ ਇਹ ਮਹਿਸੂਸ ਹੁੰਦਾ ਕਿ ਆਹ ਜਿਹੜਾ ਮਿਊਜ਼ਿਕ ਹੈ, ਜਿਹੜਾ ਆਪਣਾ ਹਾਲ ਦੀ ਘੜੀ ਦਾ ਜਿਹੜਾ ਸੰਗੀਤ ਹੈ, ਇਸ ਦੇ ਵਿੱਚ ਇਹਨਾਂ ਦੀ ਨੀਅਤ ਤਾਂ ਚੰਗੀ ਹੈ, ਜਿਹੜੇ ਆਪਣੇ ਗਾਇਕ ਵੀਰ ਹੈ, ਪਰ ਉਹ ਇਸ ਪੂਰੇ ਸੰਕਟ ਨੂੰ ਇਹਦੀ ਕੋਈ ਰੂਪ ਰੇਖਾ ਘੜ ਨਹੀਂ ਸਕ ਰਹੇ। ਉਹ ਮਤਲਬ ਸਾਡਾ ਕੰਵਰ ਗਰੇਵਾਲ ਵੀਰ ਵੀ, ਜਦੋਂ ਮੈਂ ਉਹਦੀ ਤਕਰੀਰਾਂ ਮੈਂ ਟੀਕਰੀ ਤੋਂ ਸੁਣਦਾ, ਤੇ ਉਹ ਮੈਨੂੰ ਬੜਾ ਚੰਗਾ ਲੱਗਦਾ, ਪਰ ਦੂਜੇ ਪਾਸੇ ਉਹਦਾ ਗੀਤ ਹੈ ਕਿ ਕੋਈ ਖੰਡੇ ਤਿੱਖੇ ਕੋਈ ਕਿਰਪਾਨ ਕਰੂਗਾ, ਤੇ ਪਰ ਮੈਨੂੰ ਇਉਂ ਲੱਗਦਾ ਕਿ ਜਿਵੇਂ ਇੱਕ ਐਵੋਲਿਊਸ਼ਨ ਹੋ ਰਹੀ ਹੈ, ਉਹ ਗਾਇਕਾਂ ਦੀ ਵੀ ਹੋ ਰਹੀ ਹੈ। ਉਹਨਾਂ ਨੂੰ ਪਤਾ ਲੱਗ ਰਿਹਾ ਹੈ ਕਿ ਕਿਹੜੀਆਂ ਗੱਲਾਂ ਜਿਹੜੀਆਂ ਨੇ ਸਾਨੂੰ ਲੋਕਾਂ ਨਾਲ ਜੋੜਦੀਆਂ ਨੇ, ਤੇ ਕਿਹੜੀਆਂ ਤੋੜਦੀਆਂ ਨੇ। ਅਸੀਂ ਸਿੱਖੀ ਨੂੰ ਨਿਰਾ ਪੰਜਾਬ ਦਾ ਰਿਲੀਜਨ ਨਾ ਬਣਾਈਏ, ਪੰਜਾਬ ਦਾ ਧਰਮ ਨਾ ਬਣਾਈਏ, ਕਿਉਂਕਿ
ਜਿੰਨੀ ਕੁ ਮੇਰੀ ਗੁਰਬਾਣੀ ਦੀ ਥੋੜ੍ਹੀ ਬਹੁਤ ਹੀ ਨਿਗੂਣੀ ਸਮਝ ਹੈ, ਉਸ ਦੇ ਵਿੱਚ ਹਿੰਦੁਸਤਾਨ ਦਾ ਨਾਮ ਤਾਂ ਆਇਆ ਹੈ। ਹਿੰਦੁਸਤਾਨ ਡਰਾਇਆ, ਆਉਣ 78 ਜਾਣ 97, ਹੋਰ ਵੀ ਉੱਠੀ ਮਰਦ ਕਾ ਚੇਲਾ। ਹਿੰਦੁਸਤਾਨ ਦਾ ਤਸੱਵਰ ਤਾਂ ਹੈ ਵੇ। ਪੰਜਾਬ ਨੂੰ ਪੰਜਾਬ ਨੂੰ ਰੂਪਮਾਨ ਨਹੀਂ ਕੀਤਾ। ਇਸ ਦੇ ਵਿੱਚ ਗੁਜਰਾਤੀ ਦੇ ਵੀ ਸ਼ਬਦ ਹਨ, ਇਹਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਲੋਕਾਂ ਦੇ, ਤਰ੍ਹਾਂ ਤਰ੍ਹਾਂ ਦੀਆਂ, ਤੁਸੀਂ ਦੇਖ ਲਓ ਆਪਣਾ ਥੱਲੋਂ ਧੰਨਾ, ਆਪਣਾ ਰਾਜਸਥਾਨ ਤੋਂ ਧੰਨਾ ਭਗਤ, ਸੈਣ, ਆਪਣਾ ਰਾਮਾਨੰਦ ਆਪਣਾ ਬਿਲਕੁਲ ਹਾਰਡਕੋਰ ਕਾਸ਼ੀ ਦੇ ਵਿਦਵਾਨ ਨੇ। ਔਰ ਕਬੀਰ ਦੇਖੋ, ਕਬੀਰ ਮੇਰੇ ਖਿਆਲ ਨਾਲ ਅਸੀਂ ਗਾਇਆ ਹੀ ਨਹੀਂ। ਮੈਨੂੰ ਮਹਾਰਾਜਾ ਜੀ ਨੇ ਇੱਕ ਵਾਰ ਕੋਈ ਸੁਝਾਅ ਦੇਣ ਵਾਸਤੇ ਬੁਲਾਇਆ ਸੀ, ਤੇ ਮੈਂ ਉਹਨਾਂ ਨੂੰ ਦੱਸਿਆ ਸੀ, ਮੈਂ ਕਿਹਾ ਹਜ਼ੂਰ ਇਸ ਤਰ੍ਹਾਂ ਕਿ ਆਪਾਂ ਨਾ ਕਬੀਰ ਦਾ ਦਿਨ ਮਨਾਈਏ, ਆਪਾਂ ਰਾਮਾਨੰਦ ਦਾ ਦਿਨ ਮਨਾਈਏ, ਆਪਾਂ ਜਿਹੜੇ ਸਾਡੇ ਗੁਰਬਾਣੀ ਫਲਸਫੇ ਦੇ ਵਿੱਚ ਵੀ ਜਿਹੜੇ ਬਾਹਰਲੇ ਬੰਦੇ ਆ ਇਹਨਾਂ ਦਾ ਦਿਨ ਮਨਾਈਏ, ਔਰ ਆਪਾਂ ਬੁੱਲੇ ਸ਼ਾਹ ਦਾ ਮਨਾਈਏ, ਆਪਾਂ ਬਾਹੂ ਦਾ ਮਨਾਈਏ, ਜਿਨ੍ਹਾਂ ਦੇ ਨਾਲ ਸਾਡੀ ਰਗ ਰਲਦੀ ਆ, ਆਪਾਂ ਇਹਨਾਂ ਦੇ ਮਨਾਈਏ। ਅਸੀਂ ਇਹਨਾਂ ਦੇ ਜਿਹੜਾ ਇੱਕ ਬਹੁਤ ਹਿੰਦੂਇਜ਼ਮ ਨੂੰ ਬਹੁਤ ਛੋਟਾ ਇਸ ਦਾ ਇੱਕ ਤਸੱਵਰ ਸਾਡੇ ਸਾਹਮਣੇ ਪੇਸ਼ ਕੀਤਾ ਜਾ ਰਿਹਾ, ਆਪਾਂ ਹੋ ਸਕਦਾ ਇਸ ਨੂੰ ਐਕਸਟੈਂਡ ਕਰਨ ਦਾ ਕੰਮ ਕਰ ਲਈਏ, ਆਪਾਂ ਇਸ ਨੂੰ ਟ੍ਰਾਂਸੈਂਡ ਕਰਨ ਦਾ ਕੰਮ ਕਰ ਲਈਏ, ਆਪਾਂ ਸੱਚੀ ਕੋਈ ਟੁੱਟੀ ਗੰਢਣ ਵਾਲਾ ਕੰਮ ਕਰ ਲਈਏ। ਤੇ ਉਹਨਾਂ ਨੇ ਉਸ ਵੇਲੇ ਸਿਰ ਜ਼ਰੂਰ ਹਿਲਾਇਆ, ਪਰ ਉਹਦੇ ਉੱਤੇ ਕੋਈ ਗੱਲ ਹੋਈ ਨਹੀਂ। ਮੈਂ ਇਸ ਨੂੰ ਬਹੁਤ ਮੰਦਭਾਗਾ ਮੰਨਦਾ ਕਿ ਆਪਣਾ ਭਗਤ ਰਵਿਦਾਸ ਜੀ ਦੀ ਕੋਈ ਇਹਨਾਂ ਦਾ ਦਿਨ ਦਿਹਾੜਾ ਵੱਡੇ ਪੱਧਰ ਤੇ ਨਹੀਂ ਮਨਾਇਆ ਜਾਂਦਾ। ਇਹਨਾਂ ਦਾ ਆਪਣਾ ਨਾਮਦੇਵ ਜੀ ਦਾ ਦਿਨ ਪੰਜਾਬ ਦੇ ਵਿੱਚ ਨਹੀਂ ਮਨਾਇਆ ਜਾਂਦਾ, ਜਦੋਂ ਕਿ ਉਹਨਾਂ ਨੇ ਪ੍ਰਾਣ ਹੀ ਪੰਜਾਬ 'ਚ ਤਿਆਗੇ ਨੇ। ਬਾਬੇ ਫਰੀਦ ਦਾ ਅਸੀਂ ਕੋਈ ਦਿਨ ਨਹੀਂ ਮਨਾਉਂਦੇ। ਇਹ ਤਾਂ ਉਹ ਨੇ ਜਿਨ੍ਹਾਂ ਦੇ ਕਲਾਮ ਅੱਗੇ ਅਸੀਂ ਰੋਜ਼ ਮੱਥੇ ਟੇਕਦੇ ਹਾਂ। ਤੇ ਦੂਜੇ ਜਿਹੜੇ ਹਨ, ਜਿਨ੍ਹਾਂ ਦੀ ਬਹੁਤ ਵੱਡੀ ਦੇਣ ਹੈ, ਜਿਨ੍ਹਾਂ ਦਾ ਬਹੁਤ ਅਹਿਮ ਰੋਲ ਹੈ, ਜਾਂ ਆਪਾਂ ਉਹਦੇ ਵਿੱਚ ਲੱਭਣ ਦੀ ਕੋਸ਼ਿਸ਼ ਕਰੀਏ ਤੇ ਸਾਨੂੰ ਆਪਣਾ ਅਕਸ ਜ਼ਰੂਰ ਦੱਸੇਗਾ। ਜਿਵੇਂ ਸ਼ਾਹ ਹੁਸੈਨ ਹਨ, ਜਿਵੇਂ ਬੁੱਲੇ ਸ਼ਾਹ ਹਨ, ਜਿਵੇਂ ਆਪਣਾ ਮੇਰੇ ਪਸੰਦੀਦਾ ਹਜ਼ਰਤ ਸੁਲਤਾਨ ਬਾਹੂ ਹਨ। ਜੇ ਆਪਾਂ ਇਹਨਾਂ ਦਾ ਕਲਾਮ ਅੱਗੇ ਲੈ ਕੇ ਆਈਏ, ਇਹਦੇ ਵਿੱਚ ਬੜੀਆਂ ਗੱਲਾਂ ਨਿਕਲਣੀਆਂ ਨੇ, ਕਿਉਂਕਿ ਜਿਹੜਾ ਸਾਡਾ ਔਰ ਇਹਨਾਂ ਦਾ ਰਾਂਝਾ ਉਹ ਇੱਕੋ ਹੈ। ਜੇ ਆਪਾਂ ਆਖੀਏ ਕਿ ਵੀ ਸਿੱਖ ਕਿਵੇਂ ਆਪਾਂ ਹੋਰ ਸਾਰਿਆਂ ਤੋਂ ਵੱਖ ਹਾਂ, ਮੈਂ ਇਹਦੇ ਉੱਤੇ ਬਹੁਤ ਸੋਚਿਆ ਤੇ ਅਖੀਰ ਮੈਂ ਇਸ ਸਿੱਟੇ ਤੇ ਪੁੱਜਾ ਕਿ ਸਾਡਾ ਜਿਹੜਾ ਟੀਚਾ ਹੈ ਉਹ ਸਮਾਧੀ ਵੀ ਨਹੀਂ ਹੈ। ਸਾਡਾ ਟੀਚਾ ਜਿਹੜਾ ਹੈ ਉਹ ਇਸ਼ਕ ਹੈ, ਸਾਡਾ ਪ੍ਰੇਮ ਹੈ। ਆਪਣਾ ਸ਼ਾਇਦ ਪੰਕਤੀ ਮੈਂ ਭੁੱਲ ਰਿਹਾ ਹੋਵਾਂ, ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਮਨ ਪ੍ਰੀਤ ਚਰਨ ਕਮਲਾਰੇ। ਠੀਕ ਹੈ ਜੀ। ਸੋ ਅਸੀਂ ਜਿਹੜੇ ਆ, ਸਾਡਾ ਜਿਹੜਾ ਕੋਈ ਟੀਲੀਓਲੋਜੀਕਲ ਪ੍ਰੋਸੈਸ ਹੈ, ਕੋਈ ਗੋਲ ਓਰੀਐਂਟਡ ਸਾਡੀ ਐਕਸਰਸਾਈਜ਼ ਹੈ, ਸਾਡਾ ਗੋਲ ਇਸ਼ਕ ਹੈ। ਤੇ ਬੁੱਲੇ ਸ਼ਾਹ ਦਾ ਵੀ ਉਹ ਹੈ, ਸੁਲਤਾਨ ਬਾਹੂ ਦਾ ਤਾਂ 100% ਉਹ ਹੈ, ਬਾਬਾ ਫਰੀਦ ਦਾ ਉਹ ਹੈ, ਕਬੀਰ ਦਾ ਉਹ ਹੈ, ਰਾਮਾਨੰਦ ਦਾ ਉਹ ਹੈ। ਤੇ ਆਪਾਂ ਔਰ ਅਸੀਂ ਜਿਹੜੇ ਆ, ਅਸੀਂ ਰੱਬ ਆਪਣੇ ਅੰਦਰ ਲੱਭਦੇ। ਰੱਬ ਨੂੰ ਆਪਣੇ ਅੰਦਰ ਲੱਭਣਾ ਬੜਾ ਜ਼ਰੂਰੀ ਹੈ। ਪਰ ਕੋਈ ਦੂਜਾ ਕਹਿ ਸਕਦਾ ਕਿ ਸ਼ਾਇਦ ਉਪਨਿਸ਼ਦ ਵੀ ਇਹੋ ਹੈ ਵੇ, ਸ਼ਾਇਦ ਤੁਸੀਂ ਚੌਕੜੀ ਮਾਰ ਕੇ ਬੈਠਦੇ ਹੋ, ਇਹ ਵੀ ਤਾਂ ਆਸਨ ਹੈ ਵੇ, ਇਹ ਵੀ ਉਪਨਿਸ਼ਦਾਂ ਦੇ ਵਿੱਚ ਹੈ ਵੇ, ਤੁਸੀਂ ਹੱਥ ਇਸ ਤਰ੍ਹਾਂ ਜੋੜਦੇ ਹੋ, ਆ ਵੀ ਨਮਸਕਾਰ ਦੀ ਮੁਦਰਾ, ਆ ਵੀ। ਸੋ ਮੈਂ ਆਖਾਂਗਾ ਕਿ ਜੇ ਆਪਾਂ ਆਪਣੇ ਆਪ ਨੂੰ ਇੱਕ ਬਾਹਮਣੀ ਵਰਤਾਰੇ ਤੋਂ ਦੂਰ ਕਰਦੇ ਕਰਦੇ ਅਖੰਡ ਭਾਰਤੀ ਚਿੰਤਨ ਦੇ ਤਮਾਮ ਖਜ਼ਾਨੇ ਤੋਂ ਦੂਰ ਕਰ ਦਾਂਗੇ, ਤੇ ਆ ਇੱਕ ਮੰਦਭਾਗੀ ਘਟਨਾ ਹੋਵੇਗੀ। ਆਪਾਂ ਅਖੰਡ ਭਾਰਤੀ ਚਿੰਤਨ ਨੂੰ ਨਹੀਂ ਛੱਡੀਏ। ਜੇ ਸਾਨੂੰ ਕੋਈ ਵਰਤਾਰਾ ਮਾੜਾ ਲੱਗਦਾ, ਬਾਹਮਣਾ ਦਾ ਮਾੜਾ ਲੱਗਦਾ, ਮੈਂ ਕਹਿੰਦਾ ਉਹਦੇ ਬਾਰੇ ਜ਼ਰੂਰ ਆਪਾਂ ਆਵਾਜ਼ ਬੁਲੰਦ ਕਰੀਏ। ਸਾਡੇ ਗੁਰੂਆਂ ਨੇ ਵੀ ਕੀਤੀ, ਪਰ ਬ੍ਰਾਹਮਣਵਾਦ ਅਖੰਡ ਭਾਰਤੀ ਚਿੰਤਨ ਨਹੀਂਗਾ ਮੇਰੇ ਹਿਸਾਬ ਸਿਰ। ਜੇ ਇਸ ਤਰ੍ਹਾਂ ਹੁੰਦਾ ਤੇ ਦਸਮ ਗ੍ਰੰਥ ਦੇ ਵਿੱਚ ਬੁੱਧ ਦੀ ਥਾਂ ਵੀ ਨਹੀਂ ਸੀ ਹੋਣੀ।
ਬੁੱਧ ਬਾਰੇ ਵੀ ਲਿਖਿਆ, ਭਾਵੇਂ ਬਹੁਤ ਛੋਟਾ ਲਿਖਿਆ, ਇੱਕ ਸਟੈਂਜ਼ਾ ਹੀ ਲਿਖਿਆ ਜਿੰਨਾ ਮੈਂ ਦੇਖਿਆ। ਔਰ ਦੂਸਰੀ ਗੱਲ, ਜਿਹੜੇ ਲੋਕ ਕਹਿੰਦੇ ਵੀ ਦਸਮ ਗ੍ਰੰਥ ਦੇ ਵਿੱਚ ਇਹਨਾਂ ਦੇ ਬਾਰੇ ਕਿਉਂ ਲਿਖਿਆ, ਉਹਨਾਂ ਦੇ ਬਾਰੇ ਕਿਉਂ ਲਿਖਿਆ, ਮੈਂ ਆਖਾਂਗਾ ਕਿ ਇੱਕ ਹਾਇਰਾਰਕੀ ਆਫ ਰਿਗਾਰਡ ਹੁੰਦਾ, ਇੱਕ ਸ਼੍ਰੇਣੀ ਹੁੰਦੀ ਹੈ ਇੱਜ਼ਤ ਦੀ। ਅਸੀਂ ਆਪਣੇ ਗਲੀ 'ਚ ਬਾਹਰ ਲੰਘਣ ਵਾਲੇ ਬਜ਼ੁਰਗ ਦੀ ਵੀ ਇੱਜ਼ਤ ਕਰਦੇ ਹਾਂ, ਆਪਣੇ ਪਿਓ ਦੀ ਵੀ ਇੱਜ਼ਤ ਕਰਦੇ ਹਾਂ, ਪਰ ਉਸ ਦੀ ਇੱਜ਼ਤ ਸਾਡੇ ਪਿਓ ਦੀ ਇੱਜ਼ਤ ਦੇ ਬਰਾਬਰ ਨਹੀਂ। ਇੱਜ਼ਤ ਕਰਨੀ ਇੱਕ ਗੱਲ ਹੈ, ਕਿਸੇ ਨੂੰ ਆਪਣਾ ਇਸ਼ਟ ਮੰਨਣਾ ਦੂਸਰੀ ਗੱਲ ਹੈ। ਮੈਂ ਨਾ ਗਣੇਸ਼ਾ ਪ੍ਰਥਮ ਬਿਨਾਂ ਕਿਸਮ ਬਿਸਨ ਕਬਹੂ ਨਾ ਧਿਆਉ। ਮੈਂ ਇਹ ਜ਼ਰੂਰ ਆਪਣੇ ਵੀਰਾਂ ਨੂੰ ਬੇਨਤੀ ਕਰਨਾ ਚਾਹਾਂਗਾ ਕਿ ਇੱਕ ਵਾਰ ਮੇਰੇ ਆਖੇ ਤੇ ਦਸਮ ਬਾਣੀ ਨੂੰ ਇਸ ਨਜ਼ਰ ਨਾਲ ਦੇਖਣ ਕਿ ਇਹਦੇ ਵਿੱਚ ਬਹੁਤ ਕੁਝ ਜਿਹੜਾ ਹੈ ਉਹ ਪੈਟਰਾਰਕ ਵਰਗੀ ਰੈਨੇਸਾਂ ਕ੍ਰੀਏਟ ਕਰਨ ਦੀ ਇੱਕ ਮਨਸ਼ਾ ਰਾਹੀਂ ਘੜਿਆ ਗਿਆ ਹੈ। ਇਸ ਦੇ ਨਾਲ ਮੇਰੇ ਵਰਗੇ ਮੇਰੇ ਪਰਿਵਾਰ ਦੇ, ਅਸੀਂ ਜੱਟ ਬੂਟ ਕੀ ਹੁੰਦੇ ਸੀ ਜੀ, ਆਪਣਾ ਚਾਂਡਾਲ ਕਿਹਾ ਜਾਂਦਾ ਸੀ ਕਿਸੇ ਵੇਲੇ ਸਾਡੇ ਵਰਗਿਆਂ ਨੂੰ। ਅਸੀਂ ਕੋਈ ਉੱਚੀ ਜਾਤ ਵਾਲਾ ਤਾਂ ਕਹਿ ਨਹੀਂ ਸਕਦੇ ਆਪਣੇ ਆਪ ਨੂੰ, ਮੈਂ ਨਹੀਂ ਕਹਿ ਸਕਦਾ। ਹੁਣ ਅਸੀਂ ਜਿਹੜੇ ਆ, ਹੋ ਸਕਦਾ ਕੁਝ ਸਾਡੇ ਚੋਂ ਸੱਜਣ ਜਿਹੜੇ ਨੇ ਉਹਨਾਂ ਨੂੰ ਜਾਤ ਅਭਿਮਾਨ ਹੋਵੇ, ਉਹ ਜਾਇਜ਼, ਉਹ ਗੱਲ ਇੱਕ ਆਪਣੇ ਇੱਕ ਛੋਟੇ ਜਿਹੇ ਕਮਰੇ ਦੇ ਚੋਂ ਭਾਵੇਂ ਜਾਇਜ਼ ਲੱਗੇ, ਪਰ ਗੁਰਬਾਣੀ ਦੇ ਟੀਚੇ ਅਨੁਸਾਰ, ਅਕੀਦੇ ਅਨੁਸਾਰ ਉਹ ਜਾਇਜ਼ ਨਹੀਂ ਮੇਰੀ ਜਾਚੇ। ਤੇ ਆਪਾਂ ਨੂੰ ਜੇ ਪੰਜਾਬੀਆਂ ਨੂੰ ਜੋੜਨਾ, ਦੇਖੋ ਅਸੀਂ ਹੁਣ ਇੱਕ ਗੱਲ ਮੈਂ ਹੋਰ ਆਖਣੀ ਚਾਹਾਂਗਾ ਕਿ ਮੈਂ ਜਿਹੜੀ ਗੱਲ ਮਹਿਸੂਸ ਕਰਦਾ ਕਿ ਸਾਡੇ ਜਿਹੜੇ ਹਿੰਦੂ ਵੀਰ ਹੈ ਉਹ ਪੰਜਾਬੀਅਤ ਤੋਂ ਕਿਤੇ ਵਿਡਰਾਅ ਕਰੀ ਜਾਂਦੇ ਨੇ ਪੈਰੋਂ ਪੈਰ। ਉਹ ਕਿਤੇ ਨਾ ਕਿਤੇ, ਮੈਂ ਜਿੰਨਾ ਜਾ ਕੇ ਵੇਖਦਾ, ਮੈਂ ਦੇਖਦਾ ਉਹਨਾਂ ਦੇ ਵਿੱਚ ਝਿਜਕ ਹੈ ਪੰਜਾਬੀ ਬੋਲਣ ਵਿੱਚ, ਈਵਨ ਪੰਜਾਬ ਦੇ ਵਿੱਚ, ਈਵਨ ਹੋਰ ਖਿੱਤਿਆਂ ਦੇ, ਆਪਣਾ ਤੁਸੀਂ ਦੇਖ ਲਓ ਜਲੰਧਰ ਦੇ ਵਿੱਚ ਜਾਂ ਹੋਰ ਇੱਧਰ ਉੱਧਰ, ਮੈਂ ਸਾਰਿਆਂ ਦੇ ਇੱਕ ਝਿਜਕ ਮਹਿਸੂਸ ਕਰਦਾ। ਔਰ ਉਹ ਜਿਹੜਾ ਹੈ ਆਪਣੇ ਆਪ ਨੂੰ ਇੱਕ ਪੁਰਾਣੀ ਕਿਸੇ ਗੱਲ ਦੇ ਨਾਲ ਜੋੜ ਕੇ ਵੇਖਣ ਦੀ ਕੋਸ਼ਿਸ਼ ਕਰਦੇ ਨੇ। ਮੈਂ ਕਹਿੰਦਾ ਜੀ ਸਦਕੇ ਵੇਖੀਏ, ਪਰ ਪੰਜਾਬੀ ਜ਼ਬਾਨ ਦੇ ਵਿੱਚ ਦੇਖੀਏ। ਮੇਰੀ ਸਭ ਤੋਂ ਜਿਹੜੀ ਪਸੰਦੀਦਾ ਕਿਤਾਬ ਹੈ ਉਹ ਮੇਰੇ ਬਚਪਨ ਦੀ ਕਿਤਾਬ ਹੈ, ਬਾਤਾਂ ਮੁੱਢ ਕਦੀਮ ਦੀਆਂ, ਵਣਜਾਰਾ ਸਿੰਘ ਬੇਦੀ ਦੀਆਂ। ਇਸ ਦੇ ਵਿੱਚ ਜਿਹੜੇ ਮਿੱਥ ਨੇ, ਇਹਨਾਂ ਦੇ ਵਿੱਚ ਇਸਲਾਮ ਹੈ ਵੇ, ਇਹਨਾਂ ਦੇ ਵਿੱਚ ਸਿੱਖੀ ਹੈ ਵੇ, ਇਹਨਾਂ ਦੇ ਵਿੱਚ ਵੈਦਿਕ ਗੱਲਾਂ ਹਨ, ਇਹਨਾਂ ਦੇ ਵਿੱਚ ਨਾਨ ਵੈਦਿਕ ਗੱਲਾਂ ਹਨ। ਅਸੀਂ ਆਪਣੀ ਤੱਤ ਚੋਂ, ਆਪਣੇ ਤੱਤ ਮੀਮਾਂਸਾ ਚੋਂ ਸਾਰਾ ਕੁਝ ਕਿਵੇਂ ਕੱਢ ਸਕਦੇ, ਕਿਵੇਂ ਕੱਢਿਆ ਜਾਊ ਸਾਡੇ ਚੋਂ? ਮੇਰੀ ਜ਼ਬਾਨ ਦੇ ਵਿੱਚ ਹੈ ਵੇ, ਸਾਡੀ ਗੁਰਬਾਣੀ ਦੇ ਵਿੱਚ ਹੈ ਵੇ। ਗੁਰੂ ਨਾਨਕ ਜਦੋਂ ਗੱਲ ਕਰ ਰਹੇ ਨੇ, ਆਪਾਂ ਏਕਾ ਮਾਈ ਜੁਗਤ ਵੀ ਆਈ ਤਿੰਨ ਚੇਲੇ ਪ੍ਰਵਾਨ, ਅਸੀਂ ਹੁਣ ਇਹਦਾ ਕੀ ਅਰਥ ਕਰ ਸਕਦੇ ਹਾਂ? ਚਲੋ ਕੋਈ ਹੋਰ ਨਵਾਂ ਅਰਥ ਵੀ ਕਰ ਸਕਦੇ ਹੋਵਾਂਗੇ, ਪਰ ਸਿਵ ਸਖਤ ਆਪ ਉਪਾਇ ਕੇ ਕਰਤਾ ਆਪੇ ਹੁਕਮ ਵਰਤਾ ਹੈ, ਅਸੀਂ ਨਹੀਂ ਕਹਿੰਦੇ। ਔਰ ਅਜ਼ਰਾਈਲ ਫਰਿਸ਼ਤਾ ਕਹਿ ਕਰ ਨਾਠੀ ਅੱਜ, ਅਸੀਂ ਅਜ਼ਰਾਈਲ ਫਰਿਸ਼ਤੇ ਦੀ ਵੀ ਗੱਲ ਕਰਦੇ ਹਾਂ, ਅਸੀਂ ਕਤੇਬ ਕੁਰਾਨ ਦੀ ਵੀ ਗੱਲ ਕਰਦੇ ਹਾਂ। ਕਤੇਬ ਕੁਰਾਨ ਜਿਹੜੀ ਹੈ ਤਿੰਨੇ ਕਿਤਾਬਾਂ ਦਾ ਨਾਮ ਹੈ, ਤੌਰੀਲ, ਅੰਜੀਲ ਔਰ ਇਹ 5-6 ਜਿਹੜੀਆਂ ਵੀ ਇਹਨਾਂ ਦੀਆਂ ਕਿਤਾਬਾਂ ਨੇ, ਇਹਨਾਂ ਸਾਰਿਆਂ ਦਾ ਇੱਕ ਕੱਲਾਂ ਦਾ ਕਲੈਕਟਿਵ ਨਾਮ ਹੈ। ਸੋ ਸਾਡੇ ਵਿੱਚ ਤਾਂ ਇਹਨਾਂ ਸਾਰਿਆਂ ਨੂੰ, ਇਹਨਾਂ ਸਾਰਿਆਂ ਦਾ ਹਵਾਲਾ ਹੈ। ਹਵਾਲਾ ਦੇਣ ਦਾ ਮਤਲਬ ਇਹ ਨਹੀਂਗਾ ਕਿ ਅਸੀਂ ਉਸ ਨੂੰ ਕੋਈ ਇਸ਼ਟ ਮੰਨ ਲਿਆ। ਉਸੇ ਤਰ੍ਹਾਂ ਜੇ ਆਪਾਂ ਦਸਮ ਬਾਣੀ ਦੇ ਵਿੱਚ ਆਏ ਨਾਵਾਂ ਨੂੰ, ਅਸੀਂ ਇਹਨਾਂ ਨੂੰ ਇੱਕ ਸਾਡੀ ਐਜੂਕੇਸ਼ਨ ਵਜੋਂ ਵੇਖਾਂਗੇ। ਇੱਕ ਮੈਂ ਹੋਰ ਇੱਥੇ ਛੋਟੀ ਜਿਹੀ ਗੱਲ ਕਰ ਦਵਾਂ ਕਿ ਲੋਕੀ ਕਹਿੰਦੇ ਨੇ ਕਿ ਤੁਸੀਂ ਇਹ ਪੜ੍ਹ ਸਕਦੇ ਹੋ, ਦਸਮ ਬਾਣੀ ਦੇ ਵਿੱਚ ਆ ਲਿਖਿਆ, ਉਹ ਲਿਖਿਆ, ਤੁਸੀਂ ਜਿਹੜੇ ਚਰਿੱਤਰ ਲਿਖੇ ਨੇ, 405 ਚਰਿੱਤਰ ਜਿਹੜੇ ਨੇ, ਇਹ ਤੁਸੀਂ ਪੜ੍ਹ ਸਕਦੇ ਹੋ, ਇਹ ਨਹੀਂ ਪੜ੍ਹ ਸਕਦੇ। ਮੈਂ ਉਹਨਾਂ ਸਾਰੇ ਸੱਜਣਾਂ ਨੂੰ ਇਹ ਬੇਨਤੀ ਕਰਾਂਗਾ ਕਿ ਅਸੀਂ ਗੁਰਬਾਣੀ ਵੀ ਤਾਂ ਪੜ੍ਹਦੇ ਹਾਂ। ਗੁਰਬਾਣੀ ਦੇ ਵਿੱਚ ਵੀ ਗੌਤਮ ਨਾਰ ਉਮਾਪਤ ਸਵਾਮੀ ਸੀਸ ਧਰਨ ਸਹਜ ਭਗ ਗਾਮੀ, ਅਸੀਂ ਪੜ੍ਹਦੇ ਹੀ ਹਾਂ। ਜੇ ਕੱਲ ਨੂੰ ਸਾਡੀ ਬੇਟੀ, ਧੀ, ਭੈਣ ਕੋਈ ਇਸ ਦੇ ਅਰਥ ਕਰੇ ਤੇ ਇਹਦੇ ਅਰਥ ਵੀ ਤਾਂ ਕਰਨੇ ਹੀ ਪੈਣੇ ਨੇ। ਔਰ ਨਾਲੇ ਅਸੀਂ ਤਾਂ ਬੋਡੀ ਪੋਜ਼ਿਟਿਵ ਲੋਕ ਹਾਂ, ਔਰ ਅਸੀਂ ਬੋਡੀ ਪੋਜ਼ਿਟਿਵ ਹਾਂ। ਸਾਡੀ ਜ਼ਬਾਨ ਤੋਂ ਪਤਾ ਲੱਗ ਜਾਂਦਾ। ਮੈਂ ਤਾਂ ਆਪਣੇ ਪਿੰਡ 'ਚ ਜਾਂਦਾ ਸੀ, ਜਿੰਨੀ ਕਿ ਕੋਈ ਮਰਦ ਗਾਲ ਕੱਢ ਸਕਦਾ ਸੀ, ਉਹਨੇ ਸਾਡੇ ਪਿੰਡ ਦੀਆਂ ਜਨਾਨੀਆਂ ਕੱਢ ਸਕਦੀਆਂ ਸੀ, ਸ਼ਾਇਦ ਉਸ ਤੋਂ ਵੀ ਜ਼ਿਆਦਾ। ਸੋ ਉਹ ਉੱਥੇ ਕੋਈ ਝਿਜਕ ਨਹੀਂ ਸੀ। ਤੁਸੀਂ ਨੰਗੇਜ਼ ਨੂੰ
ਹਥਿਆਰ ਵਾਂਗੂ ਨਹੀਂ ਵਰਤ ਸਕਦੇ ਸੀ। ਔਰ ਇਹ ਇਹਨਾਂ ਦਾ ਇੱਕ ਸਸ਼ਕਤੀਕਰਨ ਹੈ। ਤੇ ਜਿਵੇਂ ਬੰਦਾ ਕੱਢ ਸਕਦਾ ਤੇ ਗੱਲ ਜਨਾਨੀ ਵੀ ਕੱਢ ਸਕਦੀ ਹੈ ਫਿਰ। ਸੋ ਕਹਿਣ ਦਾ ਮਤਲਬ ਹੈ ਵੇ ਕਿ ਅਸੀਂ ਆਪਣੇ ਅੱਜ ਦੇ ਜਿਹੜੇ ਮੋਰਲ ਸਟੈਂਡਰਡਸ, ਐਸਥੈਟਿਕ ਸਟੈਂਡਰਡਸ ਬਣਾਈ ਬੈਠੇ ਹਾਂ, ਅਸੀਂ ਉਹਨਾਂ ਨੂੰ ਐਗਜ਼ਾਮਿਨ ਨਹੀਂ ਕਰ ਰਹੇ ਕਿ ਉਹ ਖੁੱਲੇ ਹੋਏ ਨੇ ਕਿ ਸੰਕੀਰਣ ਹੋਏ ਨੇ। ਤੇ ਅਸੀਂ ਗੁਰਬਾਣੀ ਦੇ ਅਕੀਦੇ ਨੂੰ, ਟੀਚੇ ਨੂੰ ਸਾਡੇ ਪ੍ਰੈਜ਼ੈਂਟ ਸਟੈਂਡਰਡਸ ਦੇ ਨਾਲ ਅਸੀਂ ਵੇਖਣ ਦੀ ਕੋਸ਼ਿਸ਼ ਕਰਦੇ ਹਾਂ ਕਿ ਆਹ ਕੀ ਗੱਲ ਲਿਖਤੀ ਕਿ ਭੰਗ ਕਿਉਂ ਪੀਤੀ ਤੇ ਇਹ ਨਹੀਂ ਹੋਇਆ ਤੇ ਉਹ ਨਹੀਂ ਹੋਇਆ। ਵੀ ਅੱਜ ਤੁਸੀਂ ਦੇਖ ਲਓ, ਜੇ ਐਂਟੀ ਡਿਪਰੈਸੈਂਟਸ ਨਾ ਮਿਲਣ ਤਾਂ ਮੈਨੂੰ ਤਾਂ ਲੱਗਦਾ ਕਿ ਵੈਸਟ ਹੀ ਕ੍ਰੈਸ਼ ਕਰ ਜਾਏਗਾ। ਸੋ ਅਸੀਂ ਕਈ ਗੱਲਾਂ ਜਿਹੜੀਆਂ ਨੇ, ਅਸੀਂ ਇਹਨਾਂ ਨੂੰ ਆਪਣੇ ਕੰਟੈਂਪਰੇਰੀ ਮੈਟ੍ਰਿਕਸ ਦੇ ਨਾਲ ਇਨਸਿਸਟ ਕਰਦੇ ਹਾਂ ਕਿ ਇਹ ਇਸ ਦੇ ਨਾਲ ਮੇਲ ਖਾਣ। ਤੇ ਉਹ ਇੱਕ ਜ਼ਹਿਨੀ ਇੱਕ ਫਲॉ ਹੈ, ਮਿਸਟੇਕ ਹੈ ਮੇਰੀ ਜੱਜ 'ਚ। ਸੱਚਮੁੱਚ ਤੁਹਾਡੀਆਂ ਗੱਲਾਂ ਸੁਣਦੇ ਸੁਣਦੇ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਵੀ ਜਿਵੇਂ ਇਹ ਚੌਂਕੀ ਜਿਹੜੀ ਆ ਇਹ ਇਸ ਤਰ੍ਹਾਂ ਹੀ ਜਾਰੀ ਰਵੇ। ਲੇਕਿਨ ਫਿਰ ਵੀ ਜਿਵੇਂ ਤੁਸੀਂ ਦੱਸਿਆ ਸੀਗਾ ਸ਼ੁਰੂ ਵਿੱਚ ਤੁਹਾਨੂੰ ਕੋਈ ਹੈਲਥ ਦਾ ਇਸ਼ੂ ਆ ਕੋਈ, ਉਹਦੇ ਕਰਕੇ ਮੈਨੂੰ ਮਹਿਸੂਸ ਹੋ ਰਿਹਾ ਵੀ ਤੁਹਾਨੂੰ ਥੋੜ੍ਹਾ ਬੈਠਣ ਵਿੱਚ ਵੀ ਇੰਨਾ ਲੰਮਾ ਸਮਾਂ ਦਿੱਕਤ ਮਹਿਸੂਸ ਹੋ ਰਹੀ ਆ। ਅਤੇ ਫਿਰ ਵੀ ਸਰ ਤੁਸੀਂ ਬਹੁਤ ਲੰਮਾ ਸਮਾਂ ਸਾਨੂੰ ਦਿੱਤਾ ਅੱਜ, ਔਰ ਬੈਠ ਕੇ ਗੱਲਾਂ ਬਾਤਾਂ ਕੀਤੀਆਂ। ਕੋਈ ਨਹੀਂ, ਹੁਣ ਤਾਂ ਦੰਡ ਬੈਠਕ ਮਾਰਨ ਲੱਗ ਪਿਆ ਮੈਂ, ਤੇ ਕੋਈ ਨਹੀਂ ਜੀ, ਹੋ ਜਾਣਾ। ਅਸੀਂ ਗਾਮੇ ਦੇ ਬੱਚੇ ਹਾਂ ਜੀ, ਤੇ ਕੋਈ ਨਹੀਂ। ਤੁਹਾਡੀ ਬਹੁਤ ਬਹੁਤ ਮਿਹਰਬਾਨੀ ਜੀ। ਤੁਹਾਨੂੰ ਅੱਜ ਦੇਖਿਆ ਵੀ, ਸੁਣਿਆ ਵੀ, ਤੁਹਾਡੇ ਸ਼ਬਦ, ਵਾਕ, ਅਹਿਸਾਸ, ਖਿਆਲ ਅਤੇ ਤੁਸੀਂ ਜਿਹੜੇ ਸਾਡੇ ਨਾਲ ਸਾਂਝੇ ਕੀਤੇ ਉਹ ਬਿਲਕੁਲ ਨਿਵੇਕਲੇ ਆ। ਅਤੇ ਅਸੀਂ ਹੁਣ ਪੰਜਾਬ ਨੂੰ ਤੁਹਾਡੀ ਨਜ਼ਰ ਨਾਲ ਜਾਂ ਤੁਹਾਡੀ ਦੱਸੀ ਖਿੜਕੀ ਵਿੱਚੋਂ ਦੇਖਣ ਦੀ ਕੋਸ਼ਿਸ਼ ਕਰਾਂਗੇ ਅਤੇ ਸ਼ਾਇਦ ਕੁਛ ਨਾ ਕੁਛ ਅਸੀਂ ਉਸ ਵੱਲ ਵਧਾਂਗੇ ਵੀ। ਅਤੇ ਬਹੁਤ ਬਹੁਤ ਮਿਹਰਬਾਨੀ ਜੀ। ਅਤੇ ਅਸੀਂ ਅਖੀਰ ਵਿੱਚ ਇੱਕ ਰੇਡੀਓ ਦੀ ਤਰ੍ਹਾਂ ਇੱਕ ਪਰੰਪਰਾ ਰੱਖੀ ਹੋਈ ਹੈ ਵੀ ਜਿਹੜੇ ਕੁਛ ਮਿੱਤਰ ਦੇਖਦੇ ਅਤੇ ਕੋਈ ਮੈਸੇਜ ਭੇਜਦੇ ਆ ਜਾਂ ਤੁਹਾਨੂੰ ਸਤਿ ਸ਼੍ਰੀ ਅਕਾਲ ਕਹਿੰਦੇ ਆ, ਉਹਨਾਂ ਦਾ ਨਾਂ ਜ਼ਰੂਰ ਤੁਹਾਡੇ ਸਾਹਮਣੇ ਅਸੀਂ ਲੈਣੇ ਚਾਹਾਂਗੇ। ਸੁਰਿੰਦਰ ਖੰਨਾ ਜੀ, ਅਮਰਜੀਤ ਸਿੰਘ ਮਲਿਕ, ਸੁਨੀਲ ਕੁਮਾਰ, ਅਮਰਪਾਲ ਸੰਘਾ, ਹਰਜਿੰਦਰ ਸਿੰਘ ਸਿੱਧੂ, ਮੀਰਾ ਦੀਵਾਨ, ਬਰਿੰਦਰ ਕੌਰ ਪ੍ਰਿੰਸੀਪਲ, ਦੀਦਾਰ ਛੇਤਰਾ, ਸੁਰਿੰਦਰ ਮੋਹਨ ਸਿੰਘ ਸਿੱਧੂ, ਜਸਵੰਤ ਜ਼ਫਰ ਜੀ ਲੁਧਿਆਣੇ ਵਾਲੇ, ਤਰਲੋਚਨ ਸਿੰਘ ਦੁਪਾਲਪੁਰ, ਜਤਿੰਦਰਪਾਲ ਸਿੰਘ ਚੰਡੀਗੜ੍ਹ ਤੋਂ, ਕਸ਼ਮੀਰ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲੇ ਤੋਂ, ਅਵਤਾਰ ਸਿੰਘ ਪਤੰਗ ਚੰਡੀਗੜ੍ਹ ਤੋਂ, ਜੋਗਿੰਦਰ ਸਿੰਘ, ਮੈਡਮ ਸਕੂਨ ਸਿੰਘ ਚੰਡੀਗੜ੍ਹ ਤੋਂ, ਇਹਨਾਂ ਦਾ ਵੀ ਅਸੀਂ ਲੈਕਚਰ ਕਰਵਾਇਆ ਸੀਗਾ। ਜੁਗਨੀ ਦੇ ਉੱਤੇ ਇਹਨਾਂ ਨੇ ਲੈਕਚਰ ਕੀਤਾ ਸੀਗਾ ਇੱਥੇ ਪੰਜਾਬ ਦਰਸ਼ਨ 'ਤੇ। ਦਵਿੰਦਰ ਕੌਰ, ਲਖਵੀਰ ਸਿੱਧੂ, ਰਮਨਦੀਪ ਸਿੰਘ, ਅਜੈ ਕਲੇਰ, ਭਗਵੰਤ ਸਿੰਘ ਕਾਲਾ, ਗੁਰਬਚਨ ਸਿੰਘ ਅੰਡੇਮਾਨ ਤੋਂ, ਗੁਰਬਚਨ ਸਿੰਘ ਸਾਗਰੀ ਇਹ ਅੰਡੇਮਾਨ ਬੈਠੇ ਆ, ਅਤੇ ਚਰਨਜੀਤ ਮਾਨ, ਗੁਰਪ੍ਰੀਤ ਕੌਰ ਚੰਡੀਗੜ੍ਹ, ਗੁਰਪੰਥ ਗਿੱਲ, ਆਰ.ਡੀ. ਕਲੇਰ, ਪ੍ਰੋਫੈਸਰ ਸ਼ਾਮ ਸਿੰਘ ਚੰਡੀਗੜ੍ਹ ਤੋਂ। ਉਹ ਬਹੁਤ ਜ਼ਿਆਦਾ ਖੁਸ਼ ਹੋ ਰਹੇ ਸੀ ਕਿਉਂਕਿ ਉਹਨਾਂ ਦਾ ਆਪਣਾ ਪਿੰਡ ਪੁਆਧ ਵਿੱਚ ਮਸਤਗੜ੍ਹ, ਅਤੇ ਜਦੋਂ ਤੁਸੀਂ ਪੁਆਧ ਦੀਆਂ ਗੱਲਾਂ ਕਰ ਰਹੇ ਸੀਗੇ ਅਤੇ ਉਹ ਬਹੁਤ ਜ਼ਿਆਦਾ ਖੁਸ਼ ਹੋ ਰਹੇ ਸੀਗੇ, ਭਾਵੁਕ ਵੀ ਹੋ ਰਹੇ ਸੀਗੇ। ਅਤੇ ਉਹਨਾਂ ਨੇ ਅਹਿਸਾਸ ਵੀ ਸਾਂਝਾ ਕੀਤਾ ਵੀ ਸਾਡੇ ਪੁਆਧ ਨੂੰ ਕੋਈ ਪੰਜਾਬ ਹੀ ਨਹੀਂ ਗਿਣਦਾ। ਤਰਲੋਚਨ ਸਿੰਘ ਚੰਡੀਗੜ੍ਹ ਤੋਂ, ਪਰਮਿੰਦਰ ਸਿੰਘ ਬੰਗਾ, ਨੀਲਮ ਬਸਰਾ, ਫਾਤਿਮਾ ਸਈਦ, ਬਲਦੇਵ ਸਿੰਘ ਸ਼ੇਰਗਿੱਲ, ਸੁਪ੍ਰੀਤ ਸਿੰਘ, ਜਗਮੋਹਨ ਸਿੰਘ ਸ਼ਿਮਲਾ, ਇਹ ਸ਼ਿਮਲੇ ਤੋਂ ਸਾਡੇ ਦੋਸਤ ਸੁਣ ਰਹੇ ਸੀਗੇ ਤੁਹਾਡਾ ਪ੍ਰੋਗਰਾਮ। ਅਤੇ ਜਾਪਾਨ ਤੋਂ ਪਰਮਿੰਦਰ ਸੋਢੀ ਜਿਹੜੇ ਬਹੁਤ ਮਸ਼ਹੂਰ ਕਵੀ, ਇਹ ਸਾਰਿਆਂ ਨੇ, ਹੋਰ ਬਹੁਤ ਸਾਰੇ ਨਾਂ ਸੀਗੇ ਮੈਂ ਨੋਟ ਨਹੀਂ ਕਰ ਸਕਿਆ। ਅਤੇ ਉਹ ਚਲੋ ਉਹਨਾਂ ਦਾ ਪਿਆਰ ਤੁਹਾਡੇ ਤੱਕ ਪੁੱਜ ਗਿਆ ਕਿਉਂਕਿ ਤੁਹਾਨੂੰ ਉਹਨਾਂ ਨੇ ਦੇਖ ਲਿਆ। ਅਤੇ ਸਰ ਅਖੀਰ ਵਿੱਚ ਬਹੁਤ ਬਹੁਤ ਮਿਹਰਬਾਨੀ, ਅਤੇ ਤੁਸੀਂ ਸਾਨੂੰ ਸਮਾਂ ਦਿੱਤਾ। ਅਤੇ ਸਾਨੂੰ ਉਮੀਦ ਨਹੀਂ ਸੀ, ਬਲਕਿ ਉਮੀਦ ਇਸ ਤਰ੍ਹਾਂ ਨਹੀਂ ਸੀ, ਤੁਸੀਂ ਬਹੁਤ ਵੱਡੇ ਆ, ਸਾਨੂੰ ਇਸ ਤਰ੍ਹਾਂ ਲੱਗਦਾ ਸੀਗਾ ਵੀ ਸ਼ਾਇਦ ਤੁਸੀਂ ਸਮਾਂ ਨਾ ਦਿਓ, ਪਰ ਮਿਲ ਗਿਆ ਅਤੇ ਮਹਾਰਾਜ ਦੀ ਕਿਰਪਾ ਹੋ ਗਈ, ਮਹਾਰਾਜ ਦੀ। ਨਹੀਂ, ਕਿਰਪਾ ਬੜੀ ਹੋਈ ਜੀ। ਮੈਂ ਤਾਂ ਆਪ ਥੋੜ੍ਹਾ ਜਿਹਾ
ਥੋੜ੍ਹਾ ਨਰਵਸ ਸੀ। ਮੈਂ ਕਿਹਾ ਬੜੇ ਸਿਆਣੇ ਲੋਕ ਹੈ, ਮੇਰੇ ਪਿਤਾ ਜੀ ਕਹਿੰਦੇ ਜਦੋਂ ਸਿਆਣੇ ਦੀ ਸਭਾ ਜਾਈਏ ਥੋੜ੍ਹੀ ਤਿਆਰੀ ਕਰਕੇ ਜਾਈਏ। ਅਤੇ ਉਹ ਮੈਂ ਕਿਹਾ ਯਾਰ ਕੋਈ ਬੋਲ ਕੁਬੋਲ ਨਾ ਨਿਕਲੇ। ਅਤੇ ਮੈਂ ਤਾਂ ਤੁਸੀਂ ਬੜਾ ਫਿਰ ਵੀ ਆਸਰਾ ਦਿੱਤਾ। ਬਹੁਤ ਬਹੁਤ ਤੁਹਾਡਾ ਸ਼ੁਕਰੀਆ। ਅਤੇ ਬੜੇ ਤੁਹਾਡੇ ਦਾਨਿਸ਼ਮੰਦ ਇੱਥੇ ਮੈਂ ਦੇਖ ਰਿਹਾ, ਤੁਸੀਂ ਪੜ੍ਹ ਰਹੇ ਸੀ ਨਾ, ਤਾਂ ਮੈਂ ਵੀ ਵੇਖਣ ਡਿਆ ਇੱਥੇ ਬੜੇ ਲੋਕ ਇੱਥੇ ਆਏ ਆ ਵੇਖਣ, ਅਤੇ ਬੜਾ ਪੁਰਜ਼ੋਰ ਹੁੰਗਾਰਾ ਮਿਲ ਰਿਹਾ। ਬਹੁਤ ਵਧੀਆ ਜੀ। ਆਪਾਂ ਤੁਰੀਏ, ਆਪਾਂ ਬਣਾਈਏ, ਕਾਰਵਾਂ ਬਣ ਜਾਏਗਾ ਆਪੇ। ਬਾਤ ਹੈ ਜੀ। ਅਤੇ ਮੈਂ ਅਖੀਰ ਵਿੱਚ ਸਾਡੇ ਸਰਪ੍ਰਸਤ ਜਿਨ੍ਹਾਂ ਨੂੰ ਅਸੀਂ ਮੰਨਦੇ ਹਾਂ ਅਤੇ ਉਹਨਾਂ ਨੂੰ ਆਪਣੇ ਸਾਨੂੰ ਆਸ਼ੀਰਵਾਦ ਉਹਨਾਂ ਤੋਂ ਲੈਂਦੇ ਹਾਂ, ਡਾਕਟਰ ID ਗੌਡ ਜੀ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ। ਅਤੇ ਉਹ ਬਹੁਤ ਵੱਡੇ ਦਾਨਸ਼ਵਰ, ਇਤਿਹਾਸਕਾਰ ਅਤੇ ਕਵੀ ਆ। ਅਤੇ ਪ੍ਰੋਫੈਸਰ ਹਰਪਾਲ ਸਿੰਘ ਜੀ ਚੰਡੀਗੜ੍ਹ ਤੋਂ, ਅਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਅਤੇ ਸਾਡਾ ਇਹ ਪ੍ਰੋਗਰਾਮ ਸਿਰੇ ਚਾੜ੍ਹਨ ਵਿੱਚ, ਸਹਿਜ ਅਤੇ ਸੋਝ ਵਿੱਚ ਸਾਡਾ ਸਾਥ ਦੇਣ ਵਾਲੇ ਸਾਡੇ ਪਰਮਿੰਦਰ ਅਤੇ ਹਰਪ੍ਰੀਤ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਅਤੇ ਅਖੀਰ ਵਿੱਚ ਪੰਜਾਬ ਦਰਸ਼ਨ ਦੀ ਸਿਰਜਕ ਟੀਮ, ਮੈਡਮ ਹਰਮੀਤ ਕੌਰ, ਜਸਕਰਨ ਸਿੰਘ, ਕਮਲੇਸ਼, ਦਿਲਦਾਰ, ਮਹਿਤਾਬ, ਅਤੇ ਸਾਡੇ ਸਾਰਿਆਂ ਦੀ ਰਹਿਨੁਮਾਈ ਕਰਨ ਵਾਲੇ ਰੂਹੇ ਰਵਾਂ, ਕੁਲਵਿੰਦਰ ਕੌਰ, ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਅਤੇ ਬਹੁਤ ਮਿਹਰਬਾਨੀ ਜੀ। ਕਿਤੇ ਤੁਹਾਡੇ ਫੇਰ ਦਰਸ਼ਨ ਕਰਾਂਗੇ ਜੀ। ਠੀਕ ਹੈ, ਜ਼ਰੂਰ। ਇਜਾਜ਼ਤ ਹੈ। ਹਾਂਜੀ, ਚੰਗਾ ਜੀ, ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਚੰਗਾ ਲੱਗਾ ਜੀ। ਓਕੇ। ਜਾਗਣ ਨਾ ਵਿੱਚ
ਸਹਾਉਣ ਨਾ ਮੈਂ ਆਤਸ਼ ਨਾ ਮੈਂ ਪੌਣ ਨਾ ਮੈਂ ਰਹਿੰਦਾ ਵਿੱਚ ਨਗਾਉਣ ਨਾ ਮੈਂ ਬੈਠਣ ਨਾ ਵਿੱਚ